ਮੈਂ ਗੱਲਾਂ ਕਰ ਰਿਹਾ ਤੇ ਇੱਥੇ ਖੜੇ ਨੇ ਇੰਨੇ ਸ਼ਰੀਫ ਐਂਡ ਤੇ ਸਿਰਫ ਇੱਕੋ ਗੱਲ ਕੀਤੀ ਇਹਨਾਂ ਨੇ ਮੈਨੂੰ, ਓਏ ਹੋਏ ਕਹਿੰਦੇ ਕਲੱਬ ਚੱਲੀਏ। ਮੈਂ ਕਿਹਾ ਤੁਹਾਡੇ ਮਾਸੂਮੀਅਤ ਇੱਧਰ ਚੈੱਕ ਕਰੋ ਓਏ क्यों पंजाब स्पीकर ਢਾਲੀ ਮਿੰਟ ਬੈਠੇ नहीं तब 7 किलो लाओ तुम 7 किलो सोना कर सकते हैंड कैरी 7 किलो नहीं 7 ਕਿਲੋ नहीं थक गया ਉਹ ਚੈਨੀ ਚੋਂ ਨੂੰ ਗਾਲਾਂ ਕੱਢਣ ਦੀ ਕਲੋਜ਼ ਸ਼ੰਗ ਮਖਸ਼ੰਗ ਚਾਂ ਦੀਆਂ ਬੱਚਿਆ। ਅਸਲਾਮ ਅਲੈਕੁਮ ਜੀ, ਨਾਲ ਦੇ ਟੀਮ ਮੈਂ ਖੁਸ਼ ਆਪ ਦੇਖੀ ਭਾਈਜਾਨ। ਸਭ ਤੋਂ ਪਹਿਲੇ ਗੱਲ ਜਿਹੜੀ ਉਹ ਇਹ ਆ ਕਿ ਉਹ ਜਿਹੜਾ ਮੈਂ ਪ੍ਰੋਗਰਾਮ ਤੁਹਾਨੂੰ ਦੱਸਿਆ ਸੀ ਨਾ ਕਿ ਉਹ ਕੌਣ ਬਣੇਗਾ ਕਿਉਂ ਬਣੇਗਾ ਕਰੋੜ ਸਾਡਾ, ਉਹ ਮੈਨੂੰ ਮੇਲਾਂ ਆਉਣ ਲੱਗ ਪਈਆਂ ਨੇ। ਉਹਦਾ ਮੈਂ ਇੱਕ ਹੋਰ ਚੀਜ਼ ਸੋਚੀ ਅਗਲੀ ਉਸ ਤੋਂ ਗੱਲ अच्छा जी ਕਿ ਇਤਿਹਾਸ ਕਾਇਮ ਕਰ ਦਿਆਂਗਾ, वाह ਹੈਰਾਨ ਕਰ ਦਿਆਂਗਾ, ਪਰੇਸ਼ਾਨ ਕਰ ਦਿਆਂਗਾ। सही ਇੱਥੇ ਨਹੀਂ ਬੁਲਾਉਣਾ ਕਿਸੇ ਨੂੰ, ਜਿੰਨੇ ਖੇਲਣਾ ਨਾ ਉਹਦੇ ਘਰ ਉਹਦੇ ਵਿਹੜੇ 'ਚ ਸੈਟਅਪ ਲਾ ਲੈਣਾ। ਅਸੀਂ ਤੁਹਾਡੇ ਘਰ ਆਵਾਂਗੇ, ਤੁਹਾਡੇ ਘਰ ਛੋਟਾ ਘਰ ਆ, ਮਾੜਾ ਘਰ ਆ, ਕੋਠੀ ਆ, ਇਹ ਨਹੀਂ ਤੁਸੀਂ ਦੇਖਣਾ। ਇਹ ਨਹੀਂ ਸੋਚਣਾ ਕਿ ਯਾਰ ਸਾਡਾ ਘਰ ਇਸ ਤਰ੍ਹਾਂ ਦੇ ਅਸੀਂ ਕਿੱਦਾਂ ਬੁਲਾਈਏ ਨਾ। ਭਾਵੇਂ ਇੱਕ ਬੈਠਕ ਆ, ਮੈਂ ਉੱਥੇ ਵੀ ਖੇਡ ਲੂੰਗਾ। वाह रे वाह ਮੈਂ ਤੁਹਾਡਾ ਠੀਕ ਆ। ਮੈਂ ਹੁਣ ਹਿਸਾਬ ਲਾ ਰਿਹਾ ਉਸਤਾਦ ਜੀ ਕਿ ਮੈਂ ਕੌਣ ਬਣੇਗਾ ਕਰੋੜਪਤੀ LCDਆਂ ਲੱਗੀਆਂ ਨੇ, ਸੈਟਅਪ ਲੱਗਾ ਉਹਨਾਂ ਦੇ ਘਰੇ ਹੀ ਸਾਹਮਣੇ। ਉਹ ਬੰਦਾ ਬੈਠਾ ਜਾਂ ਮਾਂ ਜੀ ਬੈਠੇ ਜਾਂ ਬਾਜੀ ਸਾਡੀ ਕੋਲ ਬੈਠੀ, ਮੈਂ ਇਧਰੋਂ ਖੇਡ ਰਿਹਾ ਉਹਨਾਂ ਦੇ ਘਰ ਦੇ ਵਿੱਚ, ਤੇ ਨਾਲ ਮੈਂ क्या बात ਪੱਕਾ ਕੀ ਆ तेरे लूटे ਚਾਹ ਨਾਲ ਨਿਜ਼ਾਮ, ਤੇ ਉੱਥੇ ਉਹਨਾਂ ਦਾ ਖੇਡ ਰਿਹਾ ਪੂਰਾ ਬੈਕਗ੍ਰਾਉਂਡ ਆਡੀਓ ਸ਼ਾਡੀਓ ਪੂਰੀ। ਉਹਨਾਂ ਤੁਹਾਡੇ ਘਰ ਦੇ ਵਿੱਚ ਜਾ ਕੇ ਆਪਾਂ ਟੀਵੀ ਲਾਉਣ ਜਾਂ ਛੱਤ ਤੇ ਜਾਂ ਕਿਤੇ ਵੀ ਵਿਹੜੇ 'ਚ ਜਿੱਥੇ ਵੀ ਇੰਨਾ ਕੁ ਜਿੰਨੀ ਕਾ ਜਗ੍ਹਾ ਨਾ ਇੰਨੀ ਕਿ ਜਿੱਥੇ ਜਗ੍ਹਾ ਹੀ ਨਾ ਉੱਥੇ ਆਪਾਂ ਖੇਡ ਲਿਆ ਕਰਾਂਗੇ। ਔਰ ਲੋਕਾਂ ਨੇ ਕਹਿਣਾ ਯਾਰ ਆ ਕੌਣ ਆ ਯਾਰ, ਘਰਾਂ ਦੇ ਵਿੱਚ ਜਾ ਕੇ ਤੇ ਕਰੋੜਪਤੀ ਖੇਡਣ ਦੇ ਆਪ ਜਾ ਕੇ ਘਰਾਂ 'ਚ। ਲਓ ਜੀ ਅਸੀਂ ਏਦਾਂ ਕਰਦੇ। ਲਓ ਜੀ ਸਭ ਤੋਂ ਪਹਿਲੇ ਤੁਸੀਂ ਹੁਣ ਮੈਨੂੰ ਮੇਲ ਕਰਨੀ ਹੈ, ਜਿਹਨੇ ਬੁਲਾਉਣਾ ਸਾਨੂੰ ਬਸ ਮੇਲ ਕਰ ਦਿਓ ਜਲਦੀ ਜਲਦੀ। ਔਰ ਨੰਬਰ ਲਾਜ਼ਮੀ ਥੱਲੇ ਲਿਖ ਦੇਣਾ, ਖੁਦਾ ਦਾ ਵਾਸਤਾ ਸਿਟੀ ਆਪਣਾ ਤੇ ਨੰਬਰ ਲਾਜ਼ਮੀ ਲਿਖਣਾ। ते नाले वो इतना कर देते जानी भाई अब मैंने और मेरी वाइफ ने आना है शो में बस। अच्छा हूँ मैं फिर को मैसेज लिखा कि अच्छा आप आना है तो आप प्लीज कोई कॉन्टैक्ट नंबर तो दे दें। मैं अगे भी कितनी बार किया यार, इन्होंने समझ नहीं आती यार मैं की उन्होंने कराई। नाले मेल एक वन मैसेज सारी डिटेल ਉਹ ਯਾਰ ਕੋਈ ਇਹ ਤੇ ਦੱਸੋ ਤੁਸੀਂ ਆਉਣਾ ਜੂ ਆ ਤੇ ਮੈਂ ਬੁਲਾਉਣਾ ਵਾ ਤੇ ਕੋਈ ਰਾਬਤਾ ਤੇ ਲਿਖ ਦਿਓ ਥੱਲੇ ਅੱਲਾ ਦੇ ਬੰਦੇ ਹੋ। ਹੁਣ ਤੁਸੀਂ ਆਪਣਾ ਸਿਟੀ ਲਿਖਣਾ ਤੇ ਨਾਲ ਤੁਸੀਂ ਆਪਣਾ ਮੋਬਾਈਲ ਨੰਬਰ ਲਿਖਣਾ, ਠੀਕ ਆ ਜੀ। ਤੇ ਦੱਸੋ ਸਾਨੂੰ ਬੁਲਾਓ, ਅਸੀਂ ਆਉਂਦੇ ਹਾਂ ਤੁਹਾਡੇ ਘਰ ਨਾਲ ਲੰਗਰ। ਔਰ ਬੰਦੇ ਨਹੀਂ ਬੁਲਾਉਣੇ, ਇਹ ਨਾ ਵੀ ਸਾਰਾ ਰਿਸ਼ਤੇਦਾਰ ਗਲੀ ਮਹੱਲਾ ਇਕੱਠਾ ਹੋਇਆ। ਖਬਰਦਾਰ ਮੈਂ ਵਾਪਸ ਆ ਜਾਣਾ, ਮੈਂ ਰਸ਼ ਦੇਖਿਆ हाँ जी ਕਿਉਂਕਿ ਫਿਰ ਸਾਡੇ ਕੋਲ ਉਹ ਕੰਮ ਨਹੀਂ ਹੋਣਾ। ਬਾਅਦ ਚ ਸਾਰਿਆਂ ਨੇ ਦੇਖ ਹੀ ਲੈਣਾ, ਠੀਕ ਹੈ ਨਾ। ਸਾਰਿਆਂ ਨੇ ਦੇਖ ਲੈਣਾ ਕਿ ਅਸੀਂ ਗਏ ਸਾਂ, ਤੁਸੀਂ ਵੀ ਬਾਅਦ ਦੱਸ ਦੇਣਾ। ਲੇਕਿਨ ਉਦੋਂ ਜਿੰਨੇ ਤੁਹਾਡੇ ਘਰ ਦੇ ਜੈਨੂਇਨ ਜੀ ਆ ਉਹਨੇ ਜੀ ਹੋਣੇ ਚਾਹੀਦੇ ਆ, वद ना हो ਵੱਧ ਨਾ ਹੋਣ। ਨਾ ਤੁਸੀਂ ਗਲੀ ਮਹੱਲੇ 'ਚ ਕਿਸੇ ਨੂੰ ਦੱਸਣਾ, ਮੇਰੀ ਗੱਲ ਸੁਣ ਲੈਣਾ, ਨਾ ਤੁਸੀਂ ਕਿਸੇ ਨੂੰ ਨਹੀਂ ਤੁਸੀਂ ਦੱਸਣਾ। ਅਸੀਂ ਇੰਜ ਚੋਰੀ ਜਾਣਾ, ਕਿਉਂਕਿ ਭਾਵੇਂ ਅਗਰ ਪਤਾ ਲੱਗ ਗਿਆ ਨਾ ਗਲੀ ਵੀ ਭਰ ਜੂਗੀ, ਅੰਦਰ ਵੀ ਵੜਨਗੇ, ਕੁਛ 1% ਵੀ ਬੇੜੇ ਗਰਕ ਹੋ ਜਾਣੇ ਨੇ ਸਾਡੇ ਸ਼ੋਅ ਦੇ ਵੀ। ਤੇ ਜਿਹੜਾ ਅਸੀਂ ਆਪਸ 'ਚ ਮਜ਼ਾ ਕਰਨਾ ਉਹਦੇ ਵਿੱਚ, ਜਦੋਂ ਅਸੀਂ ਚਲੇ ਜਾਾਂਗੇ ਉਸ ਤੋਂ ਬਾਅਦ ਲੋਕਾਂ ਨੇ ਵੇਖ ਵੀ ਲੈਣਾ ਵਾ ਤੇ ਦੱਸ ਵੀ ਦੇਣਾ ਭਾਵੇਂ ਸਾਰਿਆਂ ਨੂੰ। ਤੁਹਾਡੀ ਮਿਹਰਬਾਨੀ ਹੈ। ਇਹਨੂੰ ਇਹ ਬੜਾ ਠੀਕ ਹੈ ਨਾ। ਹਾਂ ਮੈਂ ਉਦੋਂ ਤੁਹਾਡੇ ਘਰ ਵੜਾਂਗਾ ਲੈ ਕੇ ਸਮਾਨ, ਜਦੋਂ ਮੈਂ ਦੇਖਾਂਗਾ ਗਲੀ 'ਚ ਕੋਈ ਬੰਦਾ ਨਹੀਂ ਹੈਗਾ, ਵਾਕਈ ਇਹਨਾਂ ਨੇ ਕੋਈ ਸ਼ੋਖੀ ਨਹੀਂ ਕੀਤੀ, ਕੋਈ ਵੇਟ ਨਹੀਂ ਕੀਤਾ, ਕੋਈ ਖਲੋਤਾ ਇੰਜ ਨਹੀਂ ਕਰਦਾ ਉਹ ਆ ਗਿਆ ਹੀ ਲੱਗਦਾ ਇੰਜ। ਜਿਹਨੇ ਕੀਤਾ ਮੈਂ ਉੱਥੋਂ ਹੀ ਵਾਪਸ ਬੈਕ ਹੋ ਜਾਣਾ। ਮੈਂ ਤੁਹਾਨੂੰ ਦੱਸਦਾ ਜੀ ਸਕੂਨ ਮੋਰ ਆਪਾਂ ਫੈਮਿਲੀ ਦੇ ਨਾਲ ਖੇਲਾਂਗੇ, ਬਹੁਤ ਅੱਛਾ ਖਾਵਾਂ ਪੀਵਾਂਗੇ ਔਰ ਪੂਰਾ ਪ੍ਰੋਗਰਾਮ ਇੰਜੋਏ ਕਰਕੇ ਆਏਗਾ, ਠੀਕ ਹੈ ਨਾ। ਹੁਣ ਤੁਸੀਂ ਮੇਲ ਕਰ ਦੇਣੀ ਆ ਕਿ ਭਾਜੀ ਮੈਨੂੰ ਬੁਲਾ ਲਓ ਛੇਤੀ ਛੇਤੀ, ਟਾਈਮ ਨਹੀਂ ਹੈਗਾ ਮੇਰੇ ਕੋਲ, ਠੀਕ ਹੈ ਜੀ। ਤੇ ਹੁਣ ਬੁਲਾ ਲਓ ਮੈਨੂੰ ਜਲਦੀ ਜਲਦੀ। ਲਓ ਜੀ ਹੁਣ ਆਪਾਂ ਉਹ ਕਰਦੇ ਆ ਜਿਹੜਾ ਮੈਂ ਤੁਹਾਨੂੰ ਵੀਡੀਓ ਵਿਖਾਉਣੀ ਹੈ। ਸਭ ਤੋਂ ਪਹਿਲੇ ਅਸੀਂ ਇੱਥੋਂ 에ਅਰਪੋਰਟ ਤੇ ਗਏ ਆ, ਅਸੀਂ ਜਹਾਜ਼ 'ਚ ਬੈਠੇ ਆ ਤੇ ਜਹਾਜ਼ 'ਚ ਬਹਿ ਕੇ ਜਿਹੜਾ ਮਿੱਠੇ ਦਾ ਡਰ ਸੀ ਉਹ ਚੈੱਕ ਕਰ ਲਓ ਜ਼ਰਾ। ਵੱਡੀ ਤਾਈ ਬਣ ਕੇ ਬੈਠਾ ਜੀ ਠੀਕ ਹੈ ਭਾਜੀ, ਇਹ ਹਾਲੇ ਉੱਡਣ ਲੱਗਾ ਸੀ ਤੇ ਅੱਛਾ ਹੁਣ ਜ਼ੋਰ ਦੀ ਸੌਣਾ ਕੀ ਹੁੰਦਾ ਵੀ? ਮੈਂ ਜ਼ੋਰ ਦੀ ਸੌ ਗਿਆ। ਭਾਈ ਭਾਈ ਜ਼ੋਰ ਦੀ ਹਾਂ ਇਹ ਹੁਣ ਇਸ ਚੱਕਰ 'ਚ ਸੀ ਕਿ ਨਾ ਇਹਦੇ ਉੱਡਣ ਤੋਂ ਪਹਿਲੇ ਨਾ ਮੈਂ ਜ਼ੋਰ ਦੀ ਸੌ ਜਾਵਾਂ ਹਨਾ, ਮਤਲਬ ਇੱਕਦਮ ਬੰਦਾ ਕਰਾਂ ਐ ਕਰਕੇ ਮੈਂ ਸੌ ਜਾਵਾਂ। ਲੇਕਿਨ ਇਹ ਨਹੀਂ ਸੁੱਤਾ ਜਾ ਰਿਹਾ। ਉਹ ਖੈਰ ਉਹ ਉੱਡ ਪਿਆ ਤੇ ਉਹਨੇ ਤਪਕਾ ਚੰਗਾ ਕੀਤਾ ਉਹਨੇ। बारिश हो रही सी ਬਾਰਿਸ਼ ਹੁੰਦੀ ਸੀ ਉੱਤੇ, ਗੜੇ ਟੈਪ ਪੈ ਰਹੇ ਨੇ ਬਾਰਿਸ਼ ਦੇ, ਥੋੜੀ ਜ਼ਿਆਦਾ ਹਾਈਟ ਤੇ ਸੀ, ਡਗ 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 ਡਗ। ਤੇ ਹੁਣ
ਇਹਦੇ ਪੈਰਾਂ ਥੱਲੋਂ ਫਲੈਟ ਨਿਕਲ ਗਈ। ਇਹਦੇ ਪੈਰਾਂ ਥੱਲੋਂ ਐਸਾ। ਲੇਕਿਨ ਉਸ ਤੋਂ ਪਹਿਲੇ ਫੈਸਲ ਰਾਮੇ ਸਾਹਿਬ 에ਅਰਪੋਰਟ ਤੇ ਸਿਗਰਟ ਪੀਣ ਜਾ ਰਹੇ। ਇਹ ਦੇਖੋ ਫੈਸਲ ਰਾਮੇ ਸਾਹਿਬ 에ਅਰਪੋਰਟ ਤੇ ਸਿਗਰਟ ਦੀ ਜਗ੍ਹਾ ਲੱਭ ਰਹੇ ਤੇ ਮੈਂ ਫੈਸਲ ਸਾਹਿਬ ਨੂੰ ਕਹਿ ਰਿਹਾ ਫੈਸਲ ਸਾਹਿਬ ਇੱਧਰ ਥੱਲੇ ਦੀ ਆਓ ਜ਼ਰਾ ਮੈਂ ਤੁਹਾਨੂੰ ਸਿਗਰਟ ਪਿਆਵਾਂ ਮੌਨ। ਇਹ ਚਾਈਨਾ 에ਅਰਪੋਰਟ ਪਰ ਹਾਂਜੀ ਉਸ ਤੋਂ ਬਾਅਦ ਅਸੀਂ ਜਹਾਜ਼ 'ਚ ਬੈ ਕੇ ਦੇਖ ਲਓ ਜੀ। ਠੀਕ ਹੈ ਭਾਜੀ ਇਹ ਜਹਾਜ਼ 'ਚ ਬੈ ਗਿਆ ਸੀ। ਹੁਣ ਅਸੀਂ ਜਨਾਬ ਜੀ ਉਤਰੇ ਆ ਹਾਂ ਲੋ ਜੀ ਅਸੀਂ ਆ ਗਏ ਜੀ ਆਸਟ੍ਰੇਲੀਆ 에ਅਰਪੋਰਟ। ਸ਼ਹਿਰਾਂ ਦੇ ਕਿਤੇ ਸ਼ਹਿਰਾਂ ਅਸੀਂ ਬਣਾਇਆ ਹੀ ਨਹੀਂ ਭਾਈ। ਮੱਤ ਵੱਜੀ ਸੀ ਸਾਡੀ, ਘੰਟੇ ਦਾ ਟਾਈਮ ਸੀ ਸਾਡੇ ਕੋਲ ਤੇ ਅਸੀਂ ਉੱਥੋਂ ਉਤਰ ਕੇ ਤੁਸੀਂ ਬਹਿ ਗਏ। ਫਿਰ ਅਸੀਂ ਜਦੋਂ ਮੈਲਬਰਨ ਉਤਰਨਾ ਮੈਲਬਰਨ ਦੀ ਵੀਡੀਓ ਐਡੀ ਚੱਲਦੀ ਮਿੱਟੀ ਨਹੀਂ ਚੁੰਨੀ ਉੱਥੇ ਦੀ, ਕਿੱਥੇ ਦੀ ਆਸਟ੍ਰੇਲੀਆ ਧਰਤੀ ਦੀ। ਆਸਟ੍ਰੇਲੀਆ ਦੀ ਮਿੱਟੀ। ਆ ਮਲਕੂ ਸਾਹਿਬ ਮੇਰੇ ਨਾਲ। ਹਾਂਜੀ ਮਲਕੂ ਸਾਹਿਬ ਖਾਣਾ ਤੁਹਾਨੂੰ ਕਿਹਦਾ ਲੱਗਾ ਜਹਾਜ਼ ਦਾ? ਬਹੁਤ ਹੀ ਬੁਰਾ ਹੈ ਨਾ ਬਹੁਤ ਹੀ ਬੁਰਾ। ਕਹਿੰਦਾ ਬਹੁਤ ਹੀ ਬੁਰਾ। ਘੱਟ ਹੀ ਤੁਸੀਂ ਐਸਾ ਖਾਣਾ ਖਾਦਾ ਹੈਗਾ। ਘਰੋਂ ਕੀ ਖਾ ਕੇ ਆਏ ਸੀ? ਕਿਹੜੇ ਕੁਛ ਕਰੇਲੇ ਗੋਸ਼ਤ। ਤੇ ਘਰ ਟਿਫਨ ਕੋਈ ਨਹੀਂ ਸੀ, ਕੋਈ ਸ਼ਾਪਰ ਨਹੀਂ ਸੀ। ਉਹ ਧਿਆਨ ਨਹੀਂ ਦਿੰਦੇ ਨਾ ਯਾਰ ਸ਼ਾਮੀ ਬਣਾਣਾ ਹੈ ਇੱਕ ਬਾਜ਼ਾਰ ਹੈ ਇੱਥੇ ਬਣ ਜਾਏਗਾ। ਇੱਥੇ ਕਰੇਲੇ ਗੋਸ਼ਤ ਬਣ ਜਾਣਗੇ। ਸਭ ਕੁਝ ਬਣੇਗਾ। ਇੱਥੋਂ ਕਰੇਲੇ ਲੱਭਦੇ ਆ। ਇਹ ਅਸੀਂ ਪਹੁੰਚ ਗਏ ਆ। ਫੈਸਲ ਰਾਮੇ ਨੇ 1 ਲੱਖ ਵਾਰੀ ਪਾਣੀ ਮੰਗਾਇਆ ਜੀ ਉਹਦੇ ਕੋ। ਮਿੰਟ ਬਾਅਦ ਉਹਨੂੰ ਕਹੇ ਆ ਦੇ ਜਾ ਆ ਦੇ ਜਾ ਆ ਵਾਪਸ ਲੈ ਜਾ ਆ ਬਦਲਾ ਕੇ ਦੇ ਜਾ। ਉਹਨੇ ਇਹਨੂੰ ਕਿਹਾ ਕਿ ਚਾਈਨੀਜ਼ ਹੈ। ਚਾਈਨੀਜ਼ ਉਹਨੇ ਫਿਰ ਐਂਡ ਤੇ ਨਾ ਅੱਧੀ ਕੁ ਫਲੈਟ ਤੋਂ ਬਾਅਦ ਉਹਨੇ ਕੋ ਐਸੇ ਕੋ ਲਫ਼ਜ਼ ਇਸਤੇਮਾਲ ਕੀਤਾ। ਮੈਂ ਕਿਹਾ ਸਾਜੀ ਇਹ ਚਾਈਨੀਜ਼ ਨਹੀਂ ਹੈਗੀ। ਆਹੋ ਇਹ ਤਕਰੀਬਨ ਅਸੀਂ ਬੈਗ ਲੈ ਕੇ ਤੇ ਬਾਹਰ ਜਾ ਰਹੇ ਹਾਂ। ਬੈਗ ਲੈ ਲੈਣੇ ਤੇ ਉਹਨਾਂ ਦੋਵਾਂ ਨੇ ਵੀ ਲੈ ਲੈਣੇ ਬੈਗ। ਇਹ ਹੁਣ ਅਸੀਂ ਇਹ ਬਾਹਰ ਅਸੀਂ ਆ ਗਏ। ਇਹ ਦੇਖੋ ਜੀ ਨਾਜ਼ਰੀਨ ਸਾਰੇ ਉਹ ਕਰਨ ਤੋਂ ਬਾਅਦ ਬਾਹਰ ਆ ਗਏ। ਹੁਣ ਮੈਂ ਦੇਖਦਾ ਵੀ ਕੌਣ ਆ ਰਿਹਾ ਇੱਥੇ ਸਾਨੂੰ ਲੈਣ। ਸਾਡੀ ਉਹ ਵੀਡੀਓ ਬਣਾਈ ਜਿੱਥੇ ਭਾਈ ਫੈਸਲ ਦੇ ਸਿਰ ਫੜੇ ਗਏ ਸੀ। ਆ ਸਕਾਈ ਟ੍ਰੈਂਡ ਇਹ ਸਾਹਮਣੇ ਸਕਾਈ ਟ੍ਰੈਂਡ ਖੜਾ। ਸਕਾਈ ਟ੍ਰੈਂਡ ਆ ਦੇਖ ਸਕਾਈ ਕੀ ਹਾਲ ਠੀਕ ਠਾਕ। ਉਹ ਪਿੱਛੇ ਨਿਸ਼ਾਨ ਸਾਹਿਬ ਖੜੇ ਨੇ, ਸਲਮਾਨ ਭਾਈ ਖੜੇ ਨੇ। ਇਹ ਨਿਸ਼ਾਨ ਭਾਈ ਨੇ, ਇਹ ਸਲਮਾਨ ਭਾਈ ਨੇ। ਠੀਕ ਹੈ ਜੀ ਸਾਰੇ ਮਿਲ ਗਏ ਸਾਨੂੰ। ਠੀਕ ਹੈ ਸਾਹਿਬ ਮਿਲਿਆ ਭੱਟੀ। ਇਹ ਜਿਹੜਾ ਕੀ ਹਾਲ ਹੈ ਐਨਕਾਂ ਵਾਲਾ ਲਾਲ ਸ਼ਰਟ ਵਾਲਾ। ਓਏ ਕੀ ਹਾਲ ਹੈ? ਓਏ ਹੋਏ ਮਾਸ਼ਾਅੱਲਾ ਸਭ ਵਧੀਆ ਠੀਕ ਠਾਕ। ਕੀ ਹਾਲ ਹੈ? ਠੀਕ ਹੈ ਜੀ। ਇਹ ਹੁਣ ਅਸੀਂ ਇੱਥੋਂ ਨਿਕਲ ਗਏ। ਇਹ ਹੁਣ ਅਸੀਂ ਗੱਡੀ 'ਚ ਪੈ ਕੇ ਜਾ ਰਹੇ ਹਾਂ। ਅਸੀਂ ਹੁਣ ਚੱਲੇ ਆ ਕਿਤੇ ਕਾਨਫਰੰਸ ਵਗੈਰਾ। ਇਹ ਹੁਣ ਅਸੀਂ ਸਭ ਤੋਂ ਪਹਿਲੇ ਇੱਕ ਹੋਟਲ 'ਚ ਗਏ ਸੀ ਜਿੱਥੇ ਅਸੀਂ ਖਾਣਾ ਖਾਧਾ ਬਹੁਤ ਮਜ਼ੇਦਾਰ ਔਰ ਥੋੜਾ ਜਿਹਾ ਇਵੈਂਟ ਦੇ ਬਾਰੇ ਹੀ ਦੱਸਿਆ। ਇੱਥੇ ਭਾਵੇਂ ਅਸੀਂ ਖਾਣਾ ਖਾਧਾ ਸੀ। ਖਾਣਾ ਖਾ ਕੇ ਥੋੜਾ ਜਿਹਾ ਪ੍ਰੈਸ ਕਾਨਫਰੰਸ ਕੀਤੀ ਸੀ। ਠੀਕ ਆ ਜੀ। ਪਾਰਲੀਮੈਂਟ ਦਾ ਕੀ ਚੱਕਰ ਹੋ? ਓਏ ਤੁਸੀਂ ਗਏ ਹੋ ਵੱਡਾ ਕੰਮ ਸਰਕਾਰੀ ਸੀ। ਸਤਹ ਤੇ ਪਹੁੰਚੇ ਪਏ। ਹਾਂਜੀ ਸਹੀ ਪਾਰਲੀਮੈਂਟ ਦੀ ਨਹੀਂ ਬਣੀ ਵੀਡੀਓ। ਬਣਾਈ ਸੀ। ਉਹ ਹਲੇ ਕੋਰਸ ਨਹੀਂ ਨਾ ਆਇਆ। ਮੇਰੇ ਤਾਇਆ ਜੀ ਨੇ ਇਹ ਸਾਡੇ ਸ਼ੋਅ। ਮੈਂ ਕਿਹਾ ਸਕਾਈ ਭਾਈ ਤੁਹਾਡੇ ਵਾਲ ਹੈ ਨਹੀਂ? ਕਹਿੰਦੇ ਨਹੀਂ ਮੈਂ ਕਟੱਪਾ ਦਾ ਫੈਨ ਆ। ਬੜੀ ਹੈ ਆ ਗਿਆ ਜੀ ਉੱਥੇ ਦਾ ਪਾਰਲੀਮੈਂਟ ਹਾਊਸ ਜਿੱਥੇ ਸਾਈ ਤੁਸੀਂ ਉਹ ਖਿਤਾਬ ਜਿਹਾ ਕੀਤਾ ਸੀ ਖਲੋਗੇ। ਹਾਂਜੀ ਬੜੀ ਗੱਲ ਹੈ ਸਰ ਜੀ। ਆਮ ਬੰਦੇ ਦੀ ਐਂਟਰੀ ਨਹੀਂ ਹੈ ਇੱਥੇ। ਨਹੀਂ ਹੈ। ਅੱਛਾ ਉਹ ਚਾਹ ਪੀ ਉਹਦੇ ਅੰਦਰ ਜਾ ਕੇ ਕੋਈ ਵੀ। ਨਹੀਂ ਸਟਾਰ ਜੀ ਆਪ ਬੰਦਾ ਪਰਲੀ ਸ਼ਹਿਰ ਤੋਂ ਜਾਂਦਾ ਵਸੇ। ਹਾਂ ਉਹੀ ਲੇਕਿਨ ਇਹ ਖਾਸ ਨੇ। ਚਾਹ ਪੀ ਤੁਸੀਂ ਚਾਹ ਪੀ ਸਕਦੇ ਕੋਈ ਡਰ ਨਹੀਂ। ਆ ਦੇਖੋ ਭਾਜੀ ਇਹ ਸਾਨੂੰ ਬਰੀਫਿੰਗ ਦੇ ਰਿਹਾ ਬੰਦਾ। ਇਹ ਉੱਥੇ ਦਾ ਸਾਜੀ ਐਮਪੀ ਜੇ ਇੱਥੇ ਵਾਲ ਤੇ ਵਾਲ ਕਿਉਂ ਤਾਂ ਇਹ ਹਿਸਟਰੀ ਆਵਾ ਸਾਡੀ ਆਵਾ ਕਰਦਾ ਭਾਈ। They were self-governing, and when we federated in 1901, certain powers were given to the federal parliament, and then called the states. ਲੇਕਿਨ ਇਹਦੇ ਨਾਲੋਂ ਕੌਮੀ ਦੀ ਮਾਰ ਕੀ ਸੋਣੀ। ਤਾਜੀ ਨੂੰ ਦੱਸੋ ਜਿਹੜਾ ਗੋਲਡ ਦਾ ਕੰਮ ਹੋਇਆ ਆ ਦੇਖ ਚਾਚੀ ਉਹ ਇਹ ਪਕਟੋਰੀਆ ਇਹਨਾਂ ਦੀ ਹਾਂਜੀ ਜਿਹਨੇ ਦਰਿਆਫਤ ਕੀਤਾ ਸੀ ਸਾਜੀ। ਨਹੀਂ ਪਕਟੋਰੀਆ ਨੇ ਐਨੇ ਖਾਲਾ ਨੇ ਬਣਾਇਆ। ਐਸ ਖਾਲਾ ਨੇ ਬਣਾਇਆ ਹੀ ਗਿਆ। ਐਸੇ ਬਣਾਇਆ। ਇਹ ਹਾਂਜੀ ਮਲਕਾਲੀ ਬੜੀ ਸੱਸ ਹੈ ਇਹ ਜੀ ਪਕਟੋਰੀਆ। ਆ ਦੇਖੋ ਉੱਤੇ ਸੋਨਾ ਲੱਗਾ ਸੀ ਕਈ ਕਿਲੋ। ਹਾਂਜੀ ਕਿਲੋਆਂ ਦੇ ਹਿਸਾਬ ਨਾਲ ਇੱਥੇ ਅੰਦਰ ਸੋਨਾ ਲੱਗਾ ਉੱਤੇ। ਤੁਹਾਨੂੰ ਹਾਂ ਤਾਂ ਮਕਨਤੀਸ ਲੈ ਕੇ ਫਿਰਦੇ ਉਹਨੂੰ ਵਿੱਚ। ਆ ਹੁਣ ਇੱਥੇ ਇੱਕ ਬੰਦਾ ਆਏਗਾ ਉਹ ਤੁਹਾਨੂੰ ਉਰਦੂ 'ਚ ਦੱਸੇਗਾ ਸਾਰਾ ਕੁਝ। ਭਾਜੀ ਇਹ ਕੌਣਗੇ ਹੁਣ?
ਤੇ ਭਾਈ ਫੈਸਲੇ ਕਦੋਂ ਲੱਗੇ ਆ ਵੀ ਉਹ ਇੰਗਲਿਸ਼ ਚ ਗੱਲ ਕਰ ਰਿਹਾ ਤੇ ਫੈਸਲ ਦਾ ਮੂੰਹ ਵੇਖੀ ਆ ਦੇਖਿਓ ਉਹ ਦੇ ਉਹ ਕਹਿੰਦਾ ਓਕੇ ਓਕੇ ਹਾਂਜੀ ਮਿੱਠਾ ਤਾਂ ਹੈ ਨਹੀਂ ਇੱਥੇ ਉਹ ਬੜੇ ਆ ਭਾਈ ਆਇਆ ਉਹਨੂੰ ਸਮਝਾਓ ਸਾਨੂੰ ਆ ਜੀ और ये जो सारे कैमरास देख रहे हैं ना आप, ये सारे कैमरे ये रिकॉर्डेड होते हैं 24/7 और ये आपके स्पीकर वहाँ बैठती है और जो है ना वो फिर डिप्टी प्रीमियर और बाकी फिर यहाँ पे एक और बैठती है अटॉर्नी जनरल यूजुअली और फिर ये आपकी फर्स्ट लेयर है जो जो कहते हैं ना कैबिनेट मिनिस्टर्स जो फर्स्ट फ्रंट बेंचर्स जिसको कहते हैं वो इधर होते हैं सारे। ਇੱਧਰ ਚੈੱਕ ਕਰੋ ਓਏ ਕਿਉਂ ਐਸੀ ਭਾਜੀ ਹੋਰ ਕੋਈ ਕਿਉਂ ਪੰਜਾਬ ਸਪੀਕਰ ਢਾੜਲੀ ਮਿੰਟ ਬੈਠੇ ਸਪੀਕਰ ਲੱਗਦਾ ਕਿ ਨਹੀਂ ਪੰਜਾਬ ਦਾ ਆਸਟ੍ਰੇਲੀਆ ਚ ਅੰਗਰੇਜ਼ ਕਹਿ ਰਹੇ ਫਖਰੇ ਝੰਡਾ ਪੀਰ ਬਿਟਾ ਗੁਰੀਆ ਸਾਹਿਬ ਲੈ ਫਖਰੇ ਝੰਡਾ ਵੀ ਦੁਨੀਆ ਦੀ ਵੱਡੀ ਜਗ੍ਹਾ ਉਹਦੇ ਕਸਮੇ ਵੀ ਯਾਰ ਭਾਈ ਸੱਚੀ ਭਾਈ ਬੋਰ ਹੀ ਰਿਹਾ ਵਾ ਤੁਸੀਂ ਯਕੀਨਨ ਇਹਨਾਂ ਤੋਂ ਕੰਨੀ ਭੰਨਦੇ ਫਿਰਦੇ ਮੈਂ ਯਾਰ ਹੈਪੀ ਮਸੇ ਮਸਕੂਲਟੀਆਂ ਇਹ ਇਹਨਾਂ ਦਾ ਜਿਹੜਾ ਲਾਇਬ੍ਰੇਰੀ ਓਏ ਲਾਇਬ੍ਰੇਰੀ ਚੈੱਕ ਕਰ ਔਰ ਜਿਹੜੀ ਕਿਤਾਬ ਨਹੀਂ ਪਛਾਰਾ ਛੋਟੀ ਗਲਤੀ ਪੜੂ ਵੀ ਪਈ ਉੱਤੇ ਉਮਰੋ ਯਾਰ ਦੀਆਂ ਕਹਾਣੀਆਂ ਵੀ ਪਈਆਂ ਹਨਾ ਇੱਥੇ ਨਹੀਂ ਸਾਜੀ ਸੋਨਾ ਲਾਇਆ ਛੱਤ ਨੂੰ ਸਾਰੀ ਜਗ੍ਹਾ ਤੇ ਲੱਗਾ ਸੋਨਾ ਉਹ ਮੇਰੇ ਭਾਜੀ ਹੁਣ ਵੀਜ਼ਾ ਵਾਲੇ ਉਧਰ ਦਾ ਗੁੱਟ ਵੜ ਦਿੰਦੇ ਆ ਮਿੱਠੇ ਜਾਣਾ ਇੱਕ ਵਾਰ ਤੇ ਇੰਨੇ ਪੈਸੇ ਲਾ नहीं 25 2.5 लाख अच्छा 2.5 लाख किलो आउंस मिला था 1910 टन बन गया तो वो मुझसे इसमें 1,25,000 किलो गोल्ड मिला था। ये पहला साल था। और इनको ये भी पहले बताइए साल है कि होते हैं जी जी अभी भी जो अभी सोना निकालते भी हैं, हाँ, लोग निकालते हैं। निकालते हैं। ज़रात अभी भी आते हैं वहाँ पे वो पानी और इनको ये भी बताएं कि ऑस्ट्रेलिया वन ऑफ द बिगेस्ट एक्सपोर्टर है गोल्ड का। जी ऑस्ट्रेलिया was one of the- और बाजी को जब बाजी को पता चला कि भाई ऐसे इतना है तो बाजी ने फिर वो जगहों को इसको ये जो पूरी स्टेट थी ना अपने अंडर ले लिया उसका स्टेट का नाम ये हो गया विक्टोरिया इस स्टेट के अंदर ये है ना और मेलबर्न उस टाइम पे नहीं था ये 1851 में मिला जी गोल्ड जो मिला पहली दफा ये पहली दफा फाउंड हुआ था फर्स्ट टाइम Okay. उसके बाद उन्होंने हर साल निकाला है बहुत सी की तादाद उन्होंने लिखी नहीं कितनी बट इससे उन्होंने पहले ही की बताने की कोशिश करी कि नहीं first तब यहाँ पे गवर्नमेंट किसकी थी मतलब कौन सा यहाँ का? क्वीन की थी अच्छा इनकी क्वीन गवर्नमेंट का और यहाँ की आबादी कितनी थी मतलब किस तरह था ये ऑस्ट्रेलिया क्या शक्ल मुझे थी इसके बाद ही नहीं पता बट आई थिंक इट्स नॉट अ लॉट बिकॉज सिर्फ वहां से लोगों को लेकर आते थे वहां से बोट में 10 पाउंड लेके लोग बैठते थे बोट में यूके से और यहाँ के सेक्टर नहीं यहाँ पे गवर्नमेंट तो होगी ना विक्टोरिया वही था पहले गवर्नमेंट ही विक्टोरियन क्वीन पहले यहाँ पे जंगलात ओके, में ओके। जंगली लोग रहते थे हाँ जो ताजे बरतानिया ने अपने जहाज भेज के अपने बच्चे भेज के डाकू चोर सब फराडिये देते ओके, थे। ओके, ओके। उन्होंने कुट मार के इन्होंने कब्जा कर हाँ बिल्कुल कब्जा कर लिया इनका अपना हो गया उसके बाद इन्होंने गोल्ड निकालना शुरू करा जब इनको पता चला यहाँ से गोल्ड निकल रहा तो फिर ये 1896 तक निकालते रहे 1900 टन 1851 से 1896 तक निकालते गए प्रेजेंटेशन के हिसाब से 1900 टन गोल्ड निकाला जी जो कि इट्स नॉट एन एक्यूरेट फिगर टन तो इधर ही लगा हाँ सही बात दे हैड लॉट ऑफ गोल्ड अगर हुन भी इधर फिर उन्होंने बोला कि हमारी शिप्स आ रही हैं उनको किसी प्रॉपर जगह पे पाके तो सिडनी न्यू साउथ वेल्स तो साउथ वेल्स जिस तरह उधर साउथ वेल्स है तो वेल्स है साउथ वेल्स है तो यहाँ पे न्यू साउथ वेल्स बना उस तरीके से क्योंकि उसको ये लोग यूके को पूरा रेप्लिकेट कर रहे थे ਸਾਜੀ ਨੂੰ ਦੱਸਿਆ ਸੀ ਬੰਦਾ ਢੀਲਾ ਮਿਲਿਆ ਬੰਦਾ ਢੀਲਾ ਬੰਦੇ ਦਾ ਹੀ ਸੀਗਾ ਪਰ ਇੱਥੇ ਕਿਸੇ ਦੇ ਘਰੋਂ ਇੰਨੀ ਚਪਟੀ ਨਿਕਲ ਆਵੇ ਉਹ ਬਸ ਹੀ ਆ ਚੈਸ ਸਾਡੀ ਹੈ ਤਾਂ ਜਿਹੜਾ ਸਾਡੇ ਤੇ ਪਤਾ ਨਹੀਂ ਹਾਂਜੀ ਉਹ ਬੰਦਾ ਲੱਭੀ ਗਿਆ ਅੱਛਾ ਹੁਣ ਤੁਸੀਂ ਅਗਲੀ ਮਜ਼ੇ ਦੀ ਗੱਲ ਦੇਖਣੀ ਹੈ ਕਿ ਉਹਨੇ ਸਾਰਾ ਕਹਿਤਾ ਫੈਸਲ ਨੂੰ ਕਿ ਇਹ ਵੀ ਸੋਨਾ ਵਾ ਇਹ ਵੀ ਸੋਨਾ ਵਾ ਇਹ ਵੀ ਸੋਨਾ ਇਹ ਵੀ ਸੋਨਾ ਤੇ ਹਰਕਤ ਫੈਸਲ ਦੀ ਚੈੱਕ ਕਰਨਾ ਕਿ ਫੈਸਲ ਹੁਣ ਸੋਨੇ ਦੀ ਤਲਾਸ਼ ਚ ਪਾਰਲੀਮੈਂਟ ਹਾਊਸ ਦੇ ਅੰਦਰ ਹੀ ਕੀ ਆਈਟਮ ਕਰ ਰਿਹਾ ਇਹ ਦੇਖੋ ਯਾਰ ਪਾਰਲੀਮੈਂਟ ਹਾਊਸ ਦਾ ਤੋੜਤਾ ਯਾਰ ਦੱਸ ਨਾਲ ਨਾਲ ਦੇ ਦੋ ਵੀ ਜੇਲ੍ਹ ਚ ਹੋਣੇ ਸੀ ਦੋਵੇਂ ਐਵੇਂ ਉਹ ਹੁਣ ਸੀ ਮੈਂ ਤੇ ਇੰਗਲਿਸ਼ ਗੱਲ ਫਰਵਰ ਕਰਦਾ ਸੀ ਬਿੱਕਾ ਕੋਲੇ ਕੁਛ ਲੈ ਗਿਆ ਜੀ 50 ਰੁਪਏ ਕੇ ਆ ਸਾਨੂੰ ਭਾਈਆਂ ਨੇ ਉਹਨਾਂ ਨੇ ਬੁੱਕਸ ਦਿੱਤੀਆਂ ਉਹ ਸਾਰਾ ਕੁਝ ਜਿਹੜਾ ਹਿਸਾਬ ਕਿਤਾਬ ਠੀਕ ਹੈ ਜੀ ਤੋਰੀ ਵਾਲੀਆਂ ਹਾਂਜੀ ਔਰ ਮੌਸਮ ਮੈਲਬਰਨ ਦਾ ਭਾਣ ਇੱਕ ਦਿਨ ਚ 28 ਮੌਸਮ ਨੇ ਉੱਥੇ
ਹੁਣੇ ਸਰਦੀ ਆ, ਥੋੜੀ ਦੇਰ ਬਾਅਦ ਗਰਮੀ ਆ, ਥੋੜੀ ਦੇਰ ਬਾਅਦ ਧੁੰਦ ਪੈ ਰਹੀ ਹੈ, ਮਤਲਬ ਬਹੁਤ ਹੀ ਸਰਦੀ ਆ। ਥੋੜੀ ਦੇਰ ਬਾਅਦ ਬਿਲਕੁਲ ਹੀ ਸ਼ਰਟਾਂ ਲਾਉਣ ਨੂੰ ਦਿਲ ਕਰ ਰਿਹਾ ਹੈ। 2-2 3-3 ਘੰਟੇ ਬਾਅਦ ਮੌਸਮ ਚੇਂਜ। ਹਾਂਜੀ ਆ ਦੇਖੋ ਲਾਲ ਰੰਗ ਦੀ ਟ੍ਰੇਨ ਜਾ ਰਹੀ ਉੱਥੇ ਮੈਲਬਰਨ। ਹਾਂ ਯਾਰ ਕੀ ਸ਼ਹਿਰ ਹੈ ਕਸਮੇ ਚੈੱਕ। ਉੱਥੇ ਵੀ ਚੜਾਤੀਆਂ ਮਰੀਮ ਨਵਾਜ਼ ਸਾਹਿਬਾ ਦੀ ਵਾਹ 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 ਸੁਭਾਨ ਅੱਲਾ ਯਾਰ। ਲਾਲ ਟ੍ਰੇਨ ਸਾਡੀ ਮੰਨਦੇ ਉੜ ਗਈ ਰੇ ਮੇਰੇ ਹਵਾ ਕੇ ਚੌਂਕੇ ਚ। ਮੈਟਰੋ ਸੁਭਾਨ ਅੱਲਾ ਮੈਂ ਦਰਖਤ ਵੇਖ ਕੇ ਹੀ ਪਾਗਲ ਹੋ ਗਿਆ ਸੀ ਕਿ ਯਾਰ ਕਿਹੜਾ ਦਰਖਤ ਆ। ਅੰਬ ਦਾ ਥਾ ਜੀ। ਓਏ ਇਹ ਕੰਬ ਦਾ ਵਾ ਹਾਂ ਵੱਡਾ ਦਰਖਤ ਚੈੱਕ ਕਰੋ। ਆ ਅਸੀਂ ਆ ਗਏ ਸੀ ਸਟੇਡੀਅਮ, ਮੈਲਬਰਨ ਸਟੇਡੀਅਮ, ਜਿੱਥੇ ਅਸੀਂ ਵਰਲਡ ਕੱਪ ਜਿੱਤਿਆ ਸੀ। ਆਹ ਦੇਖ ਲਓ ਇਹ ਉਹਦੇ ਬਾਹਰ ਲੱਗੇ ਨੇ ਸਟੈਚੂ ਲੱਗੇ ਨੇ ਬਾਹਰ। ਵਰਲਡ ਕੱਪ ਵਿਨ ਹੋਇਆ। ਹਾਂਜੀ ਫੁੱਟਬਾਲ ਵੀ ਇੱਥੇ ਕੈਸਾ ਸਟੇਡੀਅਮ ਆ। ਫੁੱਟਬਾਲ ਵੀ ਉੱਥੇ ਮੈਚ ਹੁੰਦਾ, ਕ੍ਰਿਕਟ ਦਾ ਵੀ ਹੁੰਦਾ। ਪਿੱਚ ਪੂਰੀ ਉਹਨਾਂ ਨੇ ਉੱਥੋਂ ਕੱਟ ਕੇ ਨਾ ਪੂਰੀ ਪਿੱਚ ਲਵੇਟ ਕੇ ਤੇ ਰੱਖੀ ਹੈ। ਥੱਲੋਂ ਜ਼ਮੀਨ ਹਾਂ ਨਹੀਂ ਪਿੱਚ ਐਸੀ ਉਹਨਾਂ ਨੇ ਪੂਰੀ ਤੈਅ ਕਰਕੇ ਨਾ ਜਾਂ ਉਹਦੀ ਜਸਟੇਬਲ ਤੇ ਸੇਵ ਕੀਤੀ ਹੈ। ਜਿਹਦਾ ਸਾਫ ਨਹੀਂ ਬੈਠੀ ਜਦੋਂ ਕ੍ਰਿਕਟ ਦਾ ਮੈਚ ਹੁੰਦਾ ਪਿੱਚ ਲਿਆਉਂਦੇ ਉੱਥੇ ਪਾ ਕੇ ਸੈੱਟ ਤੇ ਘਾਹ ਮਿੱਟੀ ਪਾ ਕੇ 10-15-20 ਦਿਨ ਚ ਮਹੀਨੇ ਚ ਸਾਰਾ ਰਲ ਜਾਂਦਾ ਤੇ ਉੱਥੇ ਕ੍ਰਿਕਟ ਦਾ ਮੈਚ ਕਰਾ ਲੈਂਦੇ। ਉਹ ਸਾਰੀਆਂ ਖੇਲਾਂ ਉੱਥੇ ਹੋ ਜਾਂਦੀਆਂ। ਸਾਰੀਆਂ ਖੇਲਾਂ ਉੱਥੇ ਹੁੰਦੀਆਂ। ਯਾਰ ਪੂਰੀ ਸਖਤ ਰੈਲ ਵੇਟਦੇ ਆ ਪਿੱਛੇ। ਆਹ ਚੈੱਕ ਕਰੋ ਜ਼ਰਾ ਆ ਫੁੱਟਬਾਲ ਦੀ ਵੀ ਆ ਦੇ। ਠੀਕ ਹੈ ਤੁਹਾਨੂੰ ਮੈਂ ਤਸਵੀਰ ਹੋਣਾ ਰਾਮੇ ਸਾਹਿਬ ਦੀ ਆ ਦੇ ਉਹਨਾਂ ਦੇ ਹੱਥੋਂ ਖਿੱਚ ਰਹੇ ਨੇ ਪੈਣ। ਆ ਚੈੱਕ ਕਰੋ ਜ਼ਰਾ ਇਹ ਅੱਛੀ ਤਸਵੀਰ ਹੈ। ਅੱਛੀ ਹੈ ਨਾ। ਤੇ ਮੈਂ ਖਿੱਚੀ ਮੈਂ ਕਿਹਾ ਫੈਸਲਾ ਨੂੰ ਫੜ। ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਲੋਕਾਂ ਨੇ ਵਰਲਡ ਕੱਪ ਦੇਖਿਆ ਸੀ। ਅੰਦਰ ਸੇ ਅੰਦਰ ਚਲ ਗਏ ਅਸੀਂ ਵਿੱਚ ਚਲ ਗਏ ਆ। ਇਹ ਸਟੇਡੀਅਮ ਭਾਜੀ ਓਏ ਹੋਏ ਕੀ ਯਾਦਾਂ ਸੁਨਹਿਰੀਆਂ ਯਾਦਾਂ ਹੈ ਨਾ? ਬਸਤਾ ਤਾਂ ਜੀ ਬਹੁਤ ਬੰਬੂ ਸਟੇਡੀਅਮ ਹਾਂਜੀ ਆ ਦੇਖ ਲਿਆ। ਓਏ ਹੋਏ ਆ ਮੈਂ ਖੜਾ ਉੱਥੇ ਪਾਇਆ ਜਿੱਥੇ ਕਦੀ ਤਮਾਸ਼ਾ ਹੀ ਬੈਠੇ ਹੋਣਗੇ ਤੇ ਸਾਡੀ ਪਾਕਿਸਤਾਨੀ ਟੀਮ ਖੇਡ ਵੀ ਹੋਈ ਹੈਨਾ। ਹਿਸਟੋਰੀਕਲ ਬਾਤ ਹੈ ਸਰ। ਸਾਜੀ ਸਟੇਡੀਅਮ ਰੂਮ ਚ ਪਾਕਿਸਤਾਨੀ ਪਲੇਅਰ ਤਸਵੀਰਾਂ ਕਾਫੀ ਲੱਗੀ। ਇਹ ਅਸੀਂ ਉੱਥੇ ਜਨਾਬ ਜੀ FM ਤੇ ਸ਼ੋਅ ਕੀਤਾ। ਉੱਥੇ ਦੇ ਮੈਲਬਰਨ ਦੇ FM ਗਵਰਨਮੈਂਟ ਦਾ FM ਸੀ ਉੱਥੇ ਅਸੀਂ ਪੂਰਾ ਸ਼ੋਅ ਕੀਤਾ ਜੀ FM ਦਾ। ਉਹਨਾਂ ਦਾ ਰੇਡੀਓ ਵੀਡੀਓ ਵੀ ਨਾਲ ਰਿਕਾਰਡ ਹੋਈ ਸੀ। ਸਾਡੀ ਗਵਰਨਮੈਂਟ ਨੇ ਆ ਚੈੱਕ ਕਰ ਕਰਨ ਦੀ ਕੋਸ਼ਿਸ਼ ਕੀਤੀ। ਆ ਚੈੱਕ ਕਰ ਗੋਰੇ ਵੀ ਮਾਨੀ ਨੇ। ਉਹਦੇ ਚਰਚ ਉਹਦੇ ਖੂਬਸੂਰਤੀ ਚੈੱਕ ਕਰ। ਆਰਕੀਟੈਕਚਰ ਹੈ। ਹਾਂ ਕੈਸਾ ਆ ਪੁਰਾਣੀਆਂ ਬਿਲਡਿੰਗਾਂ ਮਿਲੀਆਂ ਵਿੱਚ ਕਈ। ਉੱਥੇ ਇੱਕ ਬੜਾ ਅਜੀਬ ਜਾਨਵਰ ਸੀ ਆ ਦੇ। ਆਹੋ ਇਹ ਕਵਾਲਾ। ਉਹ ਹਾਂ ਇਹ ਬੜੀ ਹੈ ਨਾ। ਸਾਜੀ ਇੱਕ ਮਿੰਟ ਦਿਖਾਈਓ। ਆ ਦੇਖੀਏ ਜਰਾ ਗਵਾਲਾ ਕਵਾਲਾ ਆ ਦੇਖ ਕਵਾਲਾ ਪਤਾ ਹੀ ਹਾਂਜੀ ਅੰਕਲ ਟੈਪ ਨੇ। ਲਓ ਜੀ ਆ ਸਾਰੇ ਕਾਂਗਰੂ ਦੇਖ ਲਓ ਤੁਸੀਂ ਪਹਿਲੇ ਸਾਹਿਬ। ਆ ਦੇਖੋ ਝੋਲੀ। ਅਰੇ ਕੈਂਗਰੀ ਆ ਕੈਂਗਰੀ ਉਹਦੇ ਅਰੇ ਵਾਹ ਵਾਹ। ਅਸੀਂ ਤੇ ਕਿੰਨੀਆਂ ਗੱਲਾਂ ਕੀਤੀਆਂ ਕੈਂਗਰੂ ਦੀਆਂ। ਆ ਦੇਖ ਲੈ ਝੋਲੀ 'ਚ ਲੈ ਕੇ ਬੈਠੇ ਬੱਚੇ ਹਨਾ। ਨਹੀਂ ਇਹ ਜੋ ਪਤਾ ਨਹੀਂ ਬੱਚਾ ਡਿੱਗਦਾ ਨਹੀਂ ਅੱਗੇ ਨੂੰ। ਨਹੀਂ ਭਾਜੀ ਨਹੀਂ ਡਿੱਗਦਾ। ਸੇਪਾ ਕਾਲੂ ਜੀ ਇੱਕ ਜ਼ਿਪ ਭਰ ਗਈ ਹੈ ਥੱਲੋਂ ਇੱਕ ਹੋਰ ਖੁੱਲ ਜਾਂਦੀ ਹੈ। ਬਟ ਵਾਟ ਹੈ ਨਹੀਂ ਟੈਚੀ ਤੇ ਹੈ। ਹਾਂਜੀ ਮਿਠਾਈ ਤੁਸੀਂ ਫੇਰ ਲਿਆ ਆਸਟ੍ਰੇਲੀਆ। ਲੋ ਜੀ ਚਲੋ ਕਿਹੜਾ ਕੋਈ ਕਿਤੇ ਭੌਲ ਗਿਆ ਬਣ ਗਿਆ ਫਿਰ ਵਿੱਚ ਮੈਂ ਕੁਝ ਹੋਰ ਵੀ ਵੀਡੀਓਜ਼ ਬਣਾਈਆਂ ਸੀ ਫਿਰ ਉਹ ਮੈਂ ਤੁਹਾਨੂੰ ਵੈਸੇ ਭੇਜ ਦਿੰਦਾ। ਸਾਜੀ ਉੱਥੇ ਮਿੱਠਾ ਅੰਗਰੇਜ਼ਾਂ ਨੂੰ ਚੈਲੰਜ ਕਰਿਆ ਕਹਿੰਦਾ ਤੁਸੀਂ ਹੁਣ ਕੈਂਗਰੂ ਦੇਖੇ ਸਾਡੇ ਪੈਰਾਂ 'ਚ ਰਹੇ ਨੇ। ਲਾਈਵ ਤੋਤੇ ਵਾਲੀ ਵੀਡੀਓ ਤੋਂ ਜਿਹੜੀ ਤੋਤਾ ਲੱਭਾ ਸੀ ਭਾਈ ਫੈਸਲਾ ਚੁੱਕਿਆ ਸੀ ਉਹਨੇ ਬਣਾਈ। ਬਦਤਮੀਜ਼ ਤਾਂ ਸੀ ਉਹ। ਬਾਤ ਵੀ ਥੋਪ ਗਿਆ ਇੱਥੇ ਇਹਨਾਂ ਬਦਤਮੀਜ਼ੀ ਕੀਤੀ ਉਹਨੇ। ਲਓ ਜੀ ਭਾਜੀ ਇਹ ਭਾਜੀ ਜਿਹੜਾ ਸਾਡਾ ਜਿਹੜਾ ਪਿਆਰ ਕੀਤਾ ਸਾਡਾ ਜਿਹੜਾ ਗੁਰਪ੍ਰੀਤ। ਹਾਂ ਗੁਰਪ੍ਰੀਤ ਇਹ ਗੁਰਪ੍ਰੀਤ ਭਾਜੀ ਠੀਕ ਹੈ ਜੀ ਮਿਲਦੇ ਆ। ਇਹਨੇ ਬਹੁਤ ਚੁੰਮੀਆਂ ਲਈਆਂ ਮੇਰੀਆਂ। ਪ੍ਰੀਤ ਭਾਜੀ ਹਾਏ ਆ ਭਾਜੀ ਦੇਖ ਲਓ ਆ ਮੇਰੀ ਇੱਕ ਭੈਣ ਆ ਨੇ ਲਿਖਿਆ ਟੂ ਸਜਾਦ ਜਾਨੀ ਕੀ ਚਾਹ ਫਰੋਮ ਸਾਦੀਆ ਐਹਸਾਨ ਮੇਰੀ ਬਾਜੀ। ਮੇਰੇ ਵਾਸਤੇ ਪੰਜੀਰੀ ਟੈਪ ਨਹੀਂ ਹੁੰਦਾ ਜਿਹੜਾ ਭਾਂਡਾ ਟੈਪ ਉਹ ਏਡਾ ਖੂਬਸੂਰਤ ਬਣਾ ਕੇ ਲਈ ਭੈਣ ਇਹ ਐਦਾਂ ਪੈਕ ਕਰਕੇ ਸ਼ੋਅ ਤੇ। ਠੀਕ ਆ ਜੀ ਵਾਹ ਵਾਹ ਹਾਂਜੀ ਦਾ ਭਾਂਡਾ ਬੜਾ ਬਸ ਹਾਂਜੀ। ਇਹ ਭਾਜੀ ਸਾਡੇ ਉੱਥੇ ਦੇ ਬਹੁਤ ਪਿਆਰੇ ਸਾਡੇ ਮਿੱਤਰ ਹਸਨ ਭਾਜੀ
ਤਸਵੀਰ ਚੈੱਕ ਕਰੋ ਬਾਈ ਨਾਈਸ ਮੈਨ ਸੀ ਸਰ ਹਸਨ ਭਾਜੀ ਹੈ ਮਾਸ਼ਾਅੱਲਾ ਲਵ ਯੂ ਭਾਜੀ ਅੱਛਾ ਜੀ ਉਸ ਤੋਂ ਬਾਅਦ ਹੋਰ ਕੌਣ ਓਏ ਪਹਲੇ ਸਮੁੰਦਰ ਅਪੋਲੋ ਯਾਦ ਆ ਹਾਂਜੀ ਕੈਮਰੀ ਕਿਹੜਾ ਪੋਗਾ ਹੈ ਸ਼ੂਟ ਵੀ ਹੋਇਆ ਨਾ ਸ਼ਾਹਰੁਖ ਖਾਨ ਬਟ ਬਾਬਾ ਹਾਂਜੀ ਇਹਦੇ ਨਾਲ ਉਹ ਵੀ ਆ ਜਿਹੜਾ ਉਹ ਜਿਹੜੇ ਇੰਜ ਕਰਕੇ ਖੁੱਸੇ ਖਿਲਾਰੇ ਤਿੰਨ ਉਹ ਬਿਲਡਿੰਗ ਚਿੱਟੀ ਗਈ ਜੀ ਓਪਰਾ ਹਾਊਸ ਨੇ ਉੱਪਰ ਉਹ ਹੀ ਆ ਜਿਹੜੇ ਥੱਲੇ ਤਿੰਨ ਖੁੱਸੇ ਟਾਂਕ ਲਾਰੇ ਅੱਜ ਦੇ ਤਿੰਨ ਕੁੱਤੇ ਜਾਏ ਚਲਦੀ ਯਾਰ ਇਹਨੂੰ ਸ਼ਾਇਦ ਨੇ ਨਾ ਯਾਰ ਆ ਚੈੱਕ ਕਰੋ ਜਹਾਜ਼ ਜਾ ਰਿਹਾ ਸੀ ਮੈਂ ਤੁਹਾਡੇ ਭਰਾ ਨੇ ਕੈਮਰਾਮੈਨ ਹੀ ਕੀਤੀ ਹੈ ਪੂਰੀ ਹਾਂ ਹੈਨਾ ਤਾਂ ਜਿੱਥੇ ਕਸ਼ਤੀ ਝੂਟਾ ਲਿਆ ਤੂੰ ਵਿੱਚ ਜਾ ਕੇ ਉਹ ਸਾਰਾ ਕੁਝ ਲਿਆ ਕੇ ਆਈ ਜਿਹੜੀ ਤਸਵੀਰਾਂ ਪੁੱਤ ਹੁਣ ਅਗਲੀ ਗੱਲ ਸੁਣ ਲਾ ਜਰਾ ਅਗਲੀ ਗੱਲ ਇਹ ਆ ਕਿ ਵਾਪਸੀ ਤੇ ਨਾ ਅਸੀਂ ਸਿਡਨੀ ਤੋਂ ਆਏ ਚਾਈਨਾ ਤੇ ਚਾਈਨਾ ਸਟੇ ਆ 10 ਘੰਟੇ ਦਾ ਕਾਂਜੂ ਉੱਥੇ ਹੁਣ 10 ਘੰਟੇ ਯਾਰ ਕਿੱਦਾਂ ਜ਼ੀਲੋ ਖਵਾਰ ਹੋਣ ਵਾਲੀ ਗੱਲ ਆ ਮੈਂ ਆਰਾਮ ਦੇ ਨਾਲ ਗਿਆ ਉਹਨਾਂ ਨੇ ਨਾ ਫਾਈਬਰ ਦੇ ਛੋਟੇ ਛੋਟੇ ਕੈਬਨ ਬਣਾਏ ਹਰ ਫੈਸਿਲਿਟੀ ਉਹਦੇ ਅੰਦਰ LCD 2 ਚਾਰਜਿੰਗ ਸੀ ਟੈਪ USB ਪੱਖਾ AC ਟੈਪ ਨਿਜ਼ਾਮ ਟਿਸ਼ੂ ਪੇਪਰ ਸ਼ੀਸ਼ਾ ਕੰਗਾ ਹਰ ਨਿਜ਼ਾਮ ਲੇਕਿਨ ਉਹ ਤੁਹਾਡਾ ਇੰਨਾ ਗੈਪ ਕਿ ਤੁਸੀਂ ਅੰਦਰ ਇੱਕ ਚੇਅਰ ਐਸੀ ਉਹਨੂੰ ਤੁਸੀਂ ਨੱਪੀ ਜਾਓ ਇੰਜ ਰਿਮੋਟ ਨਾਲ ਪੂਰਾ ਬੈੱਡ ਬਣ ਜਾਂਦੀ ਸੋ ਜਾਓ ਥੋੜਾ ਤਾਂ ਕਰ ਲਓ ਫਿਰ ਕੁਰਸੀ ਬਣਾ ਲਓ ਸਾਰਾ ਨਿਜ਼ਾਮ ਮੈਂ ਉਹਨੂੰ ਪੁੱਛਿਆ ਕਿੰਨੇ ਉਹਨੇ ਮੈਨੂੰ ਕਿਹਾ ਕਿ ਕਿੰਨੇ ਘੰਟੇ ਮੈਂ ਕਿਹਾ 9 ਉਹਨੇ ਕਿਹਾ 250 ਯਨ ਮੈਂ ਹਿਸਾਬ ਲਾਇਆ ਕਿੰਨੇ ਡਾਲਰ ਬਣਦੇ ਉਹ ਬਣਦੇ $60 $60 ਮੈਂ ਕਿਹਾ ਡਨ ਓਕੇ ਮੈਂ ਉਹਨੂੰ ਕਿਹਾ ਦੇ ਮੈਨੂੰ ਭਾਜੀ ਉਹਨੇ ਸੋਹਣਾ ਇੰਜ ਗਈ ਹੈ ਮੇਰੇ ਨਾਲ ਉਹਨੇ ਕਾਰਡ ਮਾਰਿਆ ਉਹਨੇ ਕਹੀ ਹੈ 9 ਘੰਟੇ ਮੇਰੇ ਤੇ ਹੁਣ ਜਿਹੜੀ ਟੈਨਸ਼ਨ ਦੇ ਨਾ ਖਤਮ ਸਕੂਨ ਚਾਬੀ ਦੇ ਕੇ ਚਲ ਗਈ ਹਾਂਜੀ ਹਾਂਜੀ ਹੁਣ $60 ਹਾਂਜੀ ਚਾਬੀ ਦੇ ਕੇ ਤੇ ਉਹ ਮੈਂ ਇਹਨਾਂ ਦੇ ਨਾਲ ਚਲਾ ਗਿਆ ਨਾ ਖਾਣ ਪੀਣ ਉਹ ਵੀ ਤੇ ਦੱਸੋ ਨਾ ਤੁਸੀਂ ਕਮਰੇ 'ਚ ਆਪਣੇ ਪਏ ਛੋਟਾ ਕੈਮਰਾ ਤੇ ਭਾਈ ਫੈਸਲ ਆਪਣੇ 2 ਬੈਗ ਵਿੱਚ ਵੜਾ ਡੇ ਆਹੋ ਉਹ ਵੀ ਵਾੜ ਰਿਹਾ ਮੈਂ ਕਿਹਾ ਬੇਟਾ ਤੇਰਾ ਨਹੀਂ ਹੈ ਆਪਣੇ ਲਾਦਾ ਪੈਸੇ ਖਰਚੋ ਉੱਤੇ ਉਹ ਤੇ ਪੈਸੇ ਖਰਚੋ ਬੇਟਾ ਆਪਣੇ ਨਾ ਇਹਨੇ ਪੈਸੇ ਖਰਚੇ ਨਾ ਉਹਨੇ ਖਰਚੇ ਬਾਹਰ ਟੇਬਲ ਤੇ ਹਾਂ ਮਲਕੂ ਭਾਜੀ ਵੀ ਚਲੇ ਗਏ ਥੋੜੀ ਦੇਰ ਬਾਅਦ ਮੈਂ ਆਰਾਮ ਨਾਲ ਬਾਅਦ ਚ ਇਹਨਾਂ ਨੂੰ ਫੇਰ ਤੁਰ ਕੇ ਅੰਦਰ ਆਇਆ ਮੈਂ ਲੰਮੇ ਪਿਆ ਮੈਨੂੰ ਨੀਂਦ ਆਈ ਸਕੂਨ ਮੌਲ 9 ਘੰਟੇ 7 ਘੰਟੇ ਮੈਂ ਸੁੱਤਾ ਪੈਣ ਸਕੂਨ ਨਾਲ ਉੱਥੇ ਉਸ ਤੋਂ ਬਾਅਦ 2 ਘੰਟੇ ਮੈਂ ਬਾਹਰ ਗਿਆ ਫਿਰ ਮੈਂ ਆ ਕੇ ਅੱਧਾ ਘੰਟਾ ਆਰਾਮ ਕੀਤਾ ਤੇ ਮੈਂ ਪੈਣ ਉਸ ਤੋਂ ਬਾਅਦ ਫਿਰ 에어ਪੋਰਟ ਤੇ ਹੁਣ ਉਹ ਮੈਂ ਤਾਂ ਦਿਖਾਉਣ ਲੱਗਾ ਕਿ ਅੰਦਰੋਂ ਕਿੱਦਾਂ ਦਾ ਸੀ ਉਹ ਨਿਜ਼ਾਮ ਇਹ ਚੈੱਕ ਕਰੋ ਜ਼ਰਾ ਇਹ ਚੈੱਕ ਕਰੋ ਮਿੱਠਾ ਹੁੰਦਾ ਉਹਨੇ ਇੱਥੋਂ ਲਾਈ ਬਾਈ ਚੈੱਕ ਤੇ ਕਰ ਬਾਰੇ ਵਾ ਬੈਟਿਕ ਟੈਪ ਸੀ ਵਾਹ ਵਾਹ ਮਿੱਠੇ ਨੇ ਲੈ ਕਮਰਾ ਅੰਦਰ ਲੋਹਾ ਫਿਲਮ ਦੇਖਣ ਇਹ ਪਰ ਲੱਗੇ ਮੈਂ ਇਹ ਰੂਮ ਨਹੀਂ ਲਿਆ ਮੈਂ ਅਰਾਈਵਲ ਵੀਜ਼ਾ ਲੈ ਕੇ ਬਾਹਰ ਚਲਾ ਗਿਆ ਅੱਛਾ ਜੀ ਹੁਣ ਆ ਗੁਰਪ੍ਰੀਤ ਆ ਗਿਆ ਹੁਣ ਗੁਰਪ੍ਰੀਤ ਦੇ ਨਾਲ ਆਸਫ ਭਾਜੀ ਇੰਨੇ ਸ਼ਰਮੀਲੇ ਯਾਰ ਇੰਨੇ ਪਿਆਰ ਵਾਲੇ ਵੀ ਇਨੋਸੈਂਟ ਯਾਰ ਇੰਜ ਖੜੇ ਨੇ ਆ ਦੇਖ ਲਓ ਤੁਸੀਂ ਆ ਤਸਵੀਰ ਦੇਖਣਾ ਆਸਫ ਭਾਈ ਜਿਹੜਾ ਇੱਧਰ ਖੜੇ ਨੇ ਤੇ ਇੱਧਰ ਤੇ ਗੁਰਪ੍ਰੀਤ ਹੀ ਖੜਾ ਨਾ ਇੱਧਰ ਆਸਫ ਭਾਈ ਸ਼ਰੀਫੁਲ ਨਫਸ ਵੀ 4 ਦਿਨ ਸਾਡਾ ਫੇਰਦੇ ਰਹੇ ਤੇ ਇੰਜ ਹੀ ਨੇ ਹਾਏ ਮੈਂ ਗੱਲਾਂ ਕਰ ਰਿਹਾ ਤੇ ਇੱਥੇ ਖੜੇ ਨੇ ਇੰਨੇ ਸ਼ਰੀਫ ਐਂਡ ਤੇ ਸਿਰਫ ਇੱਕੋ ਗੱਲ ਕੀਤੀ ਇਹਨਾਂ ਨੇ ਮੈਨੂੰ ਓਏ ਹੋਏ ਕਹਿੰਦੇ ਕਲੱਬ ਚੱਲੀਏ ਮੈਂ ਕਿਹਾ ਤੁਹਾਡੀ ਮਸੂਮੀਅਤ ਸਦਕੇ ਜਾਵਾ ਨਹੀਂ ਭਾਈ ਉਹਨਾਂ ਨੇ ਨਹੀਂ ਕਿਹਾ ਮੈਂ ਵੈਸੇ ਸ਼ੁਗਰ ਲੱਗਾ ਬਹੁਤ ਪਿਆਰ ਵਾਲੇ ਜੀ ਆ ਭਾਜੀ ਤੁਹਾਡਾ ਫਿਰ ਰਾਜਵੀਰ ਮਿੱਠਾ ਉਹਦੇ ਨਾਲ ਆ ਕੌਣ ਦਵਿੰਦਰ ਭਾਜੀ ਦਵਿੰਦਰ ਆ ਦੇਖ ਦਵਿੰਦਰ ਆ ਮੈਂ ਆ ਰਾਜਵੀਰ ਬੜੇ ਮਜ਼ੇਦਾਰ ਠੀਕ ਹੈ ਭਾਜੀ 에어ਪੋਰਟ ਤੇ ਆਏ ਸੀ ਸਾਨੂੰ ਛੱਡਣ ਉਸ ਤੋਂ ਬਾਅਦ ਇਰਫਾਨ ਭਾਜੀ ਸੀ ਆਪਣਾ ਉਜ਼ਮਾਨ ਸੀ ਉਹਦੀਆਂ ਹੁਣ ਤਸਵੀਰਾਂ ਨਹੀਂ ਉਹਨਾਂ ਨੇ ਆਪਣੇ ਮੋਬਾਈਲ 'ਚ ਖਿੱਚੀਆਂ ਤੇ ਹੁਣ ਮੇਰਾ ਉਹ ਮੈਸੇਜ ਨਹੀਂ ਦੇਖਣ ਦੇ ਉੱਥੇ ਸ਼ਾਮ ਪੈ ਗਈ ਆ ਆਸਫ ਭਾਜੀ ਸੀ ਜ਼ੁਮਾਨ ਸੀ ਸਾਰੇ ਹੀ ਹੈ ਨਾ ਘੰਟੇ ਦਾ ਫਰਕ ਹਾਂ ਹੋਰ ਹੁਣ ਇਹਨੂੰ ਪੁੱਛੋ ਵੀ ਕੀ ਬਣਿਆ ਉੱਥੇ ਦਾ ਹਿਸਾਬ ਕਿਤਾਬ ਬੰਦਾ ਬਣਾਉਣਾ ਕੀ ਆ ਉੱਥੇ ਦੀ ਲਾਈਫ ਤੇ ਇੱਥੇ ਦੀ ਲਾਈਫ ਮੈਨੂੰ ਕਹਿੰਦਾ ਕੰਪੈਰੀਜ਼ਨ ਕੀ ਆ ਜਦੋਂ ਆਪ ਮਿੱਟੀ ਹੋਈ ਹੈ ਫਿਰ ਸੋਨੇ ਨੂੰ ਮੱਥਾ ਨਹੀਂ ਲਾਈਦਾ ਹੁੰਦਾ ਦੱਸ ਯਾਰ ਤੁਹਾਨੂੰ ਕਰਨ ਦੀ ਤਾਂ ਜੀ ਇਹਨੂੰ ਜੇ ਮੈਂ ਤਕਰੀਰ ਕਰਕੇ ਭੇਜੀ ਆ ਮੇਰੇ ਕਜਨਾਂ ਨੇ ਉਹ ਖਲੋਤੇ ਰਹੇ 에어ਪੋਰਟ ਤੇ ਠੀਕ ਉਹਨਾਂ ਨੇ ਤੇਰਾ ਪੂਰਾ ਬੁਕੇ ਲਿਆਂਦਾ ਤੇਰੇ ਵਾਸਤੇ ਬਾਜਵਾ ਹੋਟਲ ਵਾਲਿਆਂ ਨੇ ਤੂੰ ਮਿਲਿਆ ਨਹੀਂ ਉਹਨਾਂ ਨੂੰ ਯਾਰ ਉਸਤਾਦ ਤੁਸੀਂ ਮਾਸ਼ਾਅੱਲਾ ਆਸਟ੍ਰੇਲੀਆ ਫਿਰੇ ਆ ਨਾਮ ਹੈਗਾ ਆਸਟ੍ਰੇਲੀਆ 'ਚ ਰੱਖਣ ਵਾਲਾ ਬਾਈ
ਹੈਗਾ ਉੱਥੇ ਕੋਈ ਡੇਵਿਡ ਆ, ਕੋਈ ਮਾਈਕਲ ਆ, ਕੋਈ ਜਸਟਨ ਨਹੀਂ ਨਹੀਂ ਉੱਥੇ ਸਾਰੇ ਆਪਣੇ ਨਹੀਂ ਹੈਗੇ, ਉਹ ਹੋਰ ਨਾ ਵਾ ਸ਼ਾਇਦ ਗੋਂਦਲ ਨਹੀਂ ਹੈਗਾ ਸੀ ਉੱਥੇ। ਗੋਦਲ ਜਾਮਿਆ ਐਸਾ ਵਾਲਾ ਕਿ ਕਹਿ ਰਹੀ ਹੈ ਵੀ ਆਲ ਫੁੱਲ ਕਰੈਕਟਰ ਵੀ ਆ, ਪਿੱਛੋਂ ਇੱਥੇ ਤੱਕ ਉੱਚੀ ਕਟਿੰਗ ਕਰਾਈ ਹੋਈ ਹੈ ਭਾ ਨੇ। ਮੈਂ ਕਿਹਾ ਗੋਦਲ ਸਾਹਿਬ ਮਾਸ਼ਾਅੱਲਾ, ਮੈਂ ਕਿਹਾ ਹੈ ਕਿ ਤੁਸੀਂ ਵੀਜ਼ਾ ਕੰਸਲਟੈਂਟ ਹੋ, ਕਟਿੰਗ ਮੈਂ ਚੋਰਾਂ ਵਾਲੀ ਕਰਾਈ ਤੇ ਕਹਿੰਦਾ ਸੁਣਦੇ ਪਏ ਅੱਛੇ ਨਾਈਸ ਮੈਨ ਸੀਗੇ ਨਾਲ ਹੀ ਯਾਰ ਇਹਨਾਂ ਨੇ ਫਰਾਇਆ ਤਰਾ ਬਗੈਰਤੀ ਕਰ ਨਹੀਂ ਮਾਸ਼ਾਅੱਲਾ ਸਾਰੇ ਸਰਾਤੇ ਸੀਗੇ ਯਾਰ, ਸਾਰਿਆਂ ਨੇ ਬੜਾ ਪਿਆਰ ਕੀਤਾ ਵਾ, ਹਦਾਇਤ ਵਾਲੇ ਕੰਮ ਸਾਰੇ ਇਹ ਉਹਦਾ ਗਾਈਏ ਨਹੀਂ ਨਹੀਂ ਇਹ ਉਹਨਾਂ ਨੂੰ ਹਰ 15 ਮਿੰਟ ਬਾਅਦ ਇੱਕ ਨਾ ਇੱਕ ਗੱਲ ਕਰਦਾ ਸੀ ਕੋਈ ਨੈਸ਼। ਉਹ ਮਜ਼ਾ, ਉਹ ਆਪਣਾ ਆਪੇ ਮਜ਼ਾ ਲੈਂਦੇ ਸੀਗੇ। ਮੈਂ ਕੋਈ ਜੁਗਤ ਕਰਦਾ ਸੀ ਨਾ, ਤੇ ਅੱਗੇ ਅੱਗੇ ਜਾਣ ਦੇ ਨੀਲਾ ਪੈਂਟ ਕੋਟ ਪਾਇਆ, ਹੁਣ ਮੈਂ ਕਿਹਾ ਹੁਣ ਮੈਂ ਪਤਾ ਕੀ ਇਹ ਗੋਂਦਲ ਸਾਹਿਬ ਮੈਲਬਰਨ ਫਿਰਿਆ ਫੁੱਟਪਾਥ ਤੇ ਜਾ ਕੇ ਇਹ ਗੋਦਲ ਸਾਹਿਬ ਐਂਡ ਨੂੰ ਖਾਤਾ ਹੋਏ। ਮੈਂ ਕਿਹਾ ਮਾਸ਼ਾਅੱਲਾ ਅੱਗੇ ਅੱਗੇ ਜਾਣ ਦੇ ਨਾਲ ਛੋਟੀ ਕਮਾਈ ਜਾਓ, ਫੌਰਨ ਗੁਲਾਬ ਮੈਂ ਕਿਹਾ ਯਾਰ ਸਾਰੇ ਸ਼ਰਾਦੇ ਸੀ ਯਾਰ। ਲੇਕਿਨ ਉਸਤਾਦ ਜੀ ਜਿਹੜਾ ਸਹੀ ਸਿਸਟਮ, ਬੋਰੀਅਤ ਜਿਹੜੀ ਦਿਖਾਈ ਨਾ ਭਾਈ ਫੈਸਲਾ ਦਿਖਾਈ ਹੈ। ਹਾਂ ਵੀ ਯਾਰ ਜਦੋਂ ਨੂੰ ਭਾਈ ਫੈਸਲੇ ਤੇ ਮੈਂ ਸੌਣ ਲੱਗੇ ਆ ਤੇ ਦੋ ਸਰਾਣੇ ਲਏ ਹੋ, ਹੁਣ ਮੈਂ ਸਿੰਗਲ ਸਰਾਣਾ ਮੇਰੇ ਕੋਲ। ਯਾਰ ਮੈਂ ਤੈਨੂੰ ਐਕਟ ਕਰਕੇ ਤਾਂ ਨਾ ਬੋਤਲ ਫੜਾਈ ਜਿਹੜੀ ਉੱਥੇ ਤੁਹਾਨੂੰ ਪਾਰਲੀਮੈਂਟ ਹਾਊਸ ਮਿਲੀ। ਇਸ ਨੈਸ਼ ਨੇ ਕੀ ਮੇਰੀ ਉੱਥੇ ਰੂਹ ਮਾਰੀ, ਮੇਰਾ ਦਿਲ, ਮੈਂ ਕਿਹਾ ਦਿਲ ਕਰੇ ਕਵੇ ਇਨ ਸਭ को 25-25 साल सजा कर देख बंद कर। ਕਸਮੇ ਵੀ ਉਸਤਾਦ ਦੱਸਣਾ ਕੀ ਕੀਤਾ। ਬੋਤਲ ਤੋੜਦੀ ਸਾਡੀ? ਨਹੀਂ ਮੈਂ ਤੈਨੂੰ ਦੱਸਦਾ ਮੈਂ ਇਹਨੇ ਕੀਤਾ ਕੀ। ਭਾਈ ਫੈਸਲੇ ਆਹੋ ਉਧਰ ਚੈੱਕ ਕਰ, ਅੱਲਾ ਮਾਫੀ। ਇਹ ਜਨਾਬ ਬੋਤਲ ਆ, ਇਹਦੇ ਤੇ ਇਹ QR ਕੋਡ ਆ, ਤੁਸੀਂ ਉਹਨੂੰ ਸਕੈਨ ਕਰੋਗੇ ਸਿੱਧਾ ਦੇਖਣਾ ਕਿੱਥੇ ਜਾਂਦਾ। ਠੀਕ ਹੈ ਵਾ? ਹਾਂਜੀ ਭਾਈ ਸਿੱਧਾ ਵੀਜ਼ਾ ਆਏਗਾ ਇਹ ਦੇਖਣਾ ਭਾਈ, ਇਹ ਲਓ ਸਿੱਧਾ ਉਹਨਾਂ ਦੀ ਪ੍ਰੋਫਾਈਲ ਤੇ ਚਲਾ ਗਿਆ। ਹਾਂਜੀ ਪ੍ਰਾਈਮ ਮਿਨਿਸਟਰ ਉਹਨਾਂ ਦੀ। ਹਾਂਜੀ ਹੁਣ ਇਹਦਾ ਇੱਕ ਗੱਲ ਆ, ਉੱਤੇ QR ਕੋਡ ਲਗਾ ਔਰ ਉਹਦੇ ਉਹਨਾਂ ਦਾ ਨਾਮ ਹੈ ਕੈਥਲੀਨ, ਮੈਡਮ ਕੈਥਲੀਨ। ਠੀਕ ਹੈ ਜੀ। ਤੇ ਹੁਣ ਇਹ ਇੱਕ ਮਿਸਾਲ ਆ ਕਿ ਉਹਨਾਂ ਦਾ ਨੁਮਾਇੰਦਾ ਵਾ ਜਿਹਨੇ ਸਾਨੂੰ ਇਹ ਗਿਫਟ ਦਿੱਤਾ ਵਾ। ਠੀਕ ਹੈ। ਤੇ ਹੁਣ ਫੈਸਲ ਨੂੰ ਇਹਦਾ ਕੋਈ ਭਾਰ ਨਹੀਂ ਨਾ ਉਹਨੂੰ ਇਹਦਾ ਭਾਰ ਆ, ਉਹ ਸਿਰਫ ਉਹਨੂੰ ਬੋਤਲ ਆ। ਤੇ ਹੁਣ ਇਹ ਉਹਨਾਂ ਦੇ ਅਸੀਂ ਖੜੇ ਆ ਤੇ ਇਹ ਬੰਦਾ ਦੇ ਰਿਹਾ ਵਾ ਤੇ ਇਹ ਤਿੰਨ ਜਣੇ ਉਹਨਾਂ ਦੇ ਨਾਲ ਖੜੇ ਨੇ, ਅਸੀਂ ਵੀ ਖੜੇ ਆ, ਉਹ ਦੇਖ ਰਹੇ ਨੇ। ਤੇ ਉਹਨਾਂ ਨੇ ਇਹਨੂੰ ਬੋਤਲ ਫੜਾਈ, ਉਹਨੂੰ ਬੋਤਲ ਫੜਾਈ, ਤੇ ਹੁਣ ਫੈਸਲ ਨੂੰ ਮੈਂ ਫੈਸਲ ਆ ਵੇਖੀ ਤੇ ਐ ਮੈਂ ਨਾਲ ਖੜਾ ਫੈਸਲ ਦੇ, ਤੇ ਉਸ ਤੋਂ ਬਾਅਦ ਦੇਖਣਾ ਵੀ ਆ ਮੇਰੇ ਨਾਲ। ਠੀਕ ਹੈ ਨਾ ਕਿ ਬੋਤਲ ਫੜਾਈ ਤੇ ਕਹਿੰਦੇ ਜੀ ਸਰ ਪਲੀਜ਼, ਸਰ ਪਲੀਜ਼। ਯਾਰ ਐਕਸਪ੍ਰੈਸ਼ਨ ਨਹੀਂ ਮਿੱਟੀ ਕਰਤਾ ਉਹਨਾਂ ਨੂੰ ਵੀ ਇਹਨੇ ਬੋਲਿਆ ਵੀ ਨਹੀਂ ਤੇ ਉਹਨਾਂ ਨੂੰ ਦੱਸ ਰਿਹਾ ਵੀ ਆਹ ਕੀ ਫੜਾਤਾ ਮੈਨੂੰ। ਯਾਨੀ ਅੱਜ ਫੜ ਕੇ ਅੱਗੋਂ ਅੱਖਾਂ ਉਹਦੀਆਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮਾਸ਼ਾਅੱਲਾ ਕੋਈ ਭਾਰ ਨਹੀਂ ਭਾਈ। ਆਹੋ ਇੰਜ ਫੜ ਕੇ ਨਾ ਕਰਕੇ ਕਹਿੰਦਾ ਦਿਲ ਕਰੇ ਬੜਾ ਖਾਸ ਬੰਦੇ ਨੂੰ ਦਿੰਦੇ ਹੋਣੇ। ਸ਼ੁਕਰ ਕਰੋ ਐ ਫੜ ਕੇ ਨਾ ਕਰਕੇ ਤੇ ਐ ਕਰਕੇ ਖਲੋ ਗਏ ਤੇ ਮੈਂ ਕਿਹਾ ਦਿਲ ਕੇ ਪੈਸੇ ਹੋਰ ਜਾਇਆ ਕਰਕੇ ਕਵੇ ਠੀਕ ਹੈ। ਹੁਣ ਤਾਂ ਮੈਨੂੰ ਕਿਹਾ ਸੀਗਾ ਇਧਰ ਆ, ਆਹੋ ਮੈਨੂੰ ਕਹਿੰਦਾ ਉਹ ਕਾਲੀ ਹੋ ਗਈ ਮੈਂ ਕਿਹਾ ਕਿਸੇ ਜੋ ਸਾਰੇ ਅੱਜ ਕਰਕੇ ਖੜੇ ਦੇਖ ਰਹੇ ਅੱਲਾ ਮਾਫੀ। ਫਿਰ ਉਹਨਾਂ ਨੇ ਬੁੱਕ ਦਿੱਤੀ। ਠੀਕ ਆ ਜੀ। ਹੁਣ ਟਰੈਵਲਿੰਗ ਹੈ ਨਾ, ਮਤਲਬ ਲਾਈਕ ਤੁਸੀਂ ਇਹਨੂੰ ਬੋਤਲ ਗੱਲ ਬੋਤਲ ਦੀ ਨਹੀਂ ਹੈਗੀ ਗੱਲ ਇਹ ਹੈ ਕਿ ਕਿੱਥੋਂ ਮਿਲੀ ਆ ਔਰ ਉਹਨਾਂ ਦਾ ਉੱਤੇ ਪ੍ਰਿੰਟਿੰਗ ਹੋਈ ਆ ਤੇ ਉਹ ਨਾਯਾਬ ਹੋ ਗਈ। ਇੱਕ ਮਿਸਾਲ ਆ ਉੱਤੇ ਸਰਕਾਰ ਨੇ ਤੁਹਾਨੂੰ ਸਰਕਾਰ ਨੇ। ਹਾਂਜੀ। ਤੇ ਫੈਸਲ ਸਾਹਿਬ ਮੈਂ ਕਿਹਾ ਕੁਛ ਨਹੀਂ ਛਿੜਦੇ ਇਹਨੂੰ। ਤੇ ਉਹ ਜਨਾਬ ਜੀ ਇਹ ਗੱਲਬਾਤ ਸੀ। ਹੋਰ ਉਹਨੇ ਭਾਈ ਨੇ ਬਹੁਤ ਐਟਮਾਂ ਕੀਤੀਆਂ ਨੇ ਯਾਰ ਜਹਾਜ਼ ਦੇ ਵਿੱਚ। ਮੈਂ ਤੁਹਾਨੂੰ ਸੱਚੀ ਕਹਿ ਰਿਹਾ। ਆਹੋ ਉਹ ਜਿਹੜਾ ਕਹਿੰਦੇ ਮੈਂ ਪਿਛਲੇ ਜਹਾਜ਼ ਦੇ ਵਿੱਚ ਉਹਨੂੰ ਕਹਿ ਰਿਹਾ ਕਿ ਵੀ ਮੈਂ ਇੱਥੇ ਲੰਮੇ ਪੈਣਾ, ਮੈਨੂੰ ਨੀਂਦ ਆਈ ਯਾਰ ਰਸਤੇ 'ਚ। ਮੈਨੂੰ ਉਸਤਾਦ ਨੇ ਠੱਗ ਗਿਆ। ਉਹ ਚੈਨੀ 'ਚ ਉਹਨੂੰ ਗਾਲਾਂ ਕੱਢਣ ਦੀ ਖਲੋਸ਼ ਸ਼ੰਗ ਮਖਸ਼ੰਗ ਚੌਂਕ ਦੀਆਂ ਬੱਚਿਆ ਤੇਰੀ ਮੈਂ ਹੰਕਾ ਚੌਂਕ ਨਾਰਾ ਤੇ ਕਹਿੰਦੇ ਉਹਨੇ ਇੰਜ ਨੂੰ ਗਾਲਾਂ ਕੱਢੀਆਂ ਕਿਸੇ ਨੇ। ਅੱਛਾ ਭਾਈ ਸੌਂਦਾ ਆ ਆਹੋ ਤੇ ਉਹਨੇ ਆਈ ਵਿਚਾਰੀ ਆ ਕੇ ਸਿੱਟ ਬੈਕ ਜੋ ਕਹਿੰਦੇ ਸੀਟ ਬੈਕ ਨਹੀਂ ਉਹਨੇ ਕਿਹਾ ਚੱਲ ਸਿਟ ਬੈਕ ਅਨੇ ਕਹਿੰਦਾ ਉਹਨੇ ਕਿਹਾ ਸਿਟ ਬੈਕ ਸੀਟ ਬੈਲਟ ਉਹ ਯਾਰ ਕੀ ਹੈ ਮੈਂ ਕਿਹਾ ਫੈਸਲਾ ਤਾਂ ਉਹ ਕਹਿੰਦੇ ਸੀਟ ਬੈਲਟ ਲਾ ਲੈਣਾ ਵਾ ਤੇ ਫਿਰ ਨਹੀਂ ਉਹ ਕਹਿੰਦੇ ਮਿਸਟਰ ਸੀਟ ਬੈਲਟ ਆ ਲੋ ਸੀਟ ਬੈਲਟ ਤੇ ਉਹ ਕਹਿੰਦੇ ਬੈਗ ਟੰਗਿਆ ਕਹਿੰਦੀ ਦਿਸ ਬੈਗ ਅੰਡਰ ਦਾ ਸੀਟ ਇਹਨੂੰ ਥੱਲੇ ਰੱਖ ਸੀਟ ਦੇ ਤੇ ਉਸਦਾ ਕਹਿੰਦਾ ਥੱਲੇ ਹੀ ਆ ਅੰਡਰ ਹੀ ਆ ਕਹਿੰਦਾ ਮੈਂ ਕਿਹਾ ਫੈਸਲ ਸਾਹਿਬ ਉਹ ਕਹਿ ਰਹੀ ਹੈ ਲਾ ਉਹਨੂੰ बाकी भी बंदे कह रहे जहाज कि फैसल साहब भाई वो कह रही है कि उसको सीट के नीचे रखें, सीट के नीचे यानी फर्श पे
ਤੇ ਉਹਨੂੰ ਨਹੀਂ ਸਮਝ ਆ ਰਹੀ, ਤੈਨੂੰ ਕਹਿੰਦਾ ਹਾਂ ਉਹ ਜਾਣ ਹੀ ਨਹੀਂ, ਉਹਨੇ ਕਿਤੇ ਜਾਨ ਛੱਡੀ, ਉਹ ਮਿੰਟ ਬਾਅਦ ਠੂੰਗੇ ਮਾਰੀ, ਮਿਸਟਰ ਵਟ ਪਲੀਜ਼ ਸਰ, ਤੇ ਉੱਠ ਕੇ ਤੇ ਆਵਾਜ਼ ਆ, ਤੇ ਆ ਬੈਠਾ ਵਾ ਸੀਟ ਤੇ ਇੰਜ ਕੌਣੀਆਂ ਨੇ ਦੋਵੇਂ, ਇੱਥੋਂ ਮੇਰੇ ਵੀ ਤਾਂ ਧੁੰਨੀ ਆ, ਉਧਰੋਂ ਰਸਤੇ 'ਚ ਉਹਨਾਂ ਦੇ ਵੱਜ ਰਹੀ ਆ, ਮਿੰਟ ਕੁ ਬਾਅਦ ਉੱਠ ਕੇ ਜਾ ਰਿਹਾ, ਕਦੀ ਚੀਜ਼ਾਂ ਮੰਗਾ ਰਿਹਾ, ਉਹਨੂੰ ਪਤਾ ਹੀ ਨਹੀਂ ਵੀ ਇਹ ਖਾਣ ਵਾਲੀ ਹੈ ਕਿ ਨਹੀਂ। ਯਾਰ ਢੇਰ ਅੱਗੇ ਢੇਰ ਲਾਇਆ ਵਾ, ਢੇਰ ਲਾਇਆ ਵਾ, ਸਹੀ ਗੱਲ ਆ। ਉਹ ਲੰਘ ਰਹੀ ਆ ਤੇ ਉਹਨੂੰ ਕਹਿ ਰਿਹਾ ਵਾ ਜੂਸ, ਪਾਣੀ, ਨਹੀਂ ਫਲਾਣਾ। ਉਸਤਾਦ ਜੀ ਪਹਿਲੇ ਐਕਸਕਿਊਜ਼ ਮੀ, ਆਹੋ ਇਹਨਾਂ ਨੇ ਇਹੀ ਇੰਗਲਿਸ਼ ਆਉਂਦੀ ਸੀ। ਉਹ ਯਾਰ ਅੱਲਾ ਮਾਫੀ ਦੇ ਜਿਹੜਾ ਹਰਾਮ ਸਾਡੇ ਨਹੀਂ ਨਾ ਖਾਣਾ, ਉਹ ਵੀ ਅੱਗੇ ਢੇਰ ਲਾਇਆ। ਦੱਸੇ ਮੋੜ ਮੈਨੂੰ ਪਤਾ ਨਹੀਂ ਕੀ ਮੰਗਾਉਣਾ ਕੀ ਨਹੀਂ ਮੰਗਾਉਣਾ, ਤੇ ਥੋੜਾ ਜਿਹਾ ਖਾ ਕੇ ਤੂੰ ਤੇ ਢੇਰ ਲਾਈ ਜਾ ਰਿਹਾ। ਯਾਰ ਹੁਣ ਮੈਂ ਕਿਹਾ ਯਾਰ ਕੀ ਹੈ ਉਹ ਯਾਰ, ਪਲੇਨ ਦੇ ਵਿੱਚ ਵਾਈਨ ਵੀ ਦਿੰਦੇ ਆਪਣੇ ਨੂੰ, ਤੇ ਵਾਈਨ ਦੇ ਵੀ 2 ਗਲਾਸ ਰੱਖੇ ਤੇ ਪੀਣੀ ਦਾ ਇਹ ਨਹੀਂ ਪਹਿਲੇ ਲੈ ਉਹਦੇ ਕੋ। ਤੇ ਯਾਰ ਉਸਤਾਦ ਜੀ ਨੇ ਕਿਹਾ ਅੱਛਾ ਉਹ ਜਿਵੇਂ ਚ ਗ੍ਰੇਵੀ ਨਹੀਂ ਲਈਦੀ ਯਾਰ, ਇਹਨੂੰ ਕੋਈ ਸ਼ਰਮ ਨਹੀਂ ਆਣੀ ਸੀ। ਮਤਲਬ ਉਹਨੇ ਇੱਕ ਵਾਰੀ ਗਲਾਸ ਦੇਤਾ ਨਾ, ਦੂਜੀ ਵਾਰੀ ਮੇਰੇ ਵਰਗਾ ਬੰਦਾ 20 ਵਾਰੀ ਸੋਚਦਾ ਯਾਰ ਮੈਂ ਕਿੱਦਾਂ ਖਾਵਾਂ ਨਾ। ਐਕਸਕਿਊਜ਼ ਮੀ, ਉਹਨੇ ਕਿਹਾ ਹਾਂਜੀ ਐਪਲ, ਹੋਰ ਆ ਪੀ ਕੇ ਐਪਲ, ਹਾਂ ਉਹ ਕਹਿੰਦੀ ਹੈ ਮੈਂ ਕੀ ਪਾ ਲਿਆ ਜਾ। ਘਰ ਜਾ ਲੈ ਯਾਰ, ਹਸਪਤਾਲ ਦਾਖਲ ਹੋਣੇ ਸਵਾਰੀਆਂ ਮੈਂ ਨਾਲ ਲੈ ਫਿਰ। ਨਹੀਂ ਮੈਂ ਕਿਹਾ ਐਮਰਜੈਂਸੀ ਵਾਰਡ ਚ ਦਾਖਲ ਹੋਣ ਵਾਲੇ ਆਰਟਿਸਟ ਆ, ਤੇ ਮੈਂ ਇੱਥੇ ਨਾਲ ਲਈ ਫਿਰਨ ਇਹਨਾਂ ਨੂੰ। ਮੈਨੂੰ ਉਸਤਾਦ ਜੀ ਕਹਿੰਦੇ ਰੋਕ ਯਾਰ, ਪਿੱਛੇ ਜਾ ਕੇ ਜਹਾਜ਼ ਪਹੁੰਚਦੇ ਸਾਰੇ ਨਵੀਂ ਮੈਂ ਇੱਥੇ ਪੈ ਜਾਵਾਂ। ਆਹੋ ਨਹੀਂ ਪੁੱਛਦੇ ਨਹੀਂ, ਰਸਤੇ 'ਚ ਰਸਤਾ ਵਾ ਤੇ ਇਹਨੂੰ ਨੀਂਦ ਆਈ ਫੁੱਲ, ਤੇ ਆਹ ਸੀਟ ਨਾ ਸੀਟ ਇਹ ਸੀਟ ਨੂੰ ਤੁਸੀਂ ਇੰਜ ਬਹਿ ਸਕਦੇ, ਜ਼ਿਆਦਾ ਥੋੜਾ ਜਿਹਾ ਇੰਜ ਹੋ ਜਾਓਗੇ, ਹਲਕਾ ਜਿਹਾ ਨਹੀਂ 2 ਇੰਚ ਇੰਜ, ਪੂਰਾ ਇੰਜ ਹੋ ਕੇ ਨਾ ਜਿਸ ਸੀਟ ਤੇ ਔਖਾ ਹੋ ਕੇ ਇੰਜ ਕਰਕੇ ਤੇ ਇੰਜ ਸੁੱਤਾ। ਯਾਨੀ ਜਹਾਜ਼ ਦੀ ਸੀਟ ਤੇ ਇੰਜ ਬੰਦਾ ਸੌ ਹੀ ਨਹੀਂ ਸਕਦਾ, ਪਾਸਾ ਨਹੀਂ ਲਿਆ ਜਾਂਦਾ, ਤੇ ਪਾਸਾ ਲਿਆ ਕਰੈਕਟਰ ਨੇ ਪੂਰਾ ਯਾਰ ਪੂਰੇ ਰਸਤੇ, ਯਾਨੀ 15 ਮਿੰਟ ਦਾ। ਫਿਰ ਆਉਂਦੀ ਵਾਰੀ ਇਹ ਮਾੜੀ ਜੀ ਦੀ ਅੱਖ ਲੱਗੀ ਆ ਤੇ ਇਹਨੇ ਖਰਾਟੇ ਮਾਰੇ, ਜਦੋਂ ਕਿਹਾ ਸੁੱਤਾ ਵੇਖ ਕੇ ਸਰ। ਤੇ ਮੈਂ ਇਹਦੇ ਨਾਲ ਕੀ ਚੀਜ਼ਾਂ ਕਰ ਰਿਹਾ ਕਿ ਫੈਸਲ ਨੂੰ ਨਾ ਦੂਜੀ ਐਲਸੀਡੀ ਦੇ ਰਿਹਾ ਕਿ ਕਿੰਨੇ ਸਹੀ ਫਿਲਮ ਲਾਈ ਹੈ, ਇਧਰ ਥੋੜੀ ਦੇਖ ਕੇ ਤੇ ਫਿਰ ਉਹ ਲੱਭਦਾ ਸੀ ਆਪਣੀ ਵੀ ਇਹ ਕਿੱਥੇ ਹੈ। ਤੇ ਮੈਂ ਹੁਣ ਇੰਜ ਕਰਕੇ ਨਾ ਐਲਸੀਡੀ ਲਾਵਾਂ ਤੇ ਮੈਂ ਜਾਣ ਕੇ ਅੱਗੇ ਕਰਕੇ ਉਹਨੂੰ ਪੂਰੀ ਫਿਲਮ 'ਚ ਨਾ 1.5 ਘੰਟੇ ਦੀ ਫਿਲਮ 'ਚ 34 ਸਕਿੰਟ ਲੜਾਈ ਹੈ ਸਿਰਫ, ਬਾਕੀ ਸਭ ਗੱਲਾਂ ਹੀ ਨੇ, ਬੋਰੀਅਤ ਹੀ ਆ, ਬਾਸੀਆਂ ਹੀ ਆ। ਤੇ ਮੈਂ ਜਾਣ ਕੇ ਨਾ ਇੰਜ ਕਰੀ ਜਾਵਾਂ, ਅੱਗੇ ਕਰੀ ਜਾਵਾਂ, ਮੈਨੂੰ ਪਤਾ ਸੀ ਮੇਰੀ ਸਕਰੀਨ ਵੇਖ ਰਿਹਾ, ਜਾਣ ਕੇ ਨਾ ਕਰਕੇ ਜਿੱਥੇ ਲੜਾਈਆਂ ਲਾਈਆਂ ਥੋੜਾ ਮਾਹੌਲ ਹੁੰਦਾ ਸੀ ਨਾ ਐਂਡ ਤੇ ਕਰਕੇ ਮੈਂ ਉੱਥੋਂ ਲਾ ਕੇ ਤੇ ਮੈਚ ਕਰਦਾ ਓਏ ਹੋਏ ਮੈਂ ਦੇਖਿਆ, ਦੇਖ ਕੇ ਇਹਨੇ ਬੰਦ ਕਰਕੇ ਕਹਿੰਦਾ ਸਾਜੀ ਇਹ ਕਿਹੜੀ ਫਿਲਮ ਆ? ਮੈਂ ਕਿਹਾ ਆੜੀ, ਤੈਨੂੰ ਲੱਗਾ ਕੇ ਕਰਦੇ ਉਹ ਲੜਾਈ ਨਹੀਂ ਆ ਰਹੀ, ਤੇ ਐਂਡ ਤੇ ਕਹਿੰਦਾ ਸਾਜੀ ਉਹ ਕਿੱਥੇ ਆ? ਮੈਂ ਕਿਹਾ ਅੱਗੇ ਐਂਡ ਤੇ ਆ, ਤੇ ਐਂਡ ਤੇ ਲੜਾਈ ਕਹਿੰਦਾ ਬਸ, ਮੈਂ ਕਿਹਾ ਆਹੋ ਮੌਕੇ ਹੀ ਆ। ਕਹਿੰਦਾ ਮੈਂ ਅੱਗੋਂ ਫਿਰ ਇੱਕ ਹੋਰ ਫਿਲਮ ਬਣਾ ਲਈ ਤਲਵਾਰ ਵਾਲੀ, ਉਹ ਪੂਰੀ ਫਿਲਮ 'ਚ ਤਲਵਾਰਾਂ ਹੈ ਨਹੀਂ, ਤੇ ਐਂਡ ਤੇ ਨਾ ਐਵੇਂ ਕਿਤੇ 68 ਮਿੰਟ ਤੇ ਮਾੜੀ ਜੀ ਉਹਨੇ ਕਿਤੇ ਟਨ ਟਨ, ਤੇ ਉਸ ਤੋਂ ਬਾਅਦ ਸੀਨ ਚੇਂਜ ਹੋ ਗਿਆ ਬਸ। ਤੇ ਉਹ ਜਦੋਂ ਟਨ ਟਨ ਹੋਇਆ ਮੈਂ ਜਾਣ ਕੇ ਪਿੱਛੇ ਕਰਕੇ ਨਾ ਫਿਰ ਉਹ ਦੇਖ ਰਿਹਾ, ਮੈਂ ਦੇਖਾਂ ਨਾ, ਫਿਰ ਮੈਂ ਥੋੜਾ ਪਿੱਛੇ ਕਰਕੇ ਇਹਨੇ ਦੇਖਿਆ ਕਿ ਤਲਵਾਰਾਂ ਵਾਲੀ ਲੜਾਈ, ਇਹਨੇ ਉਹ ਲੱਭ ਕੇ ਤੇ ਉਧਰ ਲੱਭਣ ਲੱਗ ਪਿਆ। ਸਾਜੀ ਕਿਹੜੀ ਫਿਲਮ? ਮੈਂ ਕਿਹਾ ਆਈਡੀ, ਤੇ ਸਾਰੀ ਵੇਖੀ ਜਾ ਰਿਹਾ ਤੇ ਬਾਸੀਆਂ ਹੀ ਆ ਉਹਦੇ 'ਚ, ਕੱਖ ਨਹੀਂ। ਮੈਂ ਕਿਹਾ ਚੱਲ ਬੇਟਾ ਤੇਰਾ ਏਦਾਂ ਹੀ ਕਰਦੀ ਹੈ ਯਾਰ। ਸਾਡਾ ਇੱਕ ਦੋਸਤ ਸੀਗੇ ਮਾਸ਼ਾਅੱਲਾ, ਬਹੁਤ ਜ਼ਿਆਦਾ ਵੀਡੀਓ 'ਚ ਫੈਸਲ ਸਾਹਿਬ ਬਾਸੀਆਂ ਲੈਂਦੇ ਹੀ ਨਜ਼ਰ। ਹਾਂ ਗੁੱਸੇ 'ਚ ਨਜ਼ਰ ਆਇਆ, ਬਾਸੀਆਂ ਗੁੱਸਾ, ਕੋਈ ਗੱਲ ਨਹੀਂ ਕੋਈ ਬਾਤ ਨਹੀਂ ਯਾਰ। ਇਹਨੇ ਤੋਤਾ ਫੜ ਲਿਆ ਉਹਨਾਂ ਦਾ ਉੱਥੇ, ਉਹ ਪੱਗ ਵਾਲਾ, ਉਹ ਜਿਹੜਾ ਕੋਕ ਟੋਕੋ, ਹਾਂਜੀ ਕੋਕਟੇਲ, ਕੋਕਾਟੋ ਕਾਕਟੇਲ ਨਹੀਂ ਕਹਿੰਦੇ, ਕੋਕਾਟੋ। ਉਹ ਭਾਜੀ ਉੱਥੇ ਏਦਾਂ ਫਿਰਦੇ ਨੇ ਜਿਵੇਂ ਖੇਤਾਂ 'ਚ ਚਿੜੀਆਂ ਫਿਰਦੀਆਂ, ਆਮ ਹਰ ਘਰ ਦੇ ਉੱਤੇ। ਆ ਮੈਂ ਤੁਹਾਨੂੰ ਦਿਖਾਉਣਾ ਵੀਡੀਓ, ਦੇਖੋ ਜ਼ਰਾ, ਉੱਥੇ ਪਰੋਣੇ ਆਂਦੇ ਹੋਣੇ ਨਾ ਉਹਦੇ ਤੋਂ। ਹਰ ਘਰ ਦੇ ਉੱਤੇ। ਮੈਂ ਸਵੇਰੇ ਇੰਜ ਕਰਕੇ ਬਾਹਰ ਨਿਕਲਿਆ, ਮੈਂ ਛੱਤ ਦੇਖੀ ਤੇ ਮੈਂ ਗਿਣੇ, ਮੈਂ ਕਿਹਾ 1 2 3 4 5 6 7 5 ਲੱਖ 35 ਲੱਖ ਰੁਪਇਆ। ਮੈਂ ਕਿਹਾ ਉਹਨਾਂ ਦੀ ਨੁੱਕਰ ਤੇ ਬੈਠਾ ਉੱਤੇ। ਮੈਂ ਫੈਸਲ ਨੂੰ ਸੁੱਤੇ ਨੂੰ ਉਠਾਇਆ ਸਵੇਰੇ ਨਾ, ਮੈਂ ਫੈਸਲ ਨੂੰ ਇੱਕ ਚੀਜ਼ ਵਿਖਾਈ ਹੈ ਕਿ ਫੈਸਲ ਆ ਦੇਖ ਤੇ ਘਰਾਂ ਦੇ ਉੱਤੇ ਨੀਂਦ ਉੱਡ ਗਈ। ਕਸਮ ਵਾਲੀ ਗੱਲ ਹੈ ਜੀ ਉਸਤਾਦ ਮੁਹਤਰਮ, ਉਹ ਵੇਖੋ 6 ਲੱਖ ਰੁਪਏ ਦਾ ਤੋਤਾ ਬੈਠਾ ਹੈ। ਕਿੰਨੇ ਦਾ? 6 ਲੱਖ ਰੁਪਏ ਦਾ ਉਸਤਾਦ ਜੀ, ਕਸਮ ਵਾਲੀ ਗੱਲ ਮੈਂ ਪਤਾ ਕੀਤਾ, 6 ਲੱਖ ਰੁਪਏ ਦਾ। ਇਹਦਾ ਨਾਂ ਕੀ ਹੈ? ਕੋਕਾਟੂ ਨਹੀਂ ਕੋਕਾਟੂ। ਹਾਂ ਮੈਂ ਕਿਹਾ ਸੀ ਮੈਂ ਮੇਰੇ ਉਸਤਾਦ ਮੁਹਤਰਮ ਨੂੰ ਇੰਨਾ ਕੁ ਪਸੰਦ ਹੈ ਨਾ ਤੋਤਾ, ਓਏ ਕਲਗੀ ਹੁੰਦੀ ਹੈ। ਹਾਂ ਸਹੀ ਗੱਲ। ਮੈਂ ਕਿਹਾ ਸੀ ਮੈਂ ਆਪਣੇ ਉਸਤਾਦ ਫੈਸਲੇ ਮੈਂ ਬੱਚਾ ਪੁੱਛਿਆ ਉੱਥੋਂ ਇੱਕ ਨੂੰ, ਨੇ ਕਿ 3 ਲੱਖ ਰੁਪਏ ਦਾ ਬੱਚਾ ਛੋਟਾ। ਓਏ ਹੋਏ ਤੇ ਇੱਥੇ ਹੁਣ ਚਲੇ ਗਏ ਨੇ ਉਸਤਾਦ ਜੀ, ਢੇਰ ਲੱਗਾ ਸੀ। ਓਏ ਮੇਰੇ ਮੌਲਾ, ਉਹ ਮਰਿਆ ਮਾਰਨਾ। ਉਸਤਾਦ ਜੀ ਮੈਂ ਤੁਹਾਨੂੰ ਫੈਸਲਾ ਇਹ ਵੱਡਾ ਕਿੰਨੇ ਦਾ ਵਾ ਜੋੜਾ? ਉਸਤਾਦ ਜੀ ਮੈਂ 6.5 ਲੱਖ ਰੁਪਏ ਦਾ ਮੈਂ ਆਪ ਪਤਾ ਕੀਤਾ।
6 ਲੱਖ ਰੁਪਏ ਦਾ ਵੀ ਹੋਵੇ 5 ਦਾ 6 ਲੱਖ ਰੁਪਏ ਦਾ ਉਹਨੇ ਮੈਨੂੰ ਯਾਰ 5 ਲੱਖ ਰੁਪਏ ਦਾ ਵੀ ਹੋਵੇ ਨਾ ਫੈਸਲ ਸਾਹਿਬ 7 ਮੈਂ ਇੱਥੇ ਗਿਣੇ ਨੇ ਬੈਠੇ 35 ਲੱਖ ਰੁਪਏ ਉਹਨਾਂ ਦੀ ਨੁੱਕਰ ਤੇ ਬੈਠਾ ਸੀ ਉੱਤੇ। ਉਸਤਾਦ ਜੀ ਉੱਥੇ ਕਾਂ ਦੇਖਿਆ ਸੀ, ਕਾਂ ਇੱਥੋਂ ਹਲਕਾ ਚਿੱਟਾ ਪੂਛ ਤੋਂ ਚਿੱਟਾ, ਤੇ ਇੱਥੇ ਦੀ ਆਵਾਜ਼ ਕਾਂ ਦੀ ਆਵਾਜ਼ ਕਾਂ। ਨਹੀਂ ਓਏ ਉਹ ਕਾਂ ਭਾਜੀ ਬਦਮਾਸ਼ ਕਾਂ ਉੱਥੇ ਦੇ ਤੇਰੇ ਹੱਥੋਂ ਖੋ ਕੇ ਲੈ ਜਾਣ, ਉਹ ਨਹੀਂ ਡਰਦੇ ਭਾਈ ਲੋਕ ਯਾਰ ਆਵਾਜ਼ ਹਾਂ ਬਿਲਕੁਲ ਆਵਾਜ਼ ਗੈਂਗਸਟਰ ਕਾਂ ਉੱਥੇ ਤੇ ਚਿੱਟਾ ਰੰਗ। ਭਾਈ ਲੋਕ ਕਾਹ ਫਿਰ ਰਹੇ ਉਹ ਜਿਹੜਾ ਕਹਿੰਦੇ ਨਹੀਂ ਲਾ ਵੀ ਆਸਟ੍ਰੇਲੀਆ ਦਾ ਕਾਂ ਚਿੱਟਾ ਹੀ ਆ। ਇਦਾਂ ਹਾਂ ਹਾਂ ਇੱਕ ਕਾਂ ਦੇ ਨਾਲ ਕਾਲਾ ਤੇ ਚਿੱਟਾ ਰੰਗ ਵਿੱਚ ਤੇ ਹੈ ਕੌਵਾ ਬਿਲਕੁਲ, ਲੇਕਿਨ ਵਿੱਚੋਂ ਚਿੱਟਾ ਰੰਗ ਚੰਗਾ ਭਲਾ। ਕਬੂਤਰ ਟਾਈਪ ਕਿਤੇ ਨੂੰ ਦੁੱਧ ਜਿਹਾ ਪੀਤਾ ਉਹ ਤੇ ਪਰਿਵਾਰਿਕ ਤੇ ਭਾਜੀ ਉਹ ਜਿਹੜੇ ਉਹ ਸੀ, ਹੁਣ ਅਸੀਂ ਫਿਰਨ ਚਲੇ ਗਏ ਉੱਥੇ ਉਹ ਜਿਹੜੇ ਤੋਤੇ ਨਹੀਂ ਕੋਕਾਟੋ, ਪੂਰਾ ਗਰਾਊਂਡ ਭਰਿਆ ਪਿਆ ਚਿੱਟਾ ਹੋਇਆ ਗਰਾਊਂਡ, ਇੰਨੇ ਜ਼ਿਆਦਾ ਐਕਸਟਰਾ। ਤੇ ਹੁਣ ਫੈਸਲ ਦੇਖ ਰਿਹਾ, ਫੈਸਲ ਨੂੰ ਹਸਰਤ ਭਰੀ ਨਜ਼ਰ ਨਾਲ ਕਿ ਸਾਹ ਜੀ 5 ਲੱਖ ਰੁਪਏ ਦਾ ਇੱਕ, 6 ਲੱਖ ਰੁਪਏ ਦਾ ਇੱਕ, ਤੇ ਫੈਸਲ ਗਿਣ ਰਿਹਾ ਵੀ ਤੇ ਕਿੰਨੇ ਕਰੋੜ ਰੁਪਏ ਪਾਰਕ ਚ ਫਿਰ ਰਿਹਾ ਉੱਡ ਰਿਹਾ। ਤੇ ਇੱਕ ਤੋਤਾ ਨਾ ਫੈਸਲ ਦੇ ਕੋਲ ਉੱਤੇ ਬੈਠਾ, ਉਹਨੂੰ ਵਿਚਾਰੇ ਨੂੰ ਕੋਈ ਚੀਜ਼ ਲੜੀ ਆ ਸੱਟ ਲੱਗੀ, ਉਹ ਤੋਂ ਡਿੱਗਾ ਥੱਲੇ, ਫੈਸਲ ਨੇ ਉਹਨੂੰ ਚੱਪ ਲਿਆ। ਉਹ ਚੀਕਾਂ ਮਾਰੇ ਚਾਦਰਾਂ ਦੇ ਉੱਤੇ, ਅੰਗਰੇਜ਼ ਇਕੱਠੇ ਹੋ ਗਏ ਕਿ ਪਤਾ ਨਹੀਂ ਇਹਨੇ ਕਿਉਂ ਫੜਿਆ ਇਹਨੂੰ। ਉਹ ਮੈਂ ਕਿਹਾ ਛੱਡ ਦੇ ਯਾਰ ਕਿ ਉਹ ਸਾਨੂੰ ਵੀ ਮਰਵਾਉਣਾ ਹੀ। ਉਹ ਯਾਨੀ ਕੋਈ ਹਰ ਚੀਜ਼ ਨਾਲ ਇਹਨੇ ਪੰਗਾ ਲਿਆ ਯਾਰ। ਨਹੀਂ ਉੱਥੇ ਨਾ ਭਾਈ ਫੈਸਲ ਨੂੰ ਨਰਮ ਗੋਸ਼ਾ ਜਾ ਕੇ ਆਇਆ, ਕਹਿੰਦੇ ਯਾਰ ਉਸਤਾਦ ਜੀ ਉਹਨਾਂ ਨੂੰ ਪੁੱਛੇ ਕੋਈ ਸ਼ੈਲ ਲੜੀ ਹੋਈ ਯਾਰ, ਕੋਈ ਸ਼ੈਲ ਲੜੀ ਤੂੰ ਰੱਖ ਦੇ, ਮੁੜ ਕੇ ਅਸੀਂ ਸਾਰੇ ਡਾਲੇ ਭਿਓਵਾਂਗੇ ਫਾਇਦਾ। ਇਹਦੇ ਇੱਕ ਗਿਫਟ ਤੋੜ ਲਿਆ ਨਹੀਂ ਉਹ ਤੋਤੇ ਇਦਾਂ ਦੇ ਆ, ਉਹ ਜਾਣ ਕੇ ਡਿੱਗਿਆ ਵਾ, ਜਦੋਂ ਪੁਲਿਸ ਹੋਣੀ ਉਹਨੇ ਸਹੀ ਉੱਡਣ ਲੱਗ ਪੈਣਾ, ਇਹਨੂੰ ਉਹਨੇ ਝੂਠਾ ਪਵਾ ਦੇਣਾ। ਜਦੋਂ ਆਪਾਂ ਵਾਪਸ ਆਏ ਤੋਤਾ ਲੱਭਾ ਹੀ ਨਹੀਂ ਕਿਤੇ। ਆ ਨਹੀਂ ਉਹ ਕਿੰਨੀ ਦੇਰ ਬਾਅਦ ਚ ਉਹਦੇ ਕੋਈ ਪਰ ਨੂੰ ਮਸਲਾ ਬਣਾ, ਕਿੰਨੀ ਦੇਰ ਉਹ ਪੈਦਲ ਹੀ ਫਿਰਦਾ ਰਿਹਾ। ਇਦਾਂ ਹੀ ਆ ਦਰਖਤ ਤੇ ਪੈਦਲ ਜਾ ਰਿਹਾ, ਕਹਿੰਦਾ ਉਹਦੇ ਯਾਰ ਪੈਦਲ ਹੀ ਫਿਰੀ ਜਾ ਰਿਹਾ, ਉਹ ਪੈਦਲ ਹੀ ਉੱਡਿਆ ਨਹੀਂ ਜਾ ਰਿਹਾ, ਬਾਈ ਰੋਡ ਫਿਰ ਰਿਹਾ। ਆਹ ਬਾਈ ਰੋਡ ਹੀ ਫਿਰੀ ਜਾ ਰਿਹਾ, ਲੇਕਿਨ ਉੱਥੇ ਖਤਰਾ ਕੋਈ ਨਹੀਂ। ਖਤਰਾ ਕੋਈ ਨਹੀਂ ਉਸਤਾਦ ਜੀ, ਹਰ ਸ਼ਾਇਦ ਹੀ ਤਾਂ ਭਾਜੀ ਸੱਪਾਂ ਦੀ ਵੀ ਤਾਂ ਸੇਫਟੀ ਆ ਵੀ ਤੁਹਾਨੂੰ ਸੱਪ ਲੱਗਦਾ ਤੁਸੀਂ ਕਾਂਗਰੂ ਕੈਂਗਰੂ ਹਾਂਜੀ ਹਾਂਜੀ ਸੜਕਾਂ ਤੇ ਗੱਡੀਆਂ 'ਚ ਵੱਜ ਲਾਸ਼ਾਂ ਪਈਆਂ ਨੇ ਉਹਨਾਂ ਦੀਆਂ ਨੁੱਕਰਾਂ ਤੇ, ਇੰਨੇ ਜ਼ਿਆਦਾ ਨੇ, ਅਕਸਰ ਗੱਡੀਆਂ 'ਚ ਵੱਜਦੇ ਨੇ। ਚਿੱਕੜ ਹੋਇਆ ਤੇ ਚਿੱਬ ਪਾ ਦਿੰਦੇ, ਗੱਡੀ ਦੂਰੀ ਕਰ ਦਿੰਦੇ ਵਿੱਚ ਵੱਜ ਕੇ। ਉਹ ਹੈ ਵੀ ਤੇ ਹੈਵੀ ਆ। ਉੱਥੇ ਵੈਸੇ ਹੀ ਫਿਰ ਰਹੇ ਨੇ, ਘਰਾਂ ਦੇ ਵਿੱਚ ਚਲੇ ਜਾਂਦੇ ਆ, ਘਰਾਂ ਦੇ ਅੰਦਰ ਚਲੇ ਜਾਂਦੇ ਆ, ਚੀਜ਼ ਜਿਵੇਂ ਇੱਥੇ ਬਿੱਲੀਆਂ ਨਹੀਂ ਫਿਰਦੀਆਂ ਐਵੇਂ ਫਿਰਦੇ ਆ ਉਹ। ਕਹਿੰਦੇ ਪਹਿਲੇ ਆਸਟ੍ਰੇਲੀਆ ਦਾ ਨਾਂ ਕੈਂਗਰੂਨੀਆ ਸੀਗਾ, ਇਹ ਕੈਂਗਰੂ ਦਾ ਇਲਾਕਾ ਵਾ, ਆਸਟ੍ਰੇਲੀਆ ਦੇ ਬਾਅਦ ਚ ਆਏ ਆ। ਸੋਨਾ ਭਾਜੀ ਉੱਥੇ ਨਿਕਲਿਆ ਸੀ ਅਸਲ 'ਚ ਨਾ, ਆਸਟ੍ਰੇਲੀਆ 'ਚ ਸੋਨਾ ਨਿਕਲਿਆ ਸੀ। ਹਾਂਜੀ ਜਿਹੜੀ ਉੱਥੇ ਗੇਮ ਪਈ ਹੈ ਜਦ ਆਸਟ੍ਰੇਲੀਆ ਬਣਿਆ, ਉਹ ਫਿਰ ਯੂਕੇ ਨੇ ਮੇਰੇ ਹਾਲ ਸੋਨਾ ਉੱਥੇ ਉਹ ਕਬਜ਼ਾ ਕੀਤਾ ਸਾਰਾ ਨਿਜ਼ਾਮ। ਤੇ ਦੂਜੀ ਗੱਲ ਇਹ ਆ ਕਿ ਫਿਰ ਇੱਕ ਐਸਾ ਵੀ ਟਾਈਮ ਆਇਆ ਸੀ ਕਿ ਇਹਨਾਂ ਨੇ ਕੋਈ ਉੱਥੇ ਬਣਾਉਣਾ ਸੀ ਤੇ ਇਹਨਾਂ ਨੇ ਊਂਟ ਇੰਪੋਰਟ ਕੀਤੇ ਸੀ ਅਰਬ ਚੋਂ ਰੋਡ ਬਣਾਉਣ ਲਈ, ਸਾਰਾ ਬਣਾਉਣ ਲਈ। ਉਹਨਾਂ ਤੇ ਮਤਲਬ ਏਡੀ ਦੂਰ ਪਹਾੜਾਂ ਦੇ ਉੱਤੇ ਇਹ ਫਾਸਲਾ ਬਹੁਤ ਜ਼ਿਆਦਾ ਸੀ। ਉਹ ਇੰਨੇ ਊਂਟ ਐਸਾ ਉਹਨਾਂ ਨੇ ਊਂਟ ਇੰਪੋਰਟ ਕਰ ਲਏ। ਜਦੋਂ ਸਾਰਾ ਬਣ ਗਿਆ, ਊਂਠਾਂ ਦੀ ਨਸਲ ਇੰਨੀ ਵੱਧ ਗਈ ਕਿ ਇਹਨਾਂ ਨੂੰ ਊਂਟ ਮਾਰਨੇ ਪਏ। ਹੈਲੀਕਾਪਟਰ ਚ ਉੱਤੋਂ ਫਾਇਰਿੰਗ ਕਰ ਮਾਰਦੇ ਸੀ ਇੰਨੇ ਊਂਟ। ਨਹੀਂ ਫਿਰ ਸੱਚ ਪਾਣੀ ਦੀ ਕਿੱਲਤ ਆ ਗਈ ਸੀ। ਜਦੋਂ ਪਾਣੀ ਦੀ ਕਿੱਲਤ ਆਈ ਨਾ, ਉਦੋਂ ਫਿਰ ਇਹਨਾਂ ਨੇ ਊਂਠ ਮਾਰੇ। ਉਹਨੇ ਕਿਹਾ ਵੀ ਇੱਕ ਊਂਟ ਜਿਹੜਾ ਪੀਣਾ ਵਾ 34 ਬੰਦਿਆਂ ਦਾ ਪਾਣੀ ਇਕੱਲਾ ਹੀ ਪੀ ਜਾਂਦਾ, ਪਾਣੀ ਅੱਗੇ ਹੀ ਸ਼ਾਰਟ ਆ, ਇਹਨਾਂ ਨੂੰ ਨਤੀ ਕਰੋ। ਉਹਨਾਂ ਨੇ ਫਿਰ ਊਂਠ ਮਾਰੇ ਸੀ। ਉਹਨੇ ਵੱਡੇ ਪੱਕੇ ਲਵਾਏ ਸੀ, ਉਹਨੇ ਪਲਾਟ 'ਚ ਪੂਰੇ ਪਿੰਡ ਨੂੰ ਹਵਾ ਦਿੰਦੇ ਆ। ਹਾਂ ਪੂਰੇ ਵੱਡੇ ਪੱਕੇ ਅਨਚੱਕੀਆਂ। ਉਹ ਫਿਰ ਉਹ ਵੀ ਆਓ ਜਿਹੜਾ ਕੀ ਉਹਨੂੰ ਕਹਿੰਦੇ ਆ, ਇਹਨੇ ਉੱਤੇ ਪਰਿੰਦੇ ਵੀ ਆਸਟ੍ਰੇਲੀਅਨ ਤੋਤੇ ਆ ਜਿਹੜੇ ਗਾਂਡੀਆਂ ਨੇ, ਦੂਜੇ ਤੀਜੇ ਲਾਲ ਗਾਈਆਂ ਦੇਖੀਆਂ ਮੈਂ ਆਸਟ੍ਰੇਲੀਅਨ। ਉਹ ਜਿਹੜੀ ਨਹੀਂ ਪਿੱਛੇ ਲੱਤ ਨਾਲ ਤੋਪ ਚਲਾਉਂਦੀ, ਉਹ ਵੀ ਮੈਂ ਦੇਖੀ ਉੱਥੇ ਗਰਾਊਂਡ 'ਚ ਖਲੋਤੀ ਆ। ਉਹ ਆਪਾਂ ਸਮਝਦੇ ਨੇ ਪਾਕਿਸਤਾਨੀ ਆਸਟ੍ਰੇਲੀਆ ਦਾ ਮਾਡਲ ਬਣ ਗਈ ਉੱਧਰ। ਹਾਂਜੀ ਤਾਂ ਜਿਹੜੀ ਜੈਕੀ ਚੈਨ ਲੜਦੀ ਆ ਉਦਾਂ ਦੀ ਉਹੀ ਉਦਾਂ ਦੀ ਉਹੀ ਉਹ ਚਿੱਟੀ ਕਾਲੀ ਉਹ ਡੇਰੀ ਜਿਹੜਾ ਸਿਸਟਮ ਹੈ ਨਾ ਇਹਨਾਂ ਦਾ, ਜਿਹੜਾ ਉਹ ਆਸਟ੍ਰੇਲੀਆ ਦਾ ਬਹੁਤ ਪੂਰੀ ਦੁਨੀਆ 'ਚ ਜਾਂਦਾ। ਜਿਹੜੀ ਗਾਂ ਵਾ ਸੋਨੇ ਦਾ ਵੀ ਸਭ ਤੋਂ ਵੱਡਾ ਜਿਹੜਾ ਵਪਾਰੀ ਹੈ ਨਾ, ਜਿਹੜਾ ਐਕਸਪੋਰਟਰ ਹੈ ਜਿਹੜਾ, ਉਹ ਆਸਟ੍ਰੇਲੀਆ ਵਾ। ਉੱਥੇ ਤੋਲਾ ਹੀ ਬਹੁਤ ਸਸਤਾ ਵਾ ਯਾਰ, ਤੋਲਾ ਲੈਂਦੇ ਨਹੀਂ ਇੰਨਾ ਹੀ ਸਸਤਾ ਨਹੀਂਗਾ ਭਾਜੀ। ਹਾਲੇ ਤੱਕ ਜਿੱਥੋਂ ਸੋਨਾ ਨਿਕਲਿਆ ਸੀ ਨਾ, ਅੱਜ ਤੱਕ ਉੱਥੋਂ ਪਾਣੀ 'ਚ ਉਹਦੇ ਜ਼ਰਾਤ ਨਿਕਲਦੇ, ਲੋਕੀ ਲੈ ਕੇ ਹੁੰਦੇ ਆ। ਪਿੱਛੇ ਜੇ 3 ਕਿਲੋ ਇੱਕ ਬੰਦੇ ਨੂੰ, ਆਮ ਬੰਦੇ ਨਿਕਲਿਆ। ਔਰ ਕੈਸੀ ਗੱਲ ਆ, ਉਹਨਾਂ ਨੇ ਬੰਦ ਨਹੀਂ ਕੀਤਾ, ਲਈ ਜਾਓ ਰਾਹ ਖੁੱਲਾ ਵਾ। ਉਹ ਪਾਣੀ ਜਿਹਾ ਹੁੰਦਾ ਵਾ, ਪਾਣੀ 'ਚ ਛਾਨਣੀਆਂ ਲਾ ਕੇ ਬੈਠੇ ਨੇ ਆਮ, ਤੂੰ ਵੀ ਬਹਿ ਜਾ, ਤੇਰੀ ਕਿਸਮਤ ਆ। ਉਹ ਢੇਲਾ ਹੀ ਆ ਗਿਆ, ਉਹਨੂੰ ਵੱਡਾ ਹੀ ਢੇਲਾ ਹੀ ਆ ਗਿਆ। ਬਾਕੀ ਨੂੰ ਕੋਈ ਜ਼ਰਰੇ ਹੁੰਦੇ ਥੋੜੇ ਬਹੁਤ, ਉਹਨੂੰ ਪੂਰਾ ਹੀ ਏਡਾ ਆ ਗਿਆ। ਉਹਦੀ ਤਸਵੀਰ ਵੀ ਅਸੀਂ ਵੇਖੀ। ਟਮਾਟਰ ਤੁਸੀਂ 3 ਕਿਲੋ ਵਾਹ ਇੱਕ ਟੈਪ ਲੱਭ ਗਈ ਸਾਜੀ ਉਹਨੂੰ। ਪੱਥਰ ਟੈਪ ਸੀ ਉਹਦਾ ਹੀ ਆ। ਇਹ ਨਹੀਂ ਹੈਗਾ ਵੀ ਉੱਥੇ ਕੋਈ ਬਸ ਹੈਲੀਕਾਪਟਰ ਉਸ ਹਿਸਾਬ ਨਾਲ 3 ਕਿਲੋ ਲੱਭ ਜਾਂਦਾ ਸਾਨੂੰ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਚੱਲੀਏ ਯਾਰ, ਲੇਕਿਨ ਕਿਸਮਤ ਜ਼ਮਾਈਏ। ਸਾਨੂੰ ਉਹਨਾਂ ਨੇ ਚੁੱਕਣਾ ਸੀ, ਅਸੀਂ ਭਾਵੇਂ ਜਿਹਦੀ ਮਰਜ਼ੀ ਚਾਲੀ ਜਾਂਦੇ। ਆਹੋ ਸਾਡਾ ਤਾਂ ਹੋਰ ਹਿਸਾਬ ਸੀ। ਇਹਨੂੰ ਲੱਭਾ ਔਰ ਮੈਂ ਸਿਰ ਪਾੜਤਾ ਤੇ ਜੇਲ੍ਹ ਹੋ ਅੰਗਰੇਜ਼ ਦਾ ਖੁੱਲਾ ਖੋਲਿਆ ਤੂੰ। 40 ਲਾ ਕੇ ਘੈਟਾ ਖੋਤਰ ਤੇ ਅਸਲੀ ਇੱਟ ਆ ਗਈ ਕਿਤੇ ਮਿੱਟੀ ਵਾਲੀ, ਉਹੀ ਚੱਕ ਕੇ ਲਿਆ ਯਾਰ ਉਹਨੇ ਕਿਹਾ, ਉਹਦੇ ਚ ਵੀਡੀਓ ਚ ਮੈਂ ਲਾਇਆ ਨਾ, ਉਹ ਜਿਹੜਾ ਬੰਦਾ ਸੀ
ਦੱਸ ਰਿਹਾ ਸੀ, ਕਹਿੰਦਾ 1,25,000 ਕਿਲੋ ਫਸਟ ਪਹਿਲੀ ਵਾਰੀ ਇਹਨਾਂ ਨੇ ਕੱਢਿਆ ਸੀ ਉੱਥੋਂ। ਤੂੰ ਦੇਖ ਲੈ ਇੰਨੀ ਬੰਦੇ ਦੀ ਘਰੋਂ ਰੇਤ ਨਿਕਲਾ ਵੀ ਬੰਦਾ ਵੀਰ ਹੋ ਜਾਂਦਾ। ਤੇ ਉਸ ਤੋਂ ਬਾਅਦ ਮੁਸਲਸਲ ਕੱਢਦੇ ਰਹੇ ਨੇ, ਬਹੁਤ ਨਿਕਲਿਆ ਵਾ, 10 ਦੇ ਘੱਟ ਆ, ਨਿਕਲਿਆ ਜ਼ਿਆਦਾ ਵਾ, ਟ੍ਰੇਨਾਂ ਭਰ ਕੇ ਸਾਜੀ ਬਹੁਤ ਬਰਤਾਨੀਆਂ ਬਹੁਤ। ਗਈਆਂ। ਹਾਂਜੀ ਬਰਤਾਨੀਆ। ਸਾਈ ਸਾਡੇ ਪਾਕਿਸਤਾਨ ਵੀ ਕੋਈ ਖੁਦਕਸ਼ ਇਲਾਕੇ ਹੈਗੇ ਜਿੱਥੋਂ ਸੋਨਾ ਨਿਕਲਦਾ ਵਾ। ਖੁਦ ਕਿਹੜੇ ਲੱਗੇ ਨਹੀਂ ਤੇ ਮਿੱਠੇ ਸਾਨੂੰ ਜਾਣਾ ਚਾਹੀਦਾ ਸੀ, ਛਾਣਨੀਆਂ ਲਾਉਣੀਆਂ ਚਾਹੀਦੀਆਂ ਸੀ, ਮੁਕੱਦਰਾਂ ਦੀ ਗੇਮ ਹੁੰਦੀ। ਉਸਤਾਦ ਜੀ ਮੈਨੂੰ ਇੰਨਾ ਪਤਾ ਮੇਰੇ ਸਭ ਤੋਂ ਵੱਡੀ ਅੱਛੀ ਗੱਲ ਇਹ ਲੱਗੀ ਕਿ ਉਹਨਾਂ ਨੇ ਉੱਪਰ ਰੱਖਿਆ, ਉਹਨਾਂ ਨੇ ਕਿਹਾ ਜਿਹੜਾ ਮਰਜ਼ੀ ਆ ਕੇ ਕੱਢ ਲਵੇ, ਕੋਈ ਰੌਲਾ ਕਿ ਉੱਥੇ ਲੈਣਾ ਲੱਗੇ ਟੋਕਨ ਲੈਣਾ ਪੈਂਦਾ ਭਰਾਵਾ। ਨਹੀਂ ਉੱਥੇ ਨਹੀਂ ਨਹੀਂ। ਨਹੀਂ 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 ਉੱਪਰ ਮਾਈਂਡ ਔਰ ਕੱਲੀ ਉਹ ਇੱਕ ਨਾ ਪਾਣੀ 'ਚ ਆਉਂਦਾ, ਉਹ ਨਹੀਂ, ਉਹਦੀ ਸਾਈਡਾਂ ਦੀ ਉਹ ਜਿੰਨੀ ਜ਼ਮੀਨ ਆ ਨਾ, ਉਹ ਸਾਰੇ ਦੇ ਇਹੀ ਕੁਛ ਹੀ ਆ, ਕਿ ਵਿੱਚ ਜ਼ਰਾਤ ਆਈ ਜਾ ਰਹੇ ਨੇ, ਢੇਲੇ ਵੀ ਆ ਜਾਂਦੇ ਨੇ ਵਿੱਚ। ਉਸਤਾਦ ਜੀ ਹੁਣ ਆਪਾਂ ਇੱਕ ਕੰਮ ਕਰਦੇ ਨਾ, ਆਪਾਂ ਹੁਣ ਦੁਬਾਰਾ ਪੀਆ ਲਾਉਣੇ, ਉੱਥੇ ਹੀ ਚੱਲਦੇ ਆ ਸਿੱਧੇ ਉੱਥੇ ਹੀ 6 ਦਿਨ ਉੱਥੇ ਹੀ ਬਹਿ ਜਾਣਾ, ਮਹੀਨਾ ਉੱਥੇ ਬਵਾਂਗੇ। ਹਾਂ ਬਸ ਠੀਕ ਆ। ਉੱਥੇ ਹੀ ਰੋਟੀ, ਉੱਥੇ ਹਰ ਸਾਈਡ ਕਰਕੇ ਪਟਾ ਕੇ ਪਿੱਛੇ ਨੂੰ ਤੁਰ ਪੋ, ਜਿੱਧਰੋਂ ਆ ਪਿੱਛੇ ਥਾਂ ਜਿੱਥੋਂ ਆ ਰਿਹਾ ਉਧਰ ਨੂੰ ਜਾਵਾਂਗੇ। ਅੰਦਰ ਚੱਲ ਜਾਓ ਕਾਨ ਦੇ। ਰੇਤ ਵਾਲਾ ਛਾਨਣਾ ਲੈ ਜੀ ਉਹਨਾਂ ਸਾਹ ਜੀ, ਉਹੀ ਬੜੇ ਬੜੇ ਗੋਰੇ ਉੱਥੇ ਬੈਠੇ ਹੁੰਦੇ, ਉਹਨਾਂ ਨੇ ਫੜੇ ਹੁੰਦੇ ਛਾਨਣੇ। ਉਸਤਾਦ ਜੀ ਹੋ ਸਕਦਾ ਆਪਾਂ ਉੱਥੋਂ ਪਿੱਛੋਂ ਦੇ ਆਈ ਤੇ ਐਨ ਕਰਕੇ ਸਾਰਾ ਰੀਲ ਬਾਜ਼ਾਰ ਨਿਕਲੇਗੀ। ਯਾਰ ਕੋਈ ਮਕਰਾ ਤੀਸ ਨਹੀਂ ਐਸਾ ਜਿਹੜਾ ਸੋਨੇ ਨੂੰ ਚੰਬੇੜੇ ਹੁੰਦਾ ਨਾ ਬੱਕਰਾ 30 ਹੁੰਦਾ ਦੋਏ ਵਾਸਤੇ ਕਰਦੇ ਨੇ। ਹਾਂ ਨਹੀਂ ਉਹ ਅੱਜ ਵੀ ਕਹਿੰਦੇ ਉਹਨਾਂ ਨੇ ਨਾ, ਉਹ ਟਰੈਕਟਰ ਜਿਹਾ ਉਹ ਫੜਿਆ ਹੁੰਦਾ, ਉਹ ਖਾਲੀ ਪਾਣੀ 'ਚ ਨਹੀਂ, ਉਹਦੇ ਆਲੇ ਦੁਆਲੇ ਜ਼ਮੀਨ ਤੇ ਵੀ ਗੋਰੇ ਲੈ ਕੇ ਫੇਰ ਰਹੇ ਹੁੰਦੇ ਨੇ, ਜਿੱਥੇ ਉਹਨਾਂ ਨੂੰ ਆਵਾਜ਼ ਆਉਂਦੀ ਉੱਥੋਂ ਖੁਦਣਾ ਸ਼ੁਰੂ ਕਰ ਉਹ ਦਿੰਦੇ। ਸੋਨਾ 30 ਮਕਰਾ 30 ਹੁੰਦਾ, ਮਕਰਾ 30 ਲੋਹਾ ਫੜਦਾ ਸਾਜੀ ਸੋਨਾ 30 ਹਾਂਜੀ। ਜੇ 0.0 ਨਫੀ ਉਹ ਮਾਈਨਸ ਆਪ ਹਵਾ ਤੇ ਯਾਰ ਉਧਰ ਤੋਂ ਆ ਗਏ ਤਾਂ ਯਾਰ ਲੈ ਜਾ ਰਿਹਾ 0.0 ਨਫੀ ਮਾਈਨਸ ਆ ਵੀ ਉਹ ਤੁਸੀਂ ਸਾਹ ਲੈਣਾ ਨਾ, ਤੁਹਾਡੇ ਅੰਦਰ ਜਾਊਗੀ ਹਵਾ ਸਾਰੀ। ਏਰੀਆ ਤੇ ਵਾਰਿਸਪੁਰਾ ਰਲ ਗਿਆ ਤੇ ਉਹ ਵਿੱਚ ਭਾਜੀ 4K ਰਿਜ਼ਲਟ ਆ ਉੱਥੇ ਆਮ ਦੇਖਣ ਦਾ, ਅੱਖਾਂ ਦਾ ਹਰ ਤਰਫ ਤੇਰਾ ਜਲਵਾ, ਯਾਨੀ ਤੁਸੀਂ ਇੰਜ ਵੇਖ ਰਹੇ ਹੋ ਤੁਹਾਨੂੰ ਇੰਜ ਲੱਗਾ 4K ਮੇਰੀਆਂ ਅੱਖਾਂ ਹੋ ਗਈਆਂ, ਇੰਨਾ ਸ਼ਫਾਫ ਹੈ, ਇੰਨਾ ਸ਼ਫਾਫ। ਆਈਫੋਨ ਤੇ ਤੂੰ ਮੈਂ ਵੀਡੀਓ ਵੇਖੀ ਨਹੀਂ, ਆਈਫੋਨ ਦਾ ਰਿਜ਼ਲਟ ਹੀ ਨਹੀਂ ਪਾਕਿਸਤਾਨ ਚੋਂ ਜਿਹੜਾ ਉੱਥੇ ਜਾ ਕੇ ਰਿਜ਼ਲਟ ਹੁੰਦਾ। ਹਾਏ 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 ਗੋਰਾ ਅੱਜ ਤੇ ਚੀਟਿਆ ਵਾ, ਅਸੀਂ ਫਿਊਚਰ ਪਲਾਨ ਕਰਨ ਦਾ ਯਾਰ ਮੈਨੂੰ ਉੱਥੇ ਇੱਕ ਉਹ ਹੋਟਲ ਜਿੱਥੇ ਆਪਾਂ ਆਖਰ ਤੇ ਰੋਟੀ ਨਹੀਂ ਖਾਦੀ ਜਦੋਂ ਕਰੇਲੇ ਗੋਸ਼ਤ ਖਾਦੇ, ਹਾਂ ਯਾਰ ਗੋਰਾ ਇੱਕ ਆਇਆ ਤੇ ਗੋਰਿਆਂ ਦੇ ਵਿੱਚੋਂ ਵੀ ਇੰਜ ਲੱਗਦਾ ਸੀ ਕਿ ਜਿਹੜੇ ਗੋਰੇ ਨੇ ਨਾ, ਇਹਨਾਂ ਦੇ ਵਿੱਚੋਂ ਅਗਰ ਕੋਈ ਪੱਕਾ ਪੀਠਾ ਗੋਰਾ ਨਾ ਤਾਂ ਆਹ ਹੋਣਾ ਵਾ, ਉਹ ਕਰਨਾਟਕ ਗੋਰਾ, ਅੱਖਾਂ ਤੋਂ ਜਾਨੀ ਪੂਰਾ ਪੈਂਟ ਕੋਟ ਪਾਇਆ, ਤੇ ਮੇਰੇ ਕੋਲ ਆ ਕੇ ਨਾ ਮੇਰੇ ਲਾ ਰਿਹਾ, ਤੇ ਮੈਂ ਕਿਹਾ ਯਾਰ ਇਹ ਮਤਲਬ ਪਤਾ ਨਹੀਂ ਕਿੱਧਰ ਆ, ਤੇ ਮੇਰੇ ਕੋਲ ਬਾਲ ਕਹਿੰਦਾ ਕੀ ਹਾਲ ਆ ਜਾਨੀ ਵੀਰੇ। ਮੈਂ ਕਿਹਾ ਠੀਕ ਆ, ਮੈਂ ਕਿਹਾ ਭਾਜੀ ਤੁਸੀਂ ਬੱਗਾ ਪੰਜਾਬੀ ਹੋ? ਨਹੀਂ ਬੱਗਾ ਨਹੀਂ ਸੀ, ਜਰਮਨ ਇੰਜ ਲੱਗਦੀ ਯਾਰ, ਅੰਗਰੇਜ਼ ਆ। ਤੇ ਕਹਿੰਦਾ ਮੈਨੂੰ ਤੇ ਉਹਨੇ ਕਿਹਾ ਉੱਥੇ ਜਾਨੀ ਭਾਈ ਕੋਲ, ਤੇ ਮੈਂ ਕਿਹਾ ਚਲੋ ਸਲਾਮ ਲੈ ਉਹਨੇ। ਮੈਂ ਤੁਸੀਂ ਬੋਲ ਵੈਲ ਫੱਟਾ ਹੀ ਅੰਗਰੇਜ਼ ਆ। ਕਸਮ ਹੈ ਯਾਰ ਉਸਤਾਦ ਜੀ ਅਸੂਲ ਦੇਖ ਕੇ ਤੇ ਉਹਨਾਂ ਦੇ 9 ਤੋਂ 5 ਡਿਊਟੀ ਕਰਦੇ ਆ। ਇਹ ਸਭ ਤੋਂ ਮਜ਼ੇਦਾਰ ਗੱਲ ਆ, ਸਵੇਰੇ 5-6 ਵਜੇ ਸਾਰਾ ਆਸਟ੍ਰੇਲੀਆ ਜਾਗ ਰਿਹਾ ਹੁੰਦਾ, ਤੇ ਸ਼ਾਮ ਨੂੰ 9-6 ਵਜੇ ਪੂਰੇ ਆਸਟ੍ਰੇਲੀਆ ਦੇ ਮਾਲ ਬੰਦ, ਖਤਮ, ਬਾਹਰ ਕਰ ਦੇਣਗੇ 5:30 ਵਜੇ, ਚਲੋ ਨਿਕਲੋ 6 ਵਜੇ ਬਾਹਰ, 6 ਵਜੇ ਤੋਂ ਪਹਿਲੇ। ਤੇ ਭਾਈਜਾਨ ਸਾਰਾ ਆਸਟ੍ਰੇਲੀਆ ਸਵੇਰ 5-6 ਵਜੇ ਉੱਠਦਾ ਵਾ, ਤੇ ਸ਼ਾਮ ਨੂੰ 9 ਵਜੇ ਤੇ ਨਾ ਕੁਛ ਉਹਦੇ ਸਿਟੀ ਐਸੇ ਜਿੱਥੇ 8-9 ਵਜੇ ਹਨੇਰਾ ਵਾ, ਸੌਂ ਗਏ ਸਾਰੇ ਸਮਝੋ, ਤੇ ਕੁਛ ਐਸੇ ਨੇ ਤੇ ਲੇਕਿਨ ਵਿੱਚ ਐਸੀਆਂ ਕੁਝ ਜਗ੍ਹਾ ਕਲੱਬ ਸ਼ਲੱਬ ਹੈਗੇ ਨੇ, ਲੇਕਿਨ ਨਾਰਮਲ ਓਵਰਆਲ 9 ਵਜੇ ਪੁਆਇੰਟ ਬੰਦ ਸਾਰਾ ਕੁਝ, ਸੌ ਜਾਓ ਚਲੋ। ਹਫਤਾ ਤਵਾਰ ਹਾਂਜੀ ਨਹੀਂ ਉਹਨਾਂ ਨੇ ਸਟਾਈਲ ਆਪਣਾ ਇੱਕ ਰੂਟੀਨ ਰੱਖੀ ਆ, ਹਫਤਾ ਤਵਾਰ ਇਸ ਕਿਸਮ ਦਾ ਚਿਲ ਕਰਦੇ ਆ, 5 ਦਿਨ ਕਮਾਉਣਾ 2 ਦਿਨ ਜਾਣਦਾ, ਇਹ ਉੱਤੇ ਰੂਟੀਨ ਆ ਬਸ। ਨਾ ਕੋਈ ਬੱਚਾ, ਨਾ ਕੋਈ ਤਾਇਆ, ਨਾ ਉੱਪਰ ਵੀ ਛੱਤ TR ਵਿੰਗਾ ਹੋ ਗਿਆ, ਜਾਂ ਕੇਬਲ ਵਾਲਾ ਆ ਗਿਆ, ਕਿਰਾਨੇ ਵਾਲੇ ਦੇ ਪੈਸੇ, ਕੋਈ ਟੈਨਸ਼ਨ ਨਹੀਂ, ਮਜ਼ਾ। ਯਾਰ ਆਸਟ੍ਰੇਲੀਆ 'ਚ ਨਾ ਸਿਡਨੀ ਤੇ ਮੈਲਬਰਨ ਕੱਢ ਕੇ ਨਾ ਬਾਕੀ ਸਾਰੇ ਗਾँव ਸ਼ਾਂਤੀ, ਗਾँव ਛੋਟੇ ਛੋਟੇ ਗਾँव ਬਣੇ ਨੇ, ਬਸ ਕਸਬੇ ਪਿੰਡ, ਮੱਝਾਂ ਰੱਖੀਆਂ, ਗਾਈਆਂ ਰੱਖੀਆਂ ਨੇ, ਫਾਰਮ ਹਾਊਸ ਨੇ, ਉੱਥੇ ਜਾਨਵਰ ਰੱਖੇ ਨੇ, ਬਸ। ਜਿਹੜਾ ਡਿਵੈਲਪ ਆ ਨਾ ਉਹ ਮੈਲਬਰਨ ਸਿਟੀ ਹੈ, ਤੇ ਸਿਡਨੀ ਜਿਹੜਾ ਉਹ 올ਡ ਡਿਵੈਲਪਮੈਂਟ। ਐਡਲਟ ਇਹ ਨਾਰਮਲ ਹੀ ਨੇ ਇਹ ਦੂਰ ਨਹੀਂ ਬਾਕੀ ਨਾਰਮਲ ਹੀ ਨੇ ਸਾਰੇ, ਇਹ 2 ਵੱਡੇ ਨੇ ਤੇ ਇੱਕ ਦੇ ਹੋਰ ਹੋਣਗੇ, ਮੇਨ 2 ਇਹ ਨਹੀਂ ਹੈ ਵੱਡੇ, ਯਾਨੀ ਕਿ ਸਾਰਾ ਆਸਟ੍ਰੇਲੀਆ ਓਕੇ ਨਹੀਂ ਹੈਗਾ, ਕੇਵਲ ਜਿੱਥੇ ਰਹਿੰਦਾ ਹੈ ਐਡਲਟ ਨਹੀਂ ਕੇਵਲ ਉਹ ਤਾਂ ਐਡਲੇਟ ਸਾਰਾ ਹੀ ਓਕੇ ਨਹੀਂ ਹੋ ਗਿਆ। ਜਿਹੜੀ ਹੁਣ ਮਲਕਾ ਐਲਿਜ਼ਬਥ ਸੀ ਨਾ, ਮਲਕਾ ਵਿਕਟੋਰੀਆ, ਜਿਹੜੀ ਇਹ ਆਪ ਨਾਨਕ ਦਾਦ ਕੇ ਵਾ, ਜਿਹੜੀ ਉਹ ਸੀ ਲੈਡੀ ਡੈਨਾ, ਇਹ ਮਲਕਾ ਇਹਦੀ ਕੁੱਫੀ ਸੱਸ ਦੀ ਵਿਕਟੋਰੀਆ ਨੇ ਸੱਚੀ ਬਕੂਏ ਨੇ, ਇਹਨੇ ਤਲਾਕ ਕਰਵਾਈ ਸੀ ਨਾ ਇਹਨਾਂ ਦੀ, ਨਾਂ ਦੀ ਤਲਾਕ ਕਰਾਤੀ ਸੀ। ਨਹੀਂ ਇਹ ਸੱਚਾ ਵਾ, ਮਲਕਾ ਵਿਕਟੋਰੀਆ ਲੈਡੀ ਡੈਨਾ ਦੀ ਸੱਸ, ਉਹ ਵਿਕਟੋਰੀਆ ਨਹੀਂ ਵਿਕਟੋਰੀਆ, ਉਹੀ ਉਹਨੇ ਟਿਕਟ ਵਸਣ ਨਹੀਂ ਦਿੱਤਾ,
ਇਹਨੂੰ ਲੇਡੀ ਡਾਇਨਾ ਇਹ ਤੂੰ ਖੁਦਕੁਸ਼ੀ ਕੀਤੀ ਉਹਨੇ ਉਹ ਭਾਈ ਇਹ ਉਦੋਂ ਹੋਏ ਨੇ ਜਦੋਂ ਉਹਨੇ ਉਹਦੇ ਫੁੱਫੇ ਨੂੰ ਰੋਟੀ ਨਹੀਂ ਵਰਤਾਨ ਦਿੱਤੀ ਔਰ ਲੇਡੀ ਡਾਇਨਾ ਨੇ ਬ੍ਰਿਟਿਸ਼ ਇੱਕ ਫੰਕਸ਼ਨ 'ਚ ਇਹ ਲੇਡੀ ਡਾਇਨਾ ਵਿਆਹ ਤੇ ਗਈ ਸੀ ਜਦੋਂ ਵਿਕਟੋਰੀਆ ਨੇ ਇਹ ਕਹੀ ਕਿ ਭਤੀਜੇ ਤੂੰ ਲੰਬੇ ਵਾਲ ਰੱਖ। ਉਹ ਯਾਰ ਵੇਟਰ ਕੋਲੋਂ ਸਾਲਨ ਡੁੱਲ ਗਿਆ ਸੀ ਤੇ ਲਹਿੰਗੇ ਤੇ ਹਾਂਜੀ ਉੱਥੇ ਉਹਨੇ ਇਜਾਜ਼ਤ ਅੰਦਰ ਦੀ ਗੱਲ ਤੁਹਾਨੂੰ ਪਤਾ ਹੀ ਨਹੀਂ। ਲੇਡੀ ਡਾਇਨਾ ਨੇ ਜਦੋਂ ਪਟੇ ਕਢਾਏ ਤਾਂ ਪਟੇ ਬਣਾਉਣੇ ਵਿਕਟੋਰੀਆ ਨੂੰ ਉਥੋਂ ਖਿੱਚ ਚੜ ਗਈ ਉਹਨੇ ਕਿਹਾ ਪੁੱਤ ਸਾਡੇ ਚ ਨਹੀਂ ਘਟਾਉਂਦੇ ਉਹਨੂੰ ਕਹਿੰਦਾ ਓਏ ਉਹ ਵਾਲ ਜਿਹੜੇ ਹੁੰਦੇ ਨਾ ਉਹਨੇ ਵਾਏ ਸੀ ਜਿਹੜੇ ਗੁੱਚੂ ਮੁੱਛੂ ਸੀਗੇ ਉਹ ਫੜ ਕੇ ਉਹਨੇ ਸਾਜੀ ਕੋਈ ਜਾਦੂ ਕੀਤਾ ਵਾ ਉਦੋਂ ਉਹਦਾ ਕੰਮ ਖਰਾਬ ਹੋ ਗਿਆ ਬੜੀ ਜਾ ਕੇ ਪੜਾਇਆ ਉਲਟੀ ਹੀ ਨਹੀਂ ਰੁਕੀ ਲੇਡੀ ਡਾਇਨਾ ਦੀ ਐਂਡ ਤੱਕ ਭਾਈ ਉਹ ਕੀਤਾ ਹੀ ਬਹੁਤ ਮਾੜਾ ਕੀਤਾ। ਇਹ ਗੱਲੂ ਰੋਬਰਟ ਦੇ ਵਲੀਮੇ ਦੀ ਗੱਲ ਹੈ ਜਿਹੜਾ ਵਾਕਿਆ ਯੈਸ ਜਦੋਂ ਗੁੱਸਾ ਕਸਟਰਡ ਖਾਦਾ ਗੱਲੂ ਰੋਬਰਟ ਦੇ ਵਲੀਮੇ ਤੇ ਹਾਂਜੀ ਇਹ ਮਸਲਾ ਬਣਿਆ ਨਹੀਂ ਆਈ ਲੈਗ ਦੀ ਹਾਂ ਲੈਗ ਦੀ ਬੋਟੀ ਦਾ ਰੌਲਾ ਬਣਿਆ ਸੀ ਹਾਂਜੀ ਯਾਰ ਜਦੋਂ ਹੈਰੀ ਪੋਟਰ ਦਾ ਫੇਸਬੁੱਕ ਭਰਤਾ ਉਹਨੇ ਤਰੀ ਨਾਲ ਯਾਰ ਤਾਂ ਪੀਟਰ ਪਾਰਕਰ ਜਦੋਂ ਆਇਆ ਬਾਹਰ ਉਦੋਂ ਓਏ ਯਾਰ ਜੋਨ ਕੁੱਤੇ ਨਾਲ ਲੜਾਈ ਹੋਈ ਸੀ ਉਹਨੇ ਉਹਦੇ ਚਪੇੜਾ ਮਾਰੀਆਂ ਯਾਰ ਤੈਨੂੰ ਪਤਾ ਹੀ ਨਹੀਂਗਾ ਉਹ ਜੋਨ ਕੁੱਤੇ ਕੋ ਡੁੱਲਿਆ ਸਾਲਣ ਭਾਈ ਕਰਕੇ ਫੁੱਫੜ ਹੰਸੀਆਂ ਕਰਾਉਣੀਆਂ ਆਇਆ ਵਾ ਉਹ ਯੈਸ ਉਹ ਖਰਾਬ ਹੋਇਆ ਪਤਾ ਕੀ ਗੱਲ ਹੈ ਗੁੱਲੂ ਮੈਕਸਵੈਲ ਦਾ ਪਤਾ ਤੈਨੂੰ ਨਹੀਂ ਪਤਾ ਉਹਨੇ ਸਾਰੀ ਗੱਲਬਾਤ ਦੱਸੀ ਹੈ ਮਲਕਾ ਵਿਕਟੋਰੀਆ ਦੀ ਤੇ ਮਲਕਾ ਬਰਤਾਨੀਆ ਦੀ ਉਸਤਾਦ ਜੀ ਚੁੰਡੇ ਬੱਟਣ ਇਹੀ ਕਹਿ ਰਹੇ ਹਾਂ ਬੜਾ ਰੌਲਾ ਰਿਹਾ ਇਹ ਗਈ ਕਾਤੋਂ ਭਲਾ ਮੈਂ ਕੱਲ ਏਡੀ ਦੀ ਵਜ੍ਹਾ ਤੋਂ ਮਲਕਾ ਵਿਕਟੋਰੀਆ ਹੁਣੀ ਇੰਜ ਕਰਕੇ ਕਿਤੇ ਫੌਜ ਦੀ ਦੱਸਣਿਆ ਆ ਉਹਦੀ ਜੁੱਤੀ ਪਾ ਕੇ ਲਿਸਬਤ ਲਈ ਉਥੋਂ ਨਗ ਤੋੜ ਇੰਨੀ ਕੀ ਗੱਲ ਤੋਂ ਨਹੀਂ ਲੜਾਈ ਹੋ ਸਕਦੀ ਨਹੀਂ ਨਗ ਤੋੜ ਲਿਆ ਹੀ ਨਗ ਯਾਰ ਉਹਨੇ ਮੀਆਂ ਸ਼ਾਹੂ ਨਹੀਂ ਸ਼ਾਹੂ ਹਾਂ ਯਾਰ ਤਿੱਖੇ ਜੇ ਨੈਣ ਕੀ ਗੱਲ ਹੈ ਲੈ ਮੀਆਂ ਸ਼ਾਹੂ ਵਿਕਟੋਰੀਆ ਦਾ ਇੱਕ ਉਹ ਕਿਹੜਾ ਗਿਆ ਸੀ ਜੌਨ ਕੁੱਦਾ ਹਾਂਜੀ ਸਾਜੀ ਉਹਦਾ ਗੁੱਲੂ ਬ੍ਰੈਡ ਦਾ ਰੌਲਾ ਹੈ ਸਾਰਾ ਹਾਂਜੀ ਉਹ ਯਾਰ ਬਾਫੀ ਦਿੱਤੇ ਮੈਂ ਤੁਹਾਨੂੰ ਸਹੀ ਕਹਿ ਰਿਹਾ ਯਾਰ ਉਹਨਾਂ ਦਾ ਰਾਣਾ ਜੈਮਸਨ ਨੇ ਓਏ ਯਾਰ ਉਹਦੇ ਇਵਨ ਦਾ ਮਸਲਾ ਹੈ ਸਾਰਾ ਓ ਯਾਰ ਤੇਲ ਲੈਣ ਗਏ ਸੀ ਭਾਈ ਉਹ ਸਾਰੀ ਜੋਨ ਅਚਾਨਕ ਨੇ ਕੰਮ ਖਰਾਬ ਕੀਤਾ ਸਾਰਾ ਨੇ ਜੋਨ ਅਚਾਨਕ ਗਲਾਰਾ ਖਰਸ਼ਾਦ ਦਾ ਮੁੰਡਾ ਹਾਂ ਓਏ ਔਰ ਰਿੱਕੀ ਪੱਪੇ ਦਾ ਦੱਸ ਰਿਹਾ ਰਿੱਕੀ ਪੱਪਾ ਓਏ ਕੀ ਪਪਾ ਹੋ ਜਾਤਾ ਬ੍ਰੈਟਲੀ ਮੱਧਮ ਨਹੀਂ ਬਿਲਕੁਲ ਲੈ ਬ੍ਰੈਟਲੀ ਮੱਧਮ ਉਹਦਾ ਹੀ ਸਾਰਾ ਨੈਟਵਰਕ ਹਾਂ ਸਹੀ ਗੱਲ ਮੈਨੂੰ ਲੱਗਦਾ ਇਹ ਸਾਰਾ ਕੀਤਾ ਧਰਿਆ ਨਾ ਵਿਲਸਮ ਕਟਾਰੀਆ ਦਾ ਵਾ ਯਾਰ ਗੱਲ ਤੇ ਤੁਸੀਂ ਉਹਦੀ ਸੱਸ ਨਾਲ ਉਹਦੀ ਕਰਦੇ ਪਏ ਸੀ ਤੁਸੀਂ ਅੱਗੋਂ ਕਿਤੇ ਰਿਸ਼ਤੇਦਾਰੀ ਦਾ ਫੰਕਸ਼ਨ ਖਰਾਬ ਹੋਇਆ ਨਾ ਰਾਣਾ ਬੈਟਸਨ ਜਿਹੜਾ ਨਾਈ ਨਹੀਂ ਸੀ ਨਹੀਂ ਖਬਰ ਪਤਾ ਕਿੱਥੋਂ ਮਲਕਾ ਲਿਸਬਤ ਹੈਗੀ ਆ ਵਿਕਟੋਰੀਆ ਦੀ ਨੋ ਉਹਨੇ ਕਿਹਾ ਸੀ ਮੈਨੂੰ ਚਾਹੀਦਾ ਪਹਿਲਾ ਕੁੰਡਾ ਹਾਂ ਉਹਦੇ ਹੋ ਗਈ ਤੀ ਲੇਡੀ ਡਿਆਨਾ ਉਹਨੇ ਕਰਤੀ ਘਰੋਂ ਉਹਨੇ ਕਿਹਾ ਜਾ ਜਿੱਥੇ ਕੋ ਆਪਣਾ ਮੁਲਕ ਬਣਦਾ ਬਣਾ ਲਾ ਫਿਰ ਉਹਨੇ ਬਣਾਇਆ ਸੀ ਇੰਗਲੈਂਡ ਮਲਕਾ ਬਰਤਾਨੀਆ ਉੱਧਰ ਚਲ ਗਈ ਫਿਰ ਉਹਨੇ ਉਹ ਨਹੀਂ ਹੈਗਾ ਓਪਨ ਗੰਗਮ ਸਟਾਈਲ ਗਾਣਾ ਉਹ ਕਲੇਮ ਕੀਤਾ ਸੀ ਸਦਾਦਾ ਚਾਹ ਰਸਮ ਨੂੰ ਇਹੀ ਮਾਂ ਨੇ ਕਿਹਾ ਤੂੰ ਝੁੱਟ ਹੀ ਰਿਹਾ ਸਾਰੀ ਜ਼ਿੰਦਗੀ ਇਹੀ ਕਿਹਾ ਏਦਾਂ ਹੀ ਇਹ ਇਸ ਟਾਈਮ ਬਾਦਸ਼ਾਹ ਵਾ ਨੀਵੀਂ ਪਾ ਕੇ ਸੁਣਦਾ ਰਿਹਾ ਆਪਣੇ ਫਲ ਦਿੱਤਾ ਸਬਰ ਦਾ ਅਗਰ ਆਜੋ ਨਹੀਂ ਸੱਚੀ ਗੱਲ ਉਹਨੇ ਮਾਂ ਦੀ ਸੇਵਾ ਬੜੀ ਕੀਤੀ ਵਿਕਟੋਰੀਆ ਦੀ ਉਹਨੂੰ ਗੱਲ ਅੱਲਾ ਨੇ ਬਰਤਾਨੀਆ ਦਾ ਮਾਲਕ ਬਣਾਇਆ ਮਾਂ ਦੀ ਸੇਵਾ ਕੀਤੀ ਜਿਹੜਾ ਮਲਕਾ ਬਰਤਾਨੀਆ ਦਾ ਸੀ ਨਾ ਖਾਸ ਮੁਲਾਜ਼ਮ ਜੌਨਸਨ ਡੋਗਰ ਸਾਡੀ ਪੂਰੀ ਮੁੱਛ ਪੂਰਾ ਭਾਰ ਉਹਦਾ ਕਟੱਪਾ ਉਹਨੇ ਰੱਖਿਆ ਸੀ ਉਹਦੀ ਵਜ੍ਹਾ ਤੋਂ ਵਿਗਾੜ ਪਿਆ ਸ਼ਾਹੀ ਖਾਨ ਦਾ ਬਾਜੀ ਅੱਛਾ ਉਹਨੇ ਸਾਰੀ ਪਲਾਨਿੰਗ ਕਿੱਥੋਂ ਲਈ ਸਾਕਾ ਕਾਉਂਸਲਰ ਦੀ ਉਹਦੇ ਕੋਲ ਆ ਕੇ ਪੈਂਦਾ ਸੀ ਨਾਲੇ ਸ਼ਾਹ ਪੀਣੀ ਨਾਲੇ ਸਾਰੀ ਪਲਾਨਿੰਗ ਲੈ ਵੀ ਕਿੱਦਾਂ ਜਿੱਤ ਲਾ ਕੇ ਯਾਰ ਨਾਲੇ ਉਹਨੂੰ ਪਤਾ ਸੀ ਕਿ ਮੈਂ ਇਹਨਾਂ ਦੀ ਗਲੀ 'ਚ ਸੋਲਿੰਗ ਪਵਾਣੀ ਹੈ ਪੂਰੇ ਭਾਰ ਨਾਲ ਆਪਣੇ ਵਾਅਦੇ ਤੇ ਸੀ ਉਹਦੀ ਬੈਕ ਡਾਂਡੀ ਆ ਉਹਦੇ ਮਗਰ ਬਾਬੇ ਬੜੇ ਡਾਡੇ ਸੀਗੇ ਯਾਰ ਜਦੋਂ ਸਾਰਾ ਮਸਲਾ ਹੱਲ ਹੋ ਗਿਆ ਸੀ ਨਾ ਉਹ ਜਿਹੜਾ ਐਂਡ ਤੇ ਉੱਠਿਆ ਨਾ ਡੇਵਿਡ ਸਪਾਲ ਜਦੋਂ ਪੌਲ ਮੰਜ ਦੀ ਬੈਠਕ 'ਚ ਬੈਠੇ ਸੀ ਉਹਨੇ ਆ ਜਿਹੜੀ ਐਂਡ ਤੇ ਗੱਲ ਕੀਤੀ ਨਾ ਉੱਥੋਂ ਲੜਾਈ ਫੇਰ ਸ਼ੁਰੂ ਨਹੀਂ ਯਾਰ ਮੈਨੂੰ ਇੰਨਾ ਪਤਾ ਵਾ ਕਿ ਹੈਨਰੀ ਸਪਾਰੀ ਜਿਹੜਾ ਸੀ ਨਾ ਇਹੀ ਰੌਲਾ ਜੇ ਗੁੱਲੂ ਰੋਬਰਟ ਨੂੰ ਸਿਰਫ ਕੂਕਿਆਂ ਵਾਲੇ ਤੱਕ ਲਗੇ ਆ ਯਾਰ ਮਾਰਟਨ ਹੰਜਰਾ ਠੀਕ ਆ ਉਹਨੇ ਸਾਰਾ ਕੰਮ ਖਰਾਬ ਕੀਤਾ ਵਾ ਉਹਨੇ ਆਪਣੀ ਚੁਦਰਾਹਟ ਤੇ ਲੈ ਕੇ ਨਾ ਸਾਰਾ ਕੰਮ ਲੈ ਹੰਜਰਾ ਮਾਰਟਨ ਹੰਜਰਾ ਡੇਵਿਡ ਗੁਪਟਲ ਜਿਹੜਾ ਸੀ ਨਾ ਨਾਗਾ ਵਾਲਾ ਸਾਰਾ ਕੀਤਾ ਕਰਾਇਆ ਉਹਦਾ ਉਹਨੇ ਉਹਨੂੰ ਕੀ ਕਿਹਾ ਵਿਕਟੋਰੀਆ ਨੂੰ ਉਹਨੇ ਵਿਕਟੋਰੀਆ ਨੂੰ ਚੱਕੀ ਰੱਖਿਆ ਉਹਨੇ ਕਿ ਨਹੀਂ ਇਹ ਤੇਰਾ ਮੁੰਡਾ ਨਹੀਂ ਠੀਕ ਹੈ ਸ਼ਰਾਬ ਤੇ ਲਾਤਾ ਉਹ ਭਾਈ ਨਹੀਂ ਉਹ ਸੈਮਸਨ ਕਬਾੜੀਏ ਦਾ ਯਾਰ ਸੀ ਚਲੋ ਹੁਣ ਉਹਦਾ ਆਸਟ੍ਰੇਲੀਆ ਬਣ ਗਿਆ ਉਹਦਾ ਇੰਗਲੈਂਡ ਬਣ ਗਿਆ ਗੱਲ ਮੁੱਕ ਗਈ ਸੁਲ੍ਹਾ ਹੋ ਗਈ ਉਹਨਾਂ ਦੀ ਅੱਗੋਂ ਲਾਦਾਂ 'ਚ ਪੈ ਗਏ ਆਪਣੀਆਂ 'ਚ ਉਹ ਗੱਲ ਕਹਿੰਦੀ ਮੈਨੂੰ ਘਰੋਂ ਕੱਢ ਮੈਂ ਉਹਨੂੰ ਕਢਾਉਣੀ ਆ ਕਿ ਇਹਦਾ ਚੈਨਲ ਲੇਡੀ ਡੈਡਾ ਵਾ ਗੱਲ ਕਹਿੰਦੀ ਮੈਨੂੰ ਘਰੋਂ ਕੱਢ ਮੈਂ ਤੈਨੂੰ ਮੂੰਹ ਕਢਾਉਂ ਯਾਰ ਗੱਲ ਕਹਿੰਦੀ ਮੈਨੂੰ ਘਰੋਂ ਕੱਢ ਮੈਂ ਤੈਨੂੰ ਮੂੰਹ ਕਢਾਉਣੀ
ਆਪ ਨਿਕਲ ਜਾਏਗਾ। ਗੱਲ ਕਹਿੰਦੀ ਤੂੰ ਮੈਨੂੰ ਘਰੋਂ ਕੱਢ ਮੂੰਹ ਚੋਂ ਮੈਂ ਆਪੇ ਨਿਕਲ ਜਾਵਾਂ। ਸਾਲ ਦੇਈ ਜੰਨਾ ਮੈਂ ਤੇਰੀ ਵਜ੍ਹਾ ਤੋਂ ਰਾਬਰਟ ਨਾਲ ਲੀਵਰ ਬੰਗਲੇ ਸ਼ਿਫਟ ਹੋ ਗਿਆ। ਆਸਟ੍ਰੇਲੀਆ 'ਚ ਫਿਰ ਕੇ ਆਈ ਰੇਡੀ ਆਪਣਾ ਸਾਡੇ ਚਾਰਾਂ ਤੇ ਜੋ ਆਵਾਜ਼ ਝਾੜ ਹੋਇਆ ਟਿੱਕੀ ਬਣੀ ਪੂਰਾ ਰਸ ਜਿਹਾ ਬਣਿਆ ਵਾ ਕਿਥੋਂ ਦਾ ਸ਼ਫਾਈ ਲਾਟੀ ਵਾਲੇ ਅਸੀਂ ਤਾਂ ਦੱਸਦੇ ਨਹੀਂ ਭਾਈ ਉਹ ਨਹੀਂ ਰੇਲ ਬਾਜ਼ਾਰੋਂ ਤੇਲ ਲਿਆ ਉਹਦੇ ਰੇਲ ਬਜ਼ਾਰੀ ਦਵਾਈ ਨਾਲ ਸ਼ਫਾ ਨਹੀਂ ਹੋਈ ਉਹ ਰੇਲ ਬਾਜ਼ਾਰੋਂ ਕਿਹੜਾ ਤੇਲ ਮਿਲਦਾ ਯਾਰ? ਸਾਜੀ ਉਹ ਜਿੱਥੇ ਉਹ ਚੋ ਗੋਲ ਚੋ। ਹਾਂ ਜੀ, ਅੱਛਾ ਉਹਨੇ ਨਾਲ ਦਾ ਸ਼ਾਮੀ ਖਾਧੀ ਰਾਬਰਟ। ਆਹੋ ਆਮਰ ਡਰਾਈ ਫੂਡ ਚਸ਼ਮਦੀਦ ਗਵਾਹ ਉਦੋਂ ਸਿਆਣੇ ਸਿਆਣੇ ਬਾਬੇ ਸੀ ਕਹਿੰਦੇ ਐਲਿਜ਼ਬeth ਜਿਹੜੀ ਆ ਸੀ ਨੱਕ ਕਾਂਤੀ ਬੈਲੇ ਤੋਂ ਕਢਾਉਣ ਦੀ ਰਹੀ ਉਹ ਬਾਬੇ ਕੋ ਉਹਦੇ ਕੋਲ ਨਹੀਂ ਸੀ ਇਲਾਜ ਹੁੰਦਾ ਜਦੋਂ ਕੋਲ ਵਾਲੀ ਟ੍ਰੇਨ ਚੱਲਦੀ ਆ ਅੱਜ ਤਾਂ ਗੱਲ ਨਹੀਂ ਕਰਦੇ ਕਿ ਯਾਰ ਹੁਣ ਯੂਰਪ ਸਾਡਾ ਦੇਣ ਨਹੀਂ ਦੇ ਸਕਦਾ ਤੇ ਕਾਹ ਤੋਂ ਕਰੀ ਜਾਂਦੇ ਆ? ਸਭ ਤੋਂ ਬਹੁਤੀ ਕਰੀ ਵੀ ਤੂੰ ਯਾਰ। ਹਾਂ ਨਾ ਉਸਤਾਦ ਜੀ ਨੰਨਾ ਕਾਲੀਵੁੱਡ ਹੋਇਆ ਵਾ ਉੱਥੇ। ਵਾਹ ਵਾਹ ਉਹ ਸਿਰਾਤਾ ਜਦੋਂ ਉਹ ਬੰਦਾ ਸਿਆਸਤ ਚ ਆਇਆ ਉਹਨੇ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕੀਤੇ। ਜਾਨਵੰਦ ਨਿੱਕੀ ਤਬੀਅਤ ਦਾ ਮੁੰਡਾ ਬੜਾ ਹੀ ਗੁੱਡ ਬੰਦਾ। ਮੈਂ ਕਲਮ ਸੰਧੂ ਅੱਜ ਦਾ ਆਦਮੀ ਕੌਣ? ਮੈਂ ਕਲਮ ਸੰਧੂ ਸਾਜੀ ਹਿਸਟਰੀ ਲੰਬੀ ਯਾਰ ਹੁਣ ਮੁੱਕ ਗਿਆ ਕੰਮ, ਹੁਣ ਉਹ ਆਪਣਾ ਮੁਲਕ ਉਹਨੇ ਬਣਾ ਲਿਆ, ਉਹਨੇ ਆਪਣਾ ਬਣਾ ਲਿਆ, ਗੱਲ ਮੁੱਕ ਗਈ ਹੁਣ ਬਸ। ਲੇਕਿਨ ਉਸ ਹਿਸਟਰੀ ਥੋੜਾ ਜਿਹਾ ਨੇ ਖੋਇਆ ਮੁਲਕ ਸਾਜੀ ਹੱਕ ਬਹੁਤ ਮਾਰੇ ਜੀ ਇਹਨਾਂ ਨੇ, ਬਹੁਤ ਹੱਕ ਮਾਰੇ। ਤੁਸੀਂ ਵੀ ਬਣਾ ਲਓ ਬੇਟਾ, ਤੁਸੀਂ ਉੱਥੇ ਬਹਿ ਜਾਓ ਜਾ ਕੇ, ਟਿਕਟ ਵੀਜ਼ਾ ਲਵੋ ਜਾ ਕੇ 6 ਮਹੀਨੇ ਉੱਥੇ ਛਾਨਣੀ ਲਾ ਕੇ ਬਹਿ ਜਾਓ। ਅਗਰ ਉੱਥੇ ਅਸੀਂ ਛਾਨੀ ਲਾ ਹੋ ਸਕਦਾ 5-7 ਕਿਲੋ ਨਿਕਲ ਆਵੇ, ਇੱਥੇ ਆ ਕੇ ਤੇਰਾ ਹਿਸਾਬ ਲਾ ਕੀ ਹੋਊਗਾ। ਅਗਰ ਮੈਂ ਇੰਜ ਕਰਕੇ 2.5 ਕਿਲੋ ਕੱਢ ਦੇਣਾ ਮੇਰਾ ਉੱਤੋਂ ਕੋਈ ਗੁੱਟ ਨਾ ਪੜ ਲੇ ਨਹੀਂ ਮੈਂ ਸੋਚ ਰਿਹਾ ਅਗਰ ਤੁਹਾਨੂੰ ਉੱਥੇ ਇੱਕ ਮਿਸਾਲ ਆ ਕੋਈ 2-3 ਕਿਲੋ ਜਾਂ 1.5 ਕਿਲੋ ਜਾਂ ਚਲੋ ਪਾਈਆ ਅੱਧ ਭਾਰ ਨਿਕਲ ਆਉਂਦਾ ਵਾ, ਤੇ ਤੁਸੀਂ ਉੱਥੇ ਵਿਜ਼ਟਰ ਹੋ, ਤੁਸੀਂ ਉੱਥੇ ਗਏ ਵੈਸੇ ਹੀ ਵਿਜ਼ਿਟ ਕਰਨ ਉਸ ਜਗ੍ਹਾ ਦਾ, ਤੁਸੀਂ ਵੀ ਟਰਾਈ ਕੀਤੀ ਤਾਂ ਨਿਕਲ ਆਇਆ, ਤਾਂ ਤੁਸੀਂ ਲੈ ਕੇ ਕਿੱਦਾਂ ਆਉਣਾ ਆਪਣੇ ਮੁਲਕ? ਮੈਂ ਦੇਣਗੇ ਉਸਤਾਦ ਜੀ ਉੱਥੇ ਸੇਲ ਉੱਥੇ ਸੇਲ ਹੋ ਜਾਣਾ। ਨਹੀਂ ਤੁਹਾਨੂੰ 7 ਕਿਲੋ ਲਾਓ, ਤੁਸੀਂ 7 ਕਿਲੋ ਸੋਨਾ ਕੱਢ ਸਕਦੇ, ਹੈਡ ਕੈਰੀ 7 ਕਿਲੋ ਨਹੀਂ 7 ਕਿਲੋ ਨਹੀਂ ਨਹੀਂ ਯਾਰ ਇਹ ਕਿਹੜੀ ਗੱਲ, ਹੈਡ ਕੈਰੀ 7 ਕਿਲੋ 7 ਕਿਲੋ ਤੁਸੀਂ ਲਿਆ ਸਕਦੇ ਹੋ। ਔਰ ਦੂਜੀ ਗੱਲ ਇਹ ਕਿ ਭਾਣ ਉੱਤੇ ਅਗਰ 7 ਕਿਲੋ ਤੋਂ ਜ਼ਿਆਦਾ ਹੋਵੇ ਤੇ ਉਹ $50 ਪਰ ਕਿਲੋ ਦੇ ਲੈਂਦੇ ਆ। ਹਰ ਕਿਲੋ ਦੇ ਨਾਲੇ ਉਸਤਾਦ ਜੀ ਉਹ ਸੋਨਾ ਹੁਣ ਨਾਕਸ ਵਾ ਵਿੱਚ ਮਿੱਟੀ ਕਿਰਕਾਉਣ ਰਹੀ ਹੈ। ਉਹ ਨਹੀਂ ਕੁਰਕ ਸਾਰੀ ਕੱਢ ਲੈਂਦੇ। ਤੂੰ ਪਾਣਾ ਤੂੰ ਝੂਠਣਾ ਪਾਣਾ ਉਸਕੇ ਹਾਲ ਸੋਨਾ ਹੋ ਰਿਹਾ ਹੈ ਸੱਚ ਮਿੱਠੇ ਉਹ ਨਹੀਂ ਮਿਠਾਈ ਮਿੱਠੇ ਤੈਨੂੰ ਅੱਛਾ ਅੱਜ ਜਿਵੇਂ ਕਾਰਪੇਟ ਨਹੀਂ, ਹੁਣ ਜਿਹੜੇ ਰੇਲ ਬਾਜ਼ਾਰ ਸੁਨਿਆਰੀਆਂ ਦੀਆਂ ਦੁਕਾਨਾਂ ਨੇ ਹਾਂਜੀ ਉਹਨਾਂ ਦੇ ਥੱਲੇ ਕਾਰਪੇਟ ਵਿਛੇ ਹੁੰਦੇ ਆ, ਹਾਂਜੀ ਸਾਲ ਬਾਅਦ ਉਹ ਕਾਰਪੇਟ 20-25 ਲੱਖ ਰੁਪਏ ਦਾ ਵਿਕਦਾ ਈ। ਕਿਉਂ ਜਿੱਥੇ ਸੋਨਾ ਬਣਦਾ ਉੱਥੇ ਗਿਰਦਾ, ਮਿਸਾਲ ਨਹੀਂ ਸੁਣੀ ਤੂੰ? ਜ਼ਰਾਤ ਜਿਹੜੇ ਉਹ ਬਹੁਤ ਮਹਿੰਗਾ ਵਿਕਦਾ ਉਹ ਕਾਰਪੇਟ, ਹਾਂਜੀ ਕਈ ਉਹ ਚੋਂ ਕੱਢਦੇ ਨੇ ਪੂਰਾ ਸਾਲ ਉੱਤੇ ਬਹਿ ਕੇ ਰਗੜਾਈ ਹੁੰਦੀ ਨਾ, ਤੇ ਜਿਵੇਂ ਮਿੱਟੀ ਉੱਡਦੀ ਯਾਨੀ ਕਲੀਅਰ ਨਹੀਂ ਡਿੱਗਦਾ, ਉਹਦੀ ਮਿੱਟੀ ਉਹ ਕਰਕੇ ਉਸ ਤੋਂ ਬਾਅਦ ਉਹਦੇ ਚੋਂ ਵੀ ਅਗਲੇ 5-7 ਤੋਲੇ ਕੱਢ ਲੈਂਦੇ ਨੇ। ਨਾ ਸਾਲ ਬਾਅਦ ਇੱਕ ਸੁਨਿਆਰੇ ਉਹ ਬੜਾ ਮਹਿੰਗਾ ਕਾਰਪੇਟ ਹੁੰਦਾ ਉਹਨਾਂ ਦਾ, ਕਾਰਪੇਟ ਚੋਂ ਵੀ 20-25 ਲੱਖ ਦਾ ਕਾਰਪੇਟ ਨਿਕਲ ਆਂਦਾ ਵਾ ਮਿੱਠੇ ਕੈਸਾ ਬੇਵਕੂਫ ਆ ਯਾਰ। ਨਹੀਂ ਚਲੋ ਜ਼ਰੇ ਮਰਮਰ ਦੇ ਕੇ ਉਹ ਆਪ ਵੀ ਤਾਂ ਸ਼ਾਮ ਨੂੰ ਨਿਕਲ ਹੱਥ ਫੇਰ ਕੇ ਨਹੀਂ ਚਲਾ ਜਾਂਦਾ ਨਾ ਅੰਦਰ। ਯਾਰ ਜਿਹੜਾ ਉੜਦਾ ਮੇਰੀ ਗੱਲ ਸੁਣ, ਦੇਖੋ ਬੜਾ ਮੇਰੀ ਗੱਲ ਸੁਣ ਨਾ, ਤੂੰ ਰੇਲ ਬਾਜ਼ਾਰ ਜਾ, ਖਾਲੀ ਜਿਹੜਾ ਸਾਫ ਸੁਥਰਾ ਕਾਰਪੇਟ ਹੁੰਦਾ ਨਾ, ਉਹ ਕਿੰਨੇ ਦਾ ਇੱਕ ਆ ਕਾਰਪੇਟ ਕਿੰਨੇ ਦਾ ਹੋਊਗਾ? ਆ ਕਾਰਪੇਟ ਇਹ 10,000 ਤੱਕ 10,000 ਦਾ, ਉਹਨੂੰ ਜਾ ਕੇ ਕਹੀ ਯਾਰ ਮੈਨੂੰ ਲੱਖ ਰੁਪਏ ਦਾ ਕਾਰਪੇਟ ਦੇ ਦੇ, ਵੇਖੀ ਤੈਨੂੰ ਦਿੰਦਾ। ਉਸਤਾਦ ਜੀ ਲਾਜ਼ਮੀ ਕਾਰਪੇਟ ਵਿਛਾਉਣਾ ਵੀ ਸੋਹਣਾ ਪਸੰਦ ਹੈ, ਬੰਦੇ ਥੱਲੇ ਚਿੱਟਾ ਕਪੜਾ ਵਿਛਾ ਲਵੇ, ਪਲੀ ਵਿਛਾ ਲਵੇ। ਨਹੀਂ ਉਹ ਫਿਰ ਥੋੜਾ ਕਰਕੇ ਕਿੱਥੋਂ ਰੋਜ਼ ਇੰਨਾ ਨਾ ਕਰਨਗੇ, ਸਾਲ ਬਾਅਦ ਰੋਜ਼ ਉਹਦੇ ਤੇ ਕੰਮ ਹੁੰਦਾ ਵਾ, 365 ਦਿਨਾਂ ਦਾ ਹਿਸਾਬ ਲਾ ਉਹਦੇ ਅੰਦਰ ਕਿੰਨਾ ਹੋ ਜਾਣਾ। ਨਹੀਂ ਇੱਕ ਬੰਦੇ ਨੇ ਸ਼ੁਰੂ ਹੀ ਨਿਕਲ ਆਏ ਤੇ ਨਹੀਂ ਜ਼ਿਆਦਾ ਨਿਕਲ ਆਉਂਦਾ ਵਾ। ਮਿੱਠੇ ਨੇ ਲਿਆ 1 ਸਾਲ ਬਾਅਦ ਸੁਨਿਆਰੇ ਕੋਲੋਂ, ਉਹਦਾ ਕਿਤੇ ਸਾਲ ਕੰਮ ਬੰਦ ਰਿਹਾ ਸੀ, ਕੱਖ ਵੀ ਨਹੀਂ ਨਿਕਲਿਆ। ਲੈ 40 ਲੱਖ ਦਾ ਕਾਰਪੇਟ ਲੈਣ, ਇਹਨੇ ਕਿਹਾ ਵਿੱਚ ਕੁਝ ਵੀ ਨਿਕਲਿਆ, ਉਹਨੇ ਕਿਹਾ ਤੇਰੇ ਉਹ ਤੋਂ 2 ਘੰਟੇ ਪਹਿਲੇ ਤੇ ਮੈਂ ਵਿਛਾਇਆ ਨਹੀਂ। ਮੈਂ ਤੇ ਹਲੇ ਅੱਜ ਹੀ ਦੁਕਾਨ ਪਾਈ, ਦੁਕਾਨ ਤੂੰ ਗਾਹਕ ਆ ਗਿਆ, ਮੈਂ ਕਿਹਾ ਚਲੋ ਬਿਸਮਿਲ੍ਲਾ ਕਰੋ ਜੇ ਇੰਨੇ ਪੈਸੇ ਦੇ ਦੇ। ਸਨੋਕਰ ਕਲੱਬ ਦਾ ਇਹਨੇ ਕਾਰਪੇਟ ਖਰੀਦ ਲਿਆ ਕਰਕੇ ਸੋਨਾ ਲੱਭਣ ਲੱਗਾ, ਪਾਨ ਨਾਲ ਹੱਥ ਭਰ ਗਿਆ। ਆ ਕੋਨ ਉਰੇ ਕੰਧ ਨਹੀਂ ਵਿਛਾਏ ਹੋਏ, ਮੈਂ ਉਹਨੂੰ ਕਿਹਾ 40 ਲੱਖ ਲੈਣਾ ਵਾ 15 ਸਾਲ 40 ਲੱਖ ਦੀ। ਨਹੀਂ ਮਿੱਠਾ ਜੀ ਕਾਰਪ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲੈਣਾ। ਪੁੱਛਨੇ ਮਿੱਠੇ ਸਵੇਰੇ। ਹਾਂਜੀ ਸਹੀ ਗੱਲ ਆ, ਤੂੰ ਪੁੱਛ ਕੇ ਦੇਖ ਲਈ, ਉਹਨਾਂ ਦਾ ਕਾਰਪੇਟ ਬੜਾ ਮਹਿੰਗਾ। ਹੁਣ ਜਿਸ ਸੁਨਿਆਰੇ ਨੇ ਕੰਮ ਹੀ ਤੋਲੇ ਨਾਲ ਸ਼ੁਰੂ ਕੀਤਾ ਵਾ, ਉਹਦਾ ਤਾਂ ਨਹੀਂ 20-25 ਲੱਖ ਦਾ ਵਿਛਾਇਆ ਵੀ ਨਹੀਂ ਹੋਣਾ ਨਾ। ਤੋਲੇ ਨਾਲ ਕਿਹੜਾ ਕੰਮ ਸ਼ੁਰੂ ਹੁੰਦਾ? ਕਈ ਮਾੜੇ ਹੁਣ ਜਿਹੜੇ ਫਟਾ ਲਾਇਆ ਨਹੀਂ ਤੋਲੇ ਨਾਲ ਕੋਈ ਕੰਮ ਨਹੀਂ ਸ਼ੁਰੂ ਹੁੰਦਾ। ਨਹੀਂ ਜਿਹੜੇ ਫਟਾ ਲਾਉਂਦੇ ਉਸਤਾਦ ਜੀ, ਜਿਹੜਾ ਉੱਥੇ ਮੌਕੇ ਤੇ ਤੁਹਾਨੂੰ ਬਣਾ ਕੇ ਦਿੰਦਾ ਕਾਂਟੇ ਕੋਲੇ ਹੱਥ ਭਾਈ ਅੱਧੇ ਘੰਟੇ ਦਾ ਟਾਈਮ ਦੇ। ਉਹ ਯਾਰ ਉਹਨੇ ਆਪ ਨਹੀਂ ਕੀਤਾ ਹੁੰਦਾ, ਉਹ ਦੁਕਾਨਦਾਰਾਂ ਦੇ ਨਾਲ ਪਿੱਛੇ ਉਹਨਾਂ ਦੀ ਅੱਟੀ ਸੱਟੀ ਹੁੰਦੀ ਹੈ, ਉਹ ਸਾਰਾ ਦਾ। ਉਸਤਾਦ ਜੀ ਉਹ ਜਿਹੜੀ ਜਿੱਥੋਂ ਆਪ ਰਹੇ ਖੁਦ ਬਹੁਤ ਸੋਨਾ ਨਿਕਲਦਾ, ਉਹ ਫਿਰ ਉੱਥੇ ਆਪਾਂ ਨਾਲ ਇੱਕ ਕਰੈਕਟਰ ਬਿਠਾ ਦਿੱਤਾ ਆਸਟ੍ਰੇਲੀਆ। ਆਹੋ ਫਟਾ ਦੇ ਕੇ ਯਾਰ ਇੰਨੇ ਕਰਕੇ ਤਰੀਕ ਨਿਕਲੀ ਭਾਜੀ ਤੇ 2 ਟਾਪਸ ਬਣਾ ਦਿਓ ਨਾਲ ਟਾਕ। ਆਹੋ ਨਾਲੋਂ ਨਾਲ ਤਿਆਰੀ ਹੋਈ। ਓਏ ਯਾਰ ਆਪਣੇ ਹਕਮਤ ਨੇ ਤਾਜ਼ਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਰਮ ਸੋਨਾ ਗਰਮ ਸੋਨੇ ਦਾ, ਤਾਜ਼ਾ ਸੋਨੇ ਦਾ, ਇੱਕ ਸੁਨਿਆਰੇ ਤਾਜ਼ਾ ਸੋਨੇ ਦੇ ਕਾਂਟੇ ਲੈ ਲਓ ਬਸ। ਇੱਕ ਸੁਨਿਆਰੇ ਨੂੰ 10 ਲੱਖ ਰੁਪਇਆ ਦੇ ਕੇ ਕਹਿੰਦਾ 3 ਤੋਲੇ ਦੇ ਦੇ, ਉਹਨੇ 3 ਤੋਲੇ ਭੁੱਕ ਕੇ ਦੇ ਨਹੀਂ ਇਹ ਹੋਣਾ ਚਾਹੀਦਾ ਸਹੀ ਆਈਡੀਆ ਦੱਸਿਆ ਨਹੀਂ, ਉੱਥੇ ਨਾਲ ਤਾਜ਼ਾ ਟਾਪਸ ਬਣਾ
ਤਾਜ਼ਾ ਕਾਂਟੇ ਹੱਥ ਦੇ ਬਣੇ, ਤੁਹਾਡੀ ਅੱਖਾਂ ਦੇ ਸਾਹਮਣੇ। ਅੱਖਾਂ ਦੇ ਸਾਹਮਣੇ, ਕੋਈ ਧੋਖਾ ਨਹੀਂ ਕੋਈ। ਹਾਂਜੀ, ਕੰਦਰ ਬਣਾਓ, ਨੈਕਲਸ ਬਣਾਓ, ਜੋ ਮਰਜ਼ੀ ਬਣਾਓ। ਤੇ ਉੱਥੋਂ ਨਿਕਲੀ ਆ ਰਿਹਾ ਤੇ ਉੱਥੇ ਬਣਾਈ ਜਾ ਰਹੇ। ਆਪਾਂ ਉੱਥੇ ਲਿਖ ਦੇਣਾ ਵਾਪਸੀ ਪਰ ਕਾਟ ਨਹੀਂ ਲੈਤੇ, ਉਹ ਵੀ ਲਿਖਾਂਗੇ। ਹਾਂ ਸਹੀ ਗੱਲ ਹੈ। ਚਲੋ ਅੱਲਾ ਖੈਰ ਕਰੇ। ਉਸਤਾਦ ਜੀ ਉੱਥੇ ਅੰਗਰੇਜ਼ਾਂ ਦੇ ਮੁਲਕ ਬੱਚਿਆਂ ਦੀਆਂ ਨੈਪੀਆਂ ਧੋ ਰਿਹਾ ਤੇ 50 ਤੋਂ ਧੋਤੀਆਂ ਤੇ ਕਹਿੰਦਾ 50 ਤੋਲਾ 50 ਤੋਲਾ 50 ਤੋਲਾ ਹੋਰ ਤੋਲਾ। ਨਹੀਂ ਯਾਰ ਬੱਚੇ ਚ ਗਲਤੀ ਹੋ ਗਈ, ਉੱਥੇ ਜਾਣਾ ਚਾਹੀਦਾ ਸੀ। ਹੁਣ ਆਪਾਂ ਸਪੈਸ਼ਲ ਟਿਕਟ ਕਰਾਉਨੇ ਆ, ਗੋਲਡ 2-2.5 ਲੱਖ ਦੀ ਟਿਕਟ ਆ। ਕਿੰਨੇ ਟਿਕਟ ਸਾ ਜੀ? 4-5 ਲੱਖ ਦੀ। ਉਸਤਾਦ ਜੀ ਏਜੰਸੀ ਵਾਸਤੇ 2000 ਤੋਂ $2500 ਦੀ ਹੈ। ਇਹ ਹੁਣ ਵੱਧ ਗਈ ਆ? ਨਹੀਂ ਉਨੀ ਹੈ। ਵੀਜ਼ਾ ਤੁਹਾਡਾ ਵੈਲਿਡ ਆ? ਹਾਂ ਮੇਰਾ ਵੈਲਿਡ ਹੈ। ਉਸਤਾਦ ਜੀ ਜਾਓ ਫਿਰ ਇੱਕ ਚੱਕਰ ਹੋਰ ਮਾਰੋ। ਨਹੀਂ 6-6 ਮਹੀਨੇ ਦਾ ਆਪਣਾ ਉਸਤਾਦ ਜੀ, ਸੋਨੇ ਦੀ ਤਲਾਸ਼। 3 ਮਹੀਨੇ ਦਾ ਹੁਣ ਤੇ ਤੁਹਾਡਾ ਮਲਟੀਫਲਾਈ ਵੀਜ਼ਾ ਵਾ, ਮਲਟੀਪਲਾਈ 6-6 ਮਹੀਨੇ ਦਾ। ਮਲਟੀਫਲਾਈ ਯਾਰ ਉੱਥੇ ਜਾਣਦੇ ਆਦਰਾ ਦੀ ਗੱਲ ਸੁਣਨਾ, ਇਸ ਬਗੈਰਤ ਨੇ ਗੱਡੀ 'ਚ ਸਾਰੇ ਨੀਂਦ 'ਚ ਆ, ਤੇਰੇ ਹੌਲੀ ਜਿਹੀ ਪਿੱਛੋਂ ਨਾ ਇੱਕ ਮਾਂ ਦੀ ਸ਼ਾਨ ਬਿਆਨ ਕੀਤੀ ਤੇ ਸਾਡੇ ਕੋਲ ਗੱਡੀ ਨਹੀਂ ਰੁਕੀ, ਅਸੀਂ ਹਾਦਸਾ ਹੱਸ ਕੇ ਗੱਡੀ ਤੋਂ ਬਾਹਰ ਡਿੱਗ ਪਏ। ਆਪਣੇ ਲੋਰ 'ਚ ਨੀਂਦ 'ਚ ਕਹੀ ਜਾਂਦਾ ਕੀ ਕਿਹਾ ਸੀ ਮਾਂ ਦਾ, ਸੁਣੀ ਜਰਾ ਸੁਣਨਾ ਜਰਾ। ਪਿੱਛੇ ਬੈਠਾ ਇੱਕਦਮ ਪਤਾ ਨਹੀਂ ਕੀ ਆ ਜ਼ੇਨ 'ਚ। ਰਾਜ਼ੀ ਹੋ ਕੇ ਮਾਂ ਜੇ ਹੱਥ ਚੁੱਕ ਲਵੇ, ਅੱਗੋਂ ਪੁੱਤ ਵੀ ਚੱਕ ਸਕਦਾ ਏ। ਇਹ ਕੀ ਬਕਵਾਸ ਜੀ ਹੈ। ਅੱਛਾ ਇਹਨੂੰ ਸੋਚਿਆ ਨਹੀਂ, ਯਾਨੀ ਨੀਂਦ 'ਚ ਨਹੀਂ ਹੁੰਦਾ। ਕਹਿੰਦਾ ਰਾਜ਼ੀ ਹੋ ਕੇ ਜੇ ਮਾਂ ਹੱਥ ਚੁੱਕ ਲਵੇ, ਅੱਗੋਂ ਪੁੱਤ ਵੀ ਚੱਕ ਸਕਦਾ। ਹੋਰ ਸੀ ਇੱਕ ਹੋਰ ਵੀ ਸੀ 8 ਘੰਟੇ ਦਾ ਸਫ਼ਰ ਹੈ ਤੇ ਬਾਂਦਰ ਹੋ ਗਿਆ ਨੀਂਦ 'ਚ। ਤੇ ਹੌਲੀ ਜੀ ਅਸੀਂ ਸਾਰੇ ਸੋਚਿਆ, ਕਹਿੰਦਾ ਰਾਜ਼ੀ ਹੋ ਕੇ ਜੇ ਮਾਂ ਹੱਥ ਚੁੱਕ, ਮੈਂ ਕਿਹਾ ਇਹਨੂੰ ਕੀ ਹੈ, ਹੱਥ ਚੁੱਕ ਲਵੇ ਅੱਗੋਂ ਪੁੱਤ ਵੀ ਚੱਕ ਸਕਦਾ ਏ। ਤੇ ਸਿਪਾਹੀ ਵੀ ਗੱਡੀ ਚਲਾਉਂਦਾ ਡਿੱਗਣ ਵਾਲਾ ਹੋ ਗਿਆ। ਕਹਿੰਦਾ ਇਹਨੂੰ ਕੀ ਹੈ, ਮੈਂ ਕਿਹਾ ਚੁੱਪ ਚਲਾਈ ਜਾ, ਸੁਣੀ ਜਾ ਕਰਕੇ ਦਿਆ। ਬਾਕੀ ਮਜ਼ੇ ਨੇ ਉਸਤਾਦ ਜੀ, ਜਾਲੀ ਲਾਉਣੀ ਚਾਹੀਦੀ ਸੀ ਆਪਾਂ ਨੂੰ ਸੋਨੇ, ਹੈਂ? ਸੋਨੇ ਜਾਲੀ ਲਾਉਣੀ ਚਾਹੀਦੀ ਸੀ। ਆਹੋ ਸਹੀ ਹੁਣ ਨੈਕਸਟ ਜਦੋਂ ਜਾਣਾ ਨਾ, ਮੌਕਾ ਖਿਆਤਾ ਤੁਸੀਂ। ਆਪਾਂ ਵੀਜ਼ਾ ਹੀ ਜਾਲੀ ਵਾਲਾ ਲੈਣਾ। ਆਹੋ ਜੇ ਪਏ ਆ ਟਾਈਮ ਤਾਂ ਸਹੀ ਚਲੋ ਜੀ। ਉਹਨੂੰ ਆਪਾਂ ਕਹਾਂਗੇ ਤੁਹਾਨੂੰ ਜਾਲੀ ਵਾਲੇ ਪਾਸੇ ਬਿਠਾ। 6 ਮਹੀਨੇ ਜਾਲੀ ਵਾਲੇ ਪਾਸੇ ਨਹੀਂ ਬਿਠਾ, ਉੱਥੇ ਜਾਣਾ ਚਾਹੀਦਾ। ਮੈਂ ਉਹ ਲੈ ਜਾਣਾ ਡਿਟੈਕਟਰ ਜਿਹੜਾ ਹੁੰਦਾ, ਮੈਂ ਉੱਥੇ ਜਾ ਕੇ ਮੈਂ ਹਿਸਾਬ ਲਾਵਾਂਗਾ ਕਿ ਕਿਹੜੀ ਪਾਸੇ ਨੁੱਕਰ ਤੇ ਲੋਕੀ ਘੱਟ ਜਾ ਰਹੇ, ਉੱਥੇ ਮੈਂ ਜਾਵਾਂਗਾ। ਹੀਰਾ ਲੱਭ ਗਿਆ ਸੋਨੇ ਦੀ ਜਗ੍ਹਾ ਤੇ ਇੱਧਰ ਉੱਧਰ ਬੰਦੇ ਨੂੰ ਦੇਖਣ ਲਈ ਨਾ ਮੂੰਹ ਚ ਲੁਕੋ ਰਿਹਾ, ਚੱਟਿਆ ਗਿਆ ਮਰ ਗਿਆ। ਨਹੀਂ ਹੀਰਾ ਲੱਭ ਕੇ ਤੇ ਕਹਿੰਦਾ ਆਹ ਕੀ ਹੈ, ਸੋਨਾ ਕਿੱਥੇ ਹੈ। ਯਾਰ ਖਰਾਬ ਡਿਟੈਕਟਰ ਲੈ ਗਿਆ, ਵੇਟ ਤੇ ਵੀ ਬੜੀ ਜਾਵੇ ਜਦੋਂ ਘਰ ਦੇ ਇੰਨੀਆਂ ਇੱਟਾਂ ਇਕੱਠੀਆਂ ਕਰਕੇ ਹੀਰਾ ਲੱਭ ਕੇ ਉਹਨੂੰ ਟੈਸਟ ਲਾ ਚੈੱਕ ਕਰਨ ਦੇ। ਸਭ ਤੋਂ ਮਜ਼ੇਦਾਰ ਦੀ ਮੈਨੂੰ ਗੱਲ ਲੱਗੀ, ਉਹਨਾਂ ਨੇ ਕਿਹਾ ਉਸ ਏਰੀਆ ਨੂੰ ਉਹਨਾਂ ਨੇ ਆਪਣੇ ਤਹਿਵੀਲ 'ਚ ਨਹੀਂ ਲਿਆ, ਬੜੀ ਗੱਲ ਓਪਨ ਏਰੀਆ ਉਹ ਗਵਰਨਮੈਂਟ ਨੇ ਜਿੱਥੋਂ ਸੋਨਾ ਨਿਕਲਿਆ ਸੀ, ਅੱਜ ਵੀ ਓਪਨ ਏਰੀਆ, ਤੁਸੀਂ ਵੀ ਜਾ ਕੇ ਉੱਥੇ ਬਹਿ ਜਾਓ ਭਾਵੇਂ। ਮੇਰੇ ਨਹੀਂ ਲਾਓਗੇ ਲੈਣਾ ਯਾਰ ਨਹੀਂ ਉਹ ਟੂਰ ਮਤਲਬ ਜਿਹੜਾ ਮਰਜ਼ੀ ਜਾ ਕੇ ਉੱਥੇ ਬਹਿ ਜਾਓ। ਉਸਤਾਦ ਜੀ ਇੱਥੇ ਤਾਂ ਸਾਰਾ ਆਸਟ੍ਰੇਲੀਆ ਉੱਥੇ ਨਜ਼ਰ ਆਵੇ, ਸਾਰੇ ਉੱਥੇ ਬੈਠੇ ਹੋਣ, ਕੋਈ ਪੁਲਿਸੀ ਹੈ, ਕੋਈ ਜਾਂਦੇ ਨੇ ਲੋਕ ਫਾਰਮ ਫਿਲ ਕਰਨੇ ਪੈਣੇ ਆ। ਛੁੱਟੀ ਦੀ ਛੁੱਟੀ ਯਾਰ ਉਹਨਾਂ ਕੋਲ ਪੈਸਾ ਯਾਰ। ਉਹ ਹੁਣ ਬਹੁਤ ਘੱਟ ਆ ਨਾ, ਕਿਤੇ ਕਿਸੇ ਦੀ ਕੋਈ ਕਿਸਮਤ ਉਹਨੂੰ ਹੋਊ। ਲਾ ਲੈ ਤੇ ਯਾਰ ਤੁਹਾਨੂੰ ਜਿਵੇਂ ਹੁਣ ਸਾਨੂੰ ਪਤਾ ਲੱਗਾ ਸੀ, ਜਾ ਕੇ ਅੱਧਾ ਘੰਟਾ ਬਹਿ ਕੱਖ ਵੀ ਨਹੀਂ, ਕਦੀ ਕਿਤੇ ਜਾਓ ਕੋਈ ਹਿਸਾਬ ਲੱਗ ਜਵੇ। ਬੁੱਧ ਦੀ ਬੁੱਧ ਉਧਰੋਂ ਆਂਦਾ ਕਿਤੇ ਭੂਰੇ ਚ ਹੈਂ? ਆ ਗਏ। ਬੁੱਧ ਦੀ ਬੁੱਧ ਆਂਦਾ ਸੋਨਾ। ਤੇ ਉਸਤਾਦ ਜੀ ਤੇ ਬੁੱਧ ਨੂੰ ਉਹਨਾਂ ਨੇ ਛੁੱਟੀ ਕੀਤੀ ਉੱਤੇ, ਵੜਨ ਨਹੀਂ ਦਿੰਦੇ ਕਿਸੇ ਨੂੰ। ਉਹ ਜਿਹੜੇ ਭਾਈ ਸਾਨੂੰ ਸਮਝਾਉਣੇ ਸੀ ਪਾਰਲੀਮੈਂਟ ਹਾਊਸ ਦੇ ਵਿੱਚ, ਉਹਨਾਂ ਸਾਨੂੰ ਦੱਸਿਆ ਕਹਿੰਦੇ ਕਿ ਮਲਕਾ ਐਲਿਜ਼ਬeth ਦੇ ਮੋਬਾਈਲ ਤੇ ਮੈਸੇਜ ਆ ਗਿਆ, ਫਾਦ ਮੁਸਲੇ ਸ਼ੋਅ ਦਾ 25000 ਵਾਲਾ। ਹਾਂ ਯਾ ਮੈਂ ਤੈਨੂੰ ਦੱਸਦਾ, ਉਹ ਭਾਈ ਨਾ ਮੇਰਾ ਭਾਵਨਾਓ ਮੈਂ ਬਹਿ ਗਿਆ ਸੀ ਤੇ ਉਹਨੂੰ ਮੇਰੀ ਨਹੀਂ ਪਤਾ ਵੀਡੀਓ ਬਣ ਰਹੀ ਤੇ ਮੈਨੂੰ ਕਹਿੰਦਾ ਉਹਨਾਂ ਦਾ ਬੰਦਾ ਪਾਰਲੀਮੈਂਟ ਦਾ ਮੁਲਾਜ਼ਮ, ਉਹਨਾਂ ਦਾ ਯਾਨੀ ਕਿ ਗਵਰਨਮੈਂਟ ਦਾ, ਤੇ ਦੱਸ ਰਿਹਾ, ਕਹਿੰਦਾ ਐ ਨਾ ਉਸ ਟਾਈਮ ਇਹ 2 ਲੱਖ ਕਿੰਨੇ ਕਿਲੋ ਸੋਨਾ ਨਿਕਲਿਆ ਸੀ। ਮੈਂ ਕਿਹਾ 2 ਲੱਖ ਕਿੰਨੇ ਕਿਲੋ? ਕਹਿੰਦਾ 2 ਲੱਖ ਕਿੰਨੇ ਕਿਲੋ ਦੇ ਐਵੇਂ ਕਹਿੰਦੇ ਆ, ਲੱਖ ਸਵਾ ਕਿਲੋ ਨਿਕਲਿਆ। ਇਹ ਗੱਲਾਂ ਬੜੀਆਂ ਇਹ ਕਹਿ ਤੇ ਮੈਂ ਹੈਰਾਨ ਕਿ ਯਾਰ ਇਹ ਕੀ ਕਰ ਰਹੇ। ਅੱਛਾ ਹੁਣ ਚਲੇ ਗਏ ਅਸੀਂ ਤੇ ਹੁਣ ਚਾਹ ਪੀ ਰਹੇ हैं, तो चाय पीने तो मैंने कहा भाईजान आपने वो कराची, मैं कहा भाईजान आपने आप इनके एम्प्लॉय हैं और आप इनकी तर्जुमानी कर रहे हैं, तो आप ही कह रहे हैं वहीं पे खड़े होके प्रेजेंटेशन आप कर रहे हैं, तो आप ही कह रहे हैं कि ये गलत बयानी करते हैं और ये वो, तो नहीं कहता यही तो जमहूरियत है यहाँ पे, कहना यहाँ पे तो हम चाह पी रहे तो कितने उधर दिमाग काम किया। तो मैंने कहता वो आपने बनाई थी वीडियो वो? मैं कहा जी इसने बनाई थी। अच्छा तो वो काट देना फिर काट देना। मैं कहा हाँ जी भाजी कटवा लो, चंगी गल है। हाँ नहीं वो ऐसा होता है कभी कभी, लेकिन हमें कोई इश्यू नहीं है, लेकिन आप फिर भी काट देना। मैं कहा फैसल ने उधरों आ तोड़िया नहीं, फैसल ने ठप तोड़िया साची, साइलेंट माहौल आ, यानी उन्होंने पार्लीमेंट हाउस आ, फैसल साहब ने ठक तोड़ता, उन्होंने इन्ना गुस्सा, फैसल तोड़ के उस बाद इंज घबराई टैप हो गया।
ਮੈਂ ਕਿਹਾ ਮਰ ਗਏ ਯਾਰ ਉਸਤਾਦ ਜੀ ਆਪਣੇ ਨੂੰ ਸੋਨਾ ਲੱਭਣ ਦਿਆ ਵੈਸੇ ਆਸਟ੍ਰੇਲੀਆ 'ਚ ਉਮਰ ਕਿੰਨਾ ਵਾ ਬਹੁਤ ਨਾ ਬੱਕੀ ਨਾ ਬੱਚੇ ਸ਼ਾਂਤੀ ਬਹੁਤ ਆ ਸਮੂਥਨੈਸ ਬਹੁਤ ਆ ਆਸਟ੍ਰੇਲੀਆ ਯਾਰ ਹੁਣ ਸ਼ੋਰ ਸ਼ਰਾਬਾ ਨਹੀਂ ਹੈਗਾ ਰਸ਼ ਹੀ ਨਹੀਂ ਹੈਗਾ ਬਹੁਤ ਕੁਛ ਨਹੀਂ ਹੈਗਾ ਸਿਰਫ ਜਿਹੜਾ ਸਿਡਨੀ ਹੈ ਨਾ ਉਹਦੇ ਕੁਛ ਇਲਾਕੇ ਜਰਾ ਰਸ਼ ਰੁਸ਼ ਹੈਗਾ ਬਾਕੀ ਪੂਰਾ ਆਸਟ੍ਰੇਲੀਆ ਉਹਨਾਂ ਨੇ ਕਿਹਾ ਵੀ ਖੁੱਲਾ ਮੋਹ ਅੱਛਾ ਉਸਤਾਦ ਜੀ ਫਿਰ ਇਹਨਾਂ ਨੇ ਕਹਿਣਾ ਤੁਸੀਂ ਆਪਣੇ ਘਰ ਨੂੰ ਘਟਾਉਂਦੇ ਹੋ ਹੁਣ ਲਾਹੌਰ 에ਅਰਪੋਰਟ ਤੇ ਉਤਰੇ ਤਿੰਨੇ ਫਲੈਟਾਂ ਇਕੱਠੀਆਂ ਆਈਆਂ ਯਾਰ ਤਿੰਨੇ ਇਕੱਠੀਆਂ ਲਵਾਤੀਆਂ ਉਹਨਾਂ ਨੇ ਆਹੋ ਯਾਰ ਗਵਰਨਮੈਂਟ ਮੇਰੀ ਗੱਲ 6 ਫਲੈਟਾਂ ਇਕੱਠੀਆਂ ਹੀ ਲਵਾਤੀਆਂ 5-6 ਫਲੈਟਾਂ ਆਈਆਂ ਨੇ ਤੇ 4 ਫਲੈਟਾਂ ਦਾ ਬੈਗ ਆ ਰਹੇ ਨੇ ਔਰ ਉੱਥੇ ਕਿਤੇ ਵੀ ਨਹੀਂ ਲਿਖਿਆ ਕਿ ਕਿਹੜੀ ਫਲੈਟ ਦਾ ਬੈਗ ਕਿਹੜੇ ਉਹਦੇ ਤੇ ਪੱਟੇ ਤੇ ਆ ਰਿਹਾ ਇਹਨਾਂ ਤੇ ਯਾਰ ਐਲਸੀਡੀਆਂ ਛੋਟੀਆਂ ਲੱਗਣੀਆਂ ਉੱਥੇ ਪਤਾ ਲਾ ਆਹੋ ਦੇ ਤੁਸੀਂ ਭਾਈ ਚੜਿਆ ਦੇਖਿਆ ਮੈਂ ਸਾਊਦੀ ਅਰਬ ਵਾਲੇ ਤੇ ਅੱਧਾ ਘੰਟਾ ਖਲੋਤਾ ਰਿਹਾ ਆਹੋ ਤੇ ਮੈਂ ਕਿਹਾ ਯਾਰ ਆਸਟ੍ਰੇਲੀਆ ਚ ਕੌਣ ਆਪੇ ਜ਼ਮਜ਼ਮ ਲੈ ਕੇ ਆ ਰਿਹਾ ਤੇ ਕੋਈ ਤੁੱਕ ਬੰਦਾ ਮੈਂ ਕਿਹਾ ਖਜੂਰਾਂ ਦੀਆਂ ਪੇਟੀਆਂ ਆ ਰਹੀਆਂ ਨੇ ਮੈਂ ਕਿਹਾ ਇਹ ਕੌਣ ਆਸਟ੍ਰੇਲੀਆ ਤੇ ਨਾਲ ਇੱਕ ਵਾਰ ਪਠਾਨ ਖੜਾ ਉਹਨੇ ਇਹਨਾਂ ਨੇ ਪਹੁੰਚੇ ਉੱਤੇ ਤੇ ਉਹਨੇ ਇੱਥੇ ਮਸਵਾਕ ਰੱਖੀ ਤੇ ਪਠਾਨ पटे रखे मैं कहा भाई ये चाइना की फ्लैट आ रही है सऊदी अरब से आ रहा है चाइना का उधर आ रहा है तो मैं उधर चाइना वाली साइड तो चला गया तो भी सऊदी अरब दो सऊदी अरब दे सी ਤੇ ਮੈਨੂੰ ਉਹਨੇ ਉਧਰ ਭੇਜਤਾ ਚਾਈਨਾ ਦਾ ਕਹਿ ਕੇ ਤੇ ਮੈਂ ਉੱਥੇ ਫੇਰ ਉਹੀ ਘੁੰਮ ਕੇ ਨਾ ਇਧਰੋਂ ਸਾਰੇ ਪਟੇ ਮੈਂ ਕਿਹਾ ਇਹ ਤੇ ਉਧਰ ਵਾਲੀਆਂ ਚੀਜ਼ਾਂ ਇਧਰ ਨੂੰ ਆ ਰਹੀਆਂ ਫੇਰ ਯਾਨੀ ਕਿ ਯਾਰ ਇੰਨਾ ਨਹੀਂ ਹਾਲੇ ਤੱਕ ਸਾਡੇ ਹੋ ਸਕਿਆ ਕਿ ਅਸੀਂ ਦੇਖ ਲਈਏ ਕਿ ਯਾਰ ਸਾਡੇ ਬੈਗ ਕਿਹੜੇ ਮੁਲਕ ਵਾਲੇ ਕਿਹੜੇ ਉਹਦੇ ਤੇ ਆ ਰਹੇ ਨੇ ਉਸਤਾਦ ਮਾਰਤ ਫਿਰ ਯਾਰ ਤਿੰਨ ਬੈਗ ਇਕੱਠੇ ਹੋ ਰਹੇ ਆ ਜੋ ਤੁਸੀਂ ਦੇਖਿਓ ਰੈਕ ਤੇ ਪਰ ਬੰਦਾ ਚੜ ਗਿਆ ਤੂੰ ਦੇਖਿਆ ਉਹਦੇ ਉੱਤੇ ਬੰਦੇ ਚੜਿਆ ਤੇ ਬੰਦਾ ਚੜਿਆ ਚੜ ਕੇ ਪੁੱਛਿਆ ਤੁਹਾਡਾ ਕਿਹੜਾ ਭਾਈ ਉੱਤੇ ਚੜ ਕੇ ਖਲੋਤਾ ਉਹਨਾਂ ਦੇ ਘੁੰਮ ਰਿਹਾ ਉਹ ਤੇ ਯਾਰ ਚੱਕ ਮਾਰਨ ਰਿਹਾ ਤੇ ਹੁਣ ਬਾਹਰ ਨਿਕਲੇ ਬਾਹਰ ਰਸ਼ ਮਾਸ਼ਾਅੱਲਾ ਇੰਨਾ ਆਵਾਮ ਦਾ ਹੁਣ ਜਿਹੜਾ ਬੰਦਾ ਹੁਣ ਅਸੀਂ ਆਏ ਆ ਆਸਟ੍ਰੇਲੀਆ ਤੋਂ ਇੱਕ ਬੰਦੇ ਨੇ ਮੈਨੂੰ ਉਮਰ ਵਾਲਾ ਸਮਝ ਕੇ ਹਾਰ ਪਾਤਾ ਸੱਚੀ ਦੋ ਫਲੈਟਾਂ ਉਤਰੀਆਂ ਨਾ ਸੇਮ ਹਾਜੀ ਦੀ ਉਮਰੇ ਦੀਆਂ ਸਊਦੀਆ ਤੋਂ ਤੇ ਆਸਟ੍ਰੇਲੀਆ ਦੀ ਤੇ ਮਿਕਸ ਹੋ ਗਏ ਸਾਰੇ ਤੇ ਉਹ ਹੁਣ ਉਮਰੇ ਵਾਲਾ ਜਿਹੜੇ ਉਮਰੇ ਵਾਲਾ ਵੈਲਕਮ ਕਰਨ ਰਿਹਾ ਤੇ ਸਾਦਾ ਨਿਕਲਿਆ ਉਹਨੂੰ ਹਾਰ ਪਾਤਾ ਤੁਸੀਂ ਅੱਲਾ ਦੇ ਬੰਦੇ ਉਹ ਉੱਪਰ ਬੰਦਾ ਯਾਰ ਉੱਪਰ ਮੈਨੂੰ ਚੈਨਲ ਪੁੱਛੋ ਕਿਹੜਾ ਬੈਗ ਆ ਕਾਕਾ ਉਹਨੇ ਪੀਲੀ ਸ਼ਰਟ ਪਾਈ ਆਪੇ ਲਾ ਲੂੰਗਾ ਮੈਂ ਤੂੰ ਗੁੱਟ ਕੱਢ ਦੇਣਾ ਮੈਂ ਕਿਹਾ ਬੈਗ ਤੇ ਖਿੱਚ ਕੇ ਮੈਂ ਕਿਹਾ ਪਰਾਂ ਥੱਲੇ ਆ ਨਹੀਂ ਆ ਸਹੀ ਕਹਿ ਰਿਹਾ ਸਿਆਣੀਆਂ ਮਾਈਆਂ ਵਿਚਾਰੀਆਂ ਮੈਂ ਲਓ ਜੀ ਭਾਜੀ ਰੱਬ ਰਾਖਾ ਜੀ